KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਨੇ। ਵੀਰਵਾਰ ਦਾ ਦਿਨ ਹੈ, ਵਰਾ 2020 ਦਾ 30 ਅਪ੍ਰੈਲ 17 ਵਿਸਾਖ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਦੇ ਨਾਲ ਤੁਸੀਂ ਵੀ ਸ਼ਾਮਲ ਹੋਣਾ। ਜਿਹੜੀ ਵੀ ਖਬਰ ਤੇ ਤੁਹਾਡਾ ਧਿਆਨ ਤੁਸੀਂ ਪਾਉਣਾ ਚਾਹੁੰਦੇ ਜਦੇ ਉਸੇ ਸਮੇਂ ਸ਼ਾਮਲ ਹੋਣਾ। 12 ਤੋਂ 1 ਵਜੇ ਤੱਕ ਕਰੋਨਾ ਦੇ ਬਾਰੇ ਕੁਝ ਗੱਲਾਂ ਬਾਤਾਂ ਚੱਲ ਰਹੀਆਂ ਕਿ ਇਹ ਹੈ ਕਿ ਡਾਕਟਰ ਫਾਊਚੀ ਕੌਣ ਹੈ, ਬਿਲ ਗੇਟਸ ਨੇ ਕੀ ਕੀਤਾ, ਏਡਸ ਦੀ ਜਦ ਗੱਲ ਚੱਲੀ HIV ਪੋਜ਼ਿਟਿਵ ਦੀ 1981 ਚ ਬਿਲ ਗੇਟਸ ਰੌਲਾ ਪਾਉਣ ਲੱਗ ਗਿਆ ਤੇ 1984 ਚ ਇਹਦੀ ਬਿਮਾਰੀ ਦੀ ਗੱਲ ਕਰੀ। ਇਸੇ ਤਰ੍ਹਾਂ ਇੱਕ ਡਾਕਟਰ ਰਾਸ਼ਿਦ ਬੁੱਟਰ ਨੇ, ਅਸਲ ਪਹਿਲਾਂ ਅਮਰੀਕਾ ਰਹਿੰਦੇ ਸੀ, ਹੁਣ ਨਿਊਜ਼ੀਲੈਂਡ ਦੇ ਸਿਟੀਜ਼ਨ ਨੇ। ਉਹਨਾਂ ਦੀਆਂ ਕੁਝ ਕਿਤਾਬਾਂ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਬਾਹਰ ਚੱਲ ਰਹੀਆਂ ਨੇ, ਜਿਹੜਾ ਵੀ ਉਹ ਕੋਈ ਵੀਡੀਓ ਪਾਉਂਦੇ ਨੇ ਉਹ ਉਸੇ ਸਮੇਂ ਲਾ ਦਿੱਤੀ ਜਾਂਦੀ ਹੈ YouTube ਤੇ Facebook ਤੋਂ। ਉਹਨਾਂ ਨੇ ਇਸ ਗੱਲ ਨੂੰ ਇੱਕ ਸਾਜ਼ਿਸ਼ ਦੇ ਤਹਿਤ ਦੱਸਿਆ ਕਿ ਜਿਹੜੇ ਧਨਾੜ ਲੋਕ ਨੇ ਇਹ ਇਸੇ ਤਰ੍ਹਾਂ ਹੀ ਪੈਦਾ ਕਰਕੇ ਚੀਜ਼ਾਂ ਇਸ ਤਰ੍ਹਾਂ ਹੀ ਲੈ ਆਉਂਦੇ ਆ। ਇਹਦੇ 'ਚ ਕੋਈ ਬੜਾ ਸੱਚ ਨਹੀਂ। ਇਸੇ ਤਰ੍ਹਾਂ ਹੀ ਹੋਰ ਡਾਕਟਰਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਜਿਹੜੀ ਘਰੇ ਰਹਿ ਕੇ ਬੰਦ ਕਰਕੇ ਆਪਣੇ ਆਪ ਨੂੰ ਇਮਿਊਨ ਸਿਸਟਮ ਸਗੋਂ ਲੋ ਹੁੰਦਾ। ਜਦ ਤੁਸੀਂ ਇੱਥੇ ਨਹੀਂ ਹੱਥ ਲਾਉਣਾ, ਉੱਥੇ ਨਹੀਂ ਹੱਥ ਲਾਉਣਾ, ਬਾਹਰ ਨਹੀਂ ਨਿਕਲਣਾ, ਇਹ ਇੱਕ ਧਾਰਾ ਹੈ। ਇਸ ਤੇ ਗੱਲਬਾਤ ਹੋਏਗੀ ਕਿ ਜਿਸ ਤਰ੍ਹਾਂ COVID-19 ਤੋਂ ਬਾਅਦ ਪਹਿਲਾਂ ਹੀ 4.5 ਅਰਬ ਲੋਕਾਂ ਜਿੰਨੀ ਜਿਹੜੀ ਮਾਇਆ ਉਹ 3000 ਕਰੀਬ ਦੇ ਅਰਬਪਤੀਆਂ ਦੇ ਕੋਲ ਹੈ। ਹੁਣ ਇਸ ਦੇ ਨਾਲ ਹੋਰ ਜਿਹਨੇ ਵੈਕਸੀਨ ਬਣਾ ਲਈ, ਕਿਉਂਕਿ ਬਹੁਤ ਵੱਡੀ ਇੱਕ ਇਨਵੈਸਟਮੈਂਟ ਬਾਕੀ ਸਾਰੀਆਂ ਚੀਜ਼ਾਂ ਤੋਂ ਛੱਡ ਕੇ ਬਿਲ ਗੇਟਸ ਨੇ ਇਸ 'ਚ ਕੀਤੀ ਹੈ। ਫਾਰਮਾਸਿਊਟੀਕਲ ਕਾਰਟਲ ਜਿਹੜਾ ਇੱਕ ਸ਼ਬਦ ਹੈ ਉਹਦਾ ਉਹ ਬਹੁਤ ਵੱਡਾ ਇੱਕ ਹਿੱਸਾ ਹੈ ਤੇ ਉਸ ਦੀ ਬਹੁਤ ਵੱਡੀ ਇਨਵੈਸਟਮੈਂਟ ਹੈ ਦੁਨੀਆ ਦੇ ਵਿੱਚ ਰਿਸਰਚ ਦੇ ਨਾਂ ਤੇ। ਗੱਲਾਂ ਜਿਹੜੇ ਡਾਕਟਰ ਨੇ ਇਸ ਖਿੱਤੇ 'ਚ ਕੰਮ ਕਰਦੇ ਨੇ ਉਹਨਾਂ ਨੂੰ ਇਹ ਸਹੀ ਲੱਗਦਾ ਕਿ ਇਹ ਦੁਨੀਆ ਬਚਾਉਣ ਦੀ ਗੱਲ ਹੈ। ਪਰ ਕੁਝ ਡਾਕਟਰ ਨੇ ਜਿਨ੍ਹਾਂ ਦਾ ਡਿਫਰੈਂਸ ਆਫ ਓਪੀਨੀਅਨ ਆ, ਉਹਨਾਂ ਦੀ ਗੱਲਬਾਤ ਹੋਏਗੀ। ਨਾਲ ਮੈਂ ਇਹ ਕੋਸ਼ਿਸ਼ ਕਰਾਂਗਾ ਕਿ ਬਦਲਾਅ ਜਿਹੜਾ ਇਸ ਨੇ ਲਿਆਉਣਾ ਹੈ ਉਹ ਕਿੱਧਰ ਨੂੰ ਜਾ ਰਹੀ ਹੈ, ਗੱਲ ਕੀ ਹੋਵੇਗੀ। ਕੁਝ ਘਰ ਵਿੱਚ ਬੈਠੇ ਆ, ਘਰੋਂ ਕੰਮ ਕਰਦੇ ਆ, ਜਿਹੜੀਆਂ ਮੁਸ਼ਕਿਲਾਂ ਲੋਕਾਂ ਦੇ ਸੰਬੰਧਾਂ 'ਚ ਆ ਰਹੀਆਂ ਉਸ ਦੀ ਵੀ ਨਾਲ ਗੱਲ ਟੱਚ ਕਰਾਂਗਾ। ਆਖਰੀ ਹਿੱਸੇ 'ਚ ਕੌਮ ਆਪਣੇ ਮਹਾਨ ਜਰਨੈਲ ਦੀ ਅੱਜ ਸ਼ਹੀਦੀ ਦਿਵਸ ਜਿੰਨੇ ਕੁ ਮਨਾ ਰਹੇ ਨੇ ਉਹਨਾਂ ਨੂੰ ਤੇ ਬਾਕੀ ਗੱਲ ਪਹੁੰਚਦੀ ਅੱਜ ਕਰਦੇ ਹੋ। ਅੱਜ ਦੇ ਦਿਨ 1837 ਦੇ ਵਿੱਚ 30 ਅਪ੍ਰੈਲ ਨੂੰ ਕੌਮ ਦਾ ਮਹਾਨ ਜਰਨੈਲ ਹਰੀ ਸਿੰਘ ਨਲੂਆ ਜਨੌਰ ਦੇ ਕਿਲੇ ਦੇ ਵਿੱਚ ਸ਼ਹੀਦ ਹੋਇਆ। ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਪਰਿਵਾਰ ਦੇ ਬਾਰੇ, ਕਿਹੜੀਆਂ ਉਹਨਾਂ ਨੇ ਜੰਗਾਂ ਲੜੀਆਂ। 750 ਸਾਲ ਦਾ ਇਤਿਹਾਸ ਹੈ ਜਿਹੜਾ ਦਰਾ ਖੈਬਰ ਦੇ ਵਿੱਚੋਂ ਧਾੜਵੀ ਚੜ੍ਹ ਕੇ ਆਉਂਦੇ ਤੇ ਫਿਰ ਕਿਵੇਂ ਉਹਨਾਂ ਨੂੰ ਥੰਮਿਆ। ਉਸ ਤੋਂ ਬਾਅਦ ਬਹੁਤ ਅੱਜ ਖਬਰਾਂ ਵੀ ਛਪੀਆਂ। ਰਸ਼ੀਅਨ ਨੇ ਇੱਕ ਰਾਈਟਰ ਨੇ ਵੀ ਕਿਹਾ ਵੀ ਜਦ ਉਹਨਾਂ ਨੇ ਇਨਵੇਡ ਕੀਤਾ ਅਫਗਾਨਿਸਤਾਨ, ਉਹ ਕਹਿੰਦੇ ਤੁਹਾਡੇ ਤੋਂ ਨਹੀਂ ਹੋਣਾ, ਇਹ ਕਰਨ ਵਾਲੇ ਹੋ ਰਹੇ ਸੀ। ਜਮਰਾਓ ਦਾ ਜਿਹੜਾ ਬਿਲਕੁਲ ਮੂੰਹ ਤੇ ਹੈ ਦਰਾ ਖੈਬਰ, ਜਿਹੜੀ ਖੈਬਰ ਪਾਸ ਹੈ, ਮਤਲਬ ਜਿਹੜੀ ਘਾਟੀ ਦੇ ਵਿੱਚ ਨਹੀਂ ਆਉਂਦੀ ਹੈ ਤੇ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਉਹ ਸਰਹੱਦ ਹੈ। ਪਿਸ਼ਾਵਰ ਤੋਂ 9.5 ਮੀਲ ਦੂਰ ਹੈ ਤੇ ਉੱਥੇ ਸ਼ਹੀਦੀ ਹੋਈ। ਬਾਨੋ ਕੌਣ ਸੀ, ਹਰਸ਼ਰਨ ਕੌਰ ਕੌਣ ਸੀ, ਇਹ ਗੱਲਾਂ ਬਾਤਾਂ ਹੋਣਗੀਆਂ। ਸ਼ਾਹ ਸ਼ੁਜਾ ਦਾ ਜਿਹੜਾ ਕੋਹਿਨੂਰ ਹੀਰਾ ਜਿੱਥੋਂ ਨਿਕਲਿਆ, ਗੋਲਕੁੰਡੇ ਤੋਂ ਲੈ ਕੇ ਕਿੱਥੇ ਤੱਕ 6 ਟੋਟੇ ਕਰਕੇ ਰੱਖੀ ਬੈਠੇ ਨੇ ਬਲੈਦ ਦੇ ਵਿੱਚ। ਮਹਾਨ ਜਰਨੈਲ ਦੇ ਬਾਰੇ ਅੱਜ ਗੱਲਬਾਤ ਹੋਊ ਤੇ ਹੋਰ ਕੌਮੀ ਜਰਨੈਲਾਂ ਨੂੰ ਵੀ ਯਾਦ ਕੀਤਾ ਜਾਊਗਾ। ਇਹ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਚੀਜ਼ਾਂ ਆਉਂਦੀਆਂ ਉਹ ਇਹ ਨਹੀਂ ਕਿ ਜਰਨੈਲ ਹਰੀ ਸਿੰਘ ਨਲੂਏ ਤੋਂ ਬਾਅਦ ਗੱਲ ਖਤਮ ਹੋ ਗਈ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਾ ਤੱਕ ਕੌਮ ਦੇ ਮਹਾਨ ਜਰਨੈਲ ਤੇ ਉਸ ਤੋਂ ਬਾਅਦ ਸਿੱਖ ਸੰਘਰਸ਼ ਦੇ ਮਹਾਨ ਜਰਨੈਲਾਂ ਦੀ ਨਾਲ ਇਹ ਗੱਲ ਹੁੰਦੀ ਹੈ। 1844 247 1550 KRPradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਪ੍ਰੋਗਰਾਮ ਰਹਿ ਜਿੱਦਾਂ YouTube ਤੇ ਪਾਇਆ ਹੁੰਦਾ। ਦਫ਼ਤਰ ਦਾ ਨੰਬਰ ਹੈ 604 440 6462 info@krpradio.com। ਦਫ਼ਤਰ ਦੀ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ Facebook ਦਾ ਪੇਜ 604 729 1224 ਜਿੱਥੇ ਤੁਸੀਂ ਨਾਲ ਰਹਿੰਦੇ ਹੋ। WhatsApp ਤੇ ਟੈਕਸਟ ਭੇਜ ਸਕਦੇ ਹੋ ਪਲੀਜ਼। ਤੇ harjeet.g@krpradio.com
कौम ते तुसीं ईमेल कर सकते हो। संगत नूं पंगत टक्करी, खेडे नूं ढोई मिल गई, तवियां ने रूहां फूकियां, दर्शन होए किरपान के। सतगुर ने घोड़ा बीड़िया, चन्न भी संधूरी हो गया, तुरदे धर्म ते कर्म भी लोए लोए किरपान के। जूहा पहे किरपान के, सीनी सहे किरपान के, किरपान के किरपान के किरपान के किरपान के। रंग राग पूर्णमाशियां, कड़ियां तूफां किरपान के। चिड़ियां पंघूड़े दीबड़े मेले, मकां किरपान के। लिशकण जो तारे अंबरी संगी, सखा किरपान के। धरती हवा दे हाशिए, चारे दिशा किरपान के। बोली वसे लिपि वसे, भाषा वसे किरपान के, किरपान के किरपान के। धूड़ा नूं हाजर जान के, दाड़े अनोखे लिशक पे, झांगड़ चिड़ी दे मोरचे ते टाकरे किरपान के। इश्के दा मिसरा बोल के योधे जमी विच सौ गए, जीना रकाबां काठियां ते पाखरे किरपान के। मस्तक मणि जुस्सा जिस्म, खालस कला किरपान के, किरपान के किरपान के। सुखनो सबक 14 तपक, शंखो कलश तोया तपश, तख्तो मिल्क पीरों बिरख, जी धन धन किरपान के। है धूल भी सरदूल भी, जो रहबरी करतार दी, टुकड़े टुकड़े भी तेगा बन गए, जो खन खन किरपान के। हिम्मत यत्न रोड़े रत्न, लोहा तपन किरपान के, किरपान के किरपान के। सोच है एक टेक है, एक फलसफे दा नाम है। किरपान एक हथियार नहीं, किरपान एक पैगाम है। पैगाम उस मत्थे नूं जिथे पत है ना रत है, शरबत है किरपान ही शरबत है। साबण कते रंगो रते, गज गुरमते किरपान के, किरपान के किरपान के। डाडे कहर मचे वेले सख्त बन गए, ढाया तीर्थां नूं कैसे वक्त बन गए। हुक्म रब जी ने जदों आप कीता, फौजां सज गईयां उच्चे तख्त बन गए। ढाडी गौण लगे झंडे, झूल उठे रोशनी, रोशन होई फकीरी शाही बस्त्रां दी। गूंज डग्गियां दी, नूर अखरां दा, भेटा घोड़ियां दी, शोभा शस्त्रां दी, भेटा घोड़ियां दी, शोभा शस्त्रां दी। इस साहिब दे तख्त ते शोभा दी गल हुंदी है, कच्च घरड़ा नूं की पता हथियार ते शोभा की हुंदी है। हरमनजीत लिखदा है 11:23 सारिਆਂ ਦਾ ਧੰਨਵਾਦ जिथे भी बैठे हो। सब तो पहला शब्द शुक्र है कि जिंदगी दे विच एक दिन होर सानू मिलिया जीउण दा। बांह नहीं फड़ लेनी असी भी किधर लै चले। सानू कड़मचू जद बोलदा है तरफे चक लो हुंदी है। बस शुक्र सवेरे जब उठदी करन दिमाग घुमाउण तो पहला सारा कुछ WhatsApp ते जाण तो पहला अखां बंद करके एक शुक्र दा शब्द है जिहड़ा वो जरूर चाहिदा। ते नाल जिहड़े भी खित्ते च बैठे हो उत्थे ऐ सोचना चाहिदा बई असीं किहड़ा घोड़ा फेरिया भी असीं सरी बैठे ते कोट मैकमरी वाले अद्धे डुब्बे पए। कुदरत दीआं कुछ वसीले है जिहदे राहीं तुसीं जिथे रहना है, जिवें जिवें तुहाडी जिंदगी च लिखिया होना है। अद्धा फोर्ट मैकमरी डुब्बिया पिया, 1250 प्रॉपर्टियां डैमेज हो गई, 13,500 बंदा घरों निकल गया। फिर कदे अग कदे पानी। आले दुआले दे 4 दरिया बड़े जिहड़े ने क्लीयर वाटर, एथाबास्का ते हैनजिंगस्टोन, ये नाल ते इन्हां दे विच बर्फ जिहड़ी बनी बनाई वो आ बड़ी 13 किलोमीटर लंबी ते 7 किलोमीटर चौड़ी दे करीब यह जिहड़ी बर्फ सी ते जिहड़ी पिघल, तो ये जदों पिघली तो पानी हो गया। डाउन टाउन दे विच गड्डियां जिहड़ियां ने डुब्बियां पईयां, छत्ते विखदी है थोड़ी जी। ते की कर सकते हो तुसीं हुण? किवें की समझिया जावे? कमाइयां करन दे लई ये जगह जिहड़ी है, ये दोने दरिया, तिन्ने रादर दरिया जिहड़े फोर्ट मैकमरी दे विच दी लंघदे आ, कॉर्नर दे विच दी एथाबास्का भी है, हैनजिंगस्टोन भी है ते क्लीयर वाटर भी है। बर्फ ने जिहड़ा बस लिया के बर्फ बनी बनाई वो तुरी आई, जब पिघल के तां अपने कंढे टप के शहर च आ बड़ी। असल 25 किलोमीटर की शीट सी पूरी जिहड़ी एथाबास्का दे विच आ रही सी,
ਤੇ ਜਿਹੜੀ ਉਹ ਜਦ ਆ ਕੇ ਇਕੱਠੀ ਪਿਘਲ ਗਈ 25 ਤੋਂ 13 ਕਿਲੋਮੀਟਰ ਰਹਿ ਗਈ ਇੱਕ ਦਿਨ ਦੇ ਵਿੱਚ ਦੀ, ਤਾਂ ਉਸਨੇ ਸਾਰਾ ਕੁਝ ਹੀ ਜਿਹੜਾ ਉਹ ਖਰਾਬ ਕਰ ਦਿੱਤਾ। ਸੋ ਇਸ ਦੇ ਨਾਲ ਹੁਣ ਮੁਸ਼ਕਿਲ ਇੰਨੀ ਪਈ ਹੋਈ ਹੈ। ਇਹ ਸ਼ਹਿਰ ਜਿਹੜਾ ਬਣਿਆ, ਟਾਰ ਸੈਂਡ ਨਿਕਲਣੀ ਸ਼ੁਰੂ ਹੋਈ, ਅਲਬਰਟਾ ਦੇ ਵਿੱਚ ਬਹਿਜਾ ਹੋ ਗਈ ਵੀ ਰੇਤੇ ਚੋਂ ਤੇਲ ਨਿਕਲਦਾ, ਰੇਤੇ ਚੋਂ ਤੇਲ ਨਿਕਲਦਾ, ਇਸ ਗੱਲ ਦਾ ਰੌਲਾ ਪੈਣ ਲੱਗ ਗਿਆ। ਮੁੰਡੇ ਐਡਮਿੰਟਨ ਤੋਂ ਸਾਡੇ ਬਹੁਤ ਉੱਥੇ ਕੰਮ ਕਰਨ ਗਏ, ਘਰ ਲੋਕ ਹੌਲੀ ਹੌਲੀ ਬਣਾਉਣ ਲੱਗੇ, ਗੱਲਾਂ ਚੱਲਦੀਆਂ ਸੀ ਜਿਹੜੇ ਦੇਖ ਕੇ ਨਾ ਆਏ ਵੀ ਉੱਥੇ ਇਸ ਤਰ੍ਹਾਂ ਹੁੰਦਾ, ਉੱਥੇ ਇਸ ਤਰ੍ਹਾਂ ਹੁੰਦਾ। 6 ਮਹੀਨੇ ਕੰਮ ਕੀਤਾ, 6 ਮਹੀਨੇ ਦੀ ਲੋੜ ਨਹੀਂ, ਘਰ ਨਹੀਂ ਮਿਲਦੇ, ਉੱਥੇ ਰੈਂਟ ਤੇ $3,000 ਤੇ ਬੇਸਮੈਂਟ ਮਿਲਦੀ ਹੈ, ਇਹ ਗੱਲਾਂ ਚੱਲਦੀਆਂ ਰਹੀ। ਫਿਰ ਅੱਗ ਜਦ ਲੱਗੀ ਤਾਂ ਅੱਗ ਨੇ ਉੱਥੇ ਤਬਾਹੀ ਕੀਤੀ। ਉਸ ਸਮੇਂ ਜਾਣ ਦਾ ਉੱਥੇ ਸਮਾਂ ਮਿਲਿਆ ਜੋ ਸਿੱਖ ਰਾਈਡਰਸ ਮੋਟਰਸਾਈਕਲ ਤੇ ਸਰੀ ਤੋਂ ਤੁਰ ਕੇ ਜਾ ਕੇ ਉੱਥੇ ਫਾਇਰ ਫਾਈਟਰਸ ਨੂੰ ਅਸੀਂ ਆਪਣੇ ਵੱਲੋਂ $10,000+ ਦੇ ਕੇ ਮੁੜ ਕੇ ਆਏ। ਤਾਂ ਦੇਖਿਆ ਵੀ ਫੋਰਟ ਮੈਕਮਰੀ ਹੈ ਕਿ ਆਲੇ ਦੁਆਲੇ ਉੱਚੀ ਜਗ੍ਹਾ ਹੈ, ਨੀਵੀਂ ਜਗ੍ਹਾ ਵਸਿਆ ਹੋਇਆ, ਛੋਟਾ ਜਿਹਾ ਸ਼ਹਿਰ ਹੈ, ਤੇ ਬਸ ਉਧਰੋਂ ਤਾਂ ਬਰਬਾਦੀ ਜਿਹੜੀ ਤੇਲ ਨੇ ਕਰ ਦਿੱਤੀ। $5 ਬਿਲੀਅਨ ਸ਼ਨਵਸ ਤੇ ਹਸਕੀ ਵਰਗੀਆਂ ਕੰਪਨੀਆਂ ਲੂਜ਼ ਕਰ ਗਈਆਂ ਇੱਕ ਕੁਆਟਰ ਦੇ ਵਿੱਚ, ਤੇ $15 ਤੇ ਜਿਹੜਾ ਬੈਰਲ ਵਿਕ ਰਿਹਾ ਵੈਸਟ ਟੈਕਸਸ ਜਿਹੜਾ ਕਰੂਡ ਹੈ, ਤੇ $26 ਤੇ ਈਵਨ ਹੁੰਦਾ। ਮਤਲਬ ਨਹੀਂ, ਹੁਣ ਸਾਹਮਣੇ ਦਿਖਦਾ ਹੀ ਹੈ ਕੀ ਹੈ, ਕੰਮ ਖਤਮ ਹੋ ਗਿਆ। ਇਨਫਰਾਸਟਰਕਚਰ ਬਣਾਉਣ ਵਾਲੀਆਂ ਜਿਹੜੀਆਂ ਪਹਿਲਾਂ ਜਿਹਨਾਂ ਨੇ ਰਿਗ ਬਣਾਉਣਾ ਹੈ ਤੇ ਜਿਨ੍ਹਾਂ ਨੇ ਡਰਿਲਿੰਗ ਕਰਨੀ ਆ, ਕੰਪਨੀਆਂ ਖਤਮ ਹੋ ਜਾਣਗੀਆਂ। ਖੂਹ ਬੰਦ ਕਰਨ ਵਾਲੀਆਂ, ਕਲੀਨਿੰਗ ਵਾਲੀਆਂ ਕੰਪਨੀਆਂ ਨੂੰ ਤੇ ਸੋ ਇਹ ਜਿਹੜਾ ਹੁਣ ਕੰਮ ਮਿਲੇਗਾ ਜਿਨ੍ਹਾਂ ਨੇ ਖੂਹ ਬੰਦ ਕਰਨੇ। ਫੈਡਰਲ ਫੰਡਿੰਗ ਪਹਿਲਾਂ ਹੀ ਹੋਈ ਸੀ, ਪਹਿਲਾਂ ਵੀ ਬਹੁਤ ਜਿਹੜੇ ਨੇ ਤੇਲ ਕੱਢਿਆ ਲੋਕਾਂ ਨੇ ਤੇ ਖੂਹ ਉਸ ਤਰ੍ਹਾਂ ਹੀ ਪਏ ਸੀ, ਉਹਨਾਂ ਨੂੰ ਬੰਦ ਕਰਨ ਦੀ ਗੱਲ ਚੱਲੇਗੀ ਸੀ। ਲਵਾਰਸ ਜਿਵੇਂ ਖੂਹ ਹੁੰਦੇ ਆ। ਇੱਕ ਬਹੁਤ ਕਾਲਾ ਦੌਰ ਜਿਹੜਾ ਹਾਲੇ ਸ਼ੁਰੂ ਨਹੀਂ ਹੋਇਆ, ਸ਼ੁਰੂ ਹੋਣ ਜਾ ਰਿਹਾ ਸਾਹਮਣੇ ਆਪਣੇ, ਤੇ ਇਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਕਿੰਨਾ ਕੁ ਵਰਸ ਹੋਏਗਾ ਇਹ ਰੱਬ ਜਾਣਦਾ। ਸਿਰਫ ਆਪਣੇ ਆਪ ਨੂੰ ਬ੍ਰੇਸ ਕਰਨ ਦਾ ਹੀ ਸਮਾਂ ਕਿ ਆਪਣੇ ਆਪ ਨੂੰ ਸਾਂਭਣ ਦਾ ਸਮਾਂ, ਐਕਟ ਕਰਨ ਦਾ ਸਮਾਂ। ਵੇਖਣ ਦੀ ਨਹੀਂ ਲੋੜ ਵੀ ਜਦ ਬਿਲਕੁਲ ਪਾਣੀ ਦੇਲੀਆਂ ਤੱਕ ਆ ਜਾਵੇ। ਹੁਣ ਐਕਸ਼ਨ ਦੀ ਲੋੜ ਹੈ। ਕਿਸੇ ਨੂੰ ਬਈ ਪਹਿਲਾਂ ਉਹਦਾ ਘਰ ਦੇਖੀਏ ਢਹਿੰਦਾ, ਫਿਰ ਆਪਾਂ ਦੇਖਾਂਗੇ ਆਪਣਾ ਢਹਿੰਦਾ। ਇਸ ਤਰ੍ਹਾਂ ਦਾ ਨਹੀਂ ਮਨ ਸੋਚਣਾ, ਇਹ ਸੋਚਣਾ ਕਿ ਮੈਨੂੰ ਕਿਹੜੀ ਚੀਜ਼ ਫਿੱਟ ਆ ਤੇ ਮੈਂ ਕਿਵੇਂ ਸਰਵਾਈਵ ਕਰਦਾ। ਜੇ ਹੁਣੇ ਹੀ ਗੂਗਲ ਕਰਕੇ ਵੇਖੋ ਨਾ, ਆਇਲ ਟੈਂਕਰ ਵਰਲਡ 'ਚ ਕਿੱਥੇ ਖੜੇ ਆ ਜਿਨ੍ਹਾਂ ਤੋਂ ਤੇਲ ਨਹੀਂ ਲੈ ਰਿਹਾ। ਸਾਰੇ ਦੁਨੀਆ ਦੀਆਂ ਬੰਦਰਗਾਹਾਂ ਦੇ ਵਿੱਚ ਲਾਲ ਡਾਟ ਇਸ ਤਰ੍ਹਾਂ ਨੇ ਜਿਵੇਂ ਟਟਿਆਣੇ ਰਾਤ ਨੂੰ ਉੱਡੇ ਫਿਰਦੇ ਹੁੰਦੇ ਹਨੇਰੀ ਰਾਤ ਦੇ ਵਿੱਚ। ਉਹਦਾ ਕਾਰਨ ਇਹ ਹੈ, ਉਹ ਕਹਿੰਦੇ ਲਾਹੀਏ ਕਿੱਥੇ ਇਹਨਾਂ ਨੂੰ, ਕਿੱਥੇ ਲੈ ਕੇ ਜਾਈਏ। 30-30 ਹਜ਼ਾਰ ਦਿਹਾੜੀ ਦਾ ਖਰਚ ਪੈ ਰਿਹਾ ਟੈਂਕਰਾਂ। ਪਾਣੀ ਦੇ ਵਿੱਚ ਖੜੇ ਮੈਨੂੰ ਲੱਗਦਾ ਇਹ ਲੋਹੇ ਗਲ ਜਾਣਗੇ ਤੇ ਪਤਾ ਨਹੀਂ ਕੀ ਬਣਨਾ ਮੂਹਰੇ। ਜਿਹੜੀਆਂ ਜਿਹਦੇ ਨਾਲ ਬਲੈਕ ਗੋਲਡ ਦੀਆਂ ਗੱਲਾਂ, ਰਸ਼ੀਆ ਜੀ ਲੜ ਰਿਹਾ, ਸਾਊਦੀ ਅਰਬ ਲੜ ਰਿਹਾ ਜੀ ਘਟਾ ਦਈਏ ਤੇਲ ਕਿ ਵਧਾ ਦਈਏ ਤੇਲ। ਜਿਨ੍ਹਾਂ ਦੇ ਸਿਰ ਤੇ ਇਹ ਨੇਸ਼ਨਜ਼ ਸਾਊਦੀ ਅਰਬ ਵਰਗੀਆਂ ਟੱਪ ਰਹੀਆਂ ਸੀ, ਉਹ ਤੇਲ ਦਾ ਖਾਤਮਾ ਹੋ ਗਿਆ। ਕੱਲ ਓਮਾਨ ਦੇ ਵਿੱਚ 7-8 ਸਾਲ ਜਦ ਮੈਂ 91 ਤੋਂ 97 ਤੱਕ ਰਿਹਾ, ਓਮਾਨੀਜੇਸ਼ਨ ਦੀ ਗੱਲ ਜਦ ਵੀ ਸ਼ੁਰੂ ਹੋ ਗਈ ਸੀ ਕਿ ਓਮਾਨੀ ਬੰਦੇ ਰੱਖੋ, ਓਮਾਨੀ ਬੰਦੇ ਰੱਖੋ, ਓਮਾਨੀ ਬੰਦੇ ਰੱਖੋ। ਉਹਨਾਂ ਨੂੰ ਕਿੱਥੇ ਰੱਖਣਾ, ਉਹਨਾਂ ਨੇ ਕੀ ਕੰਮ ਕਰਨਾ ਹੈ। ਘੰਟਾ ਇੱਕ ਉਹ ਸ਼ਬਦ ਚਲਾਉਂਦੇ, ਉਹਦੇ ਬਾਅਦ ਕਹਿੰਦੇ ਵੀ ਅਸੀਂ ਤਾਂ ਚੱਲੇ ਆ ਨਮਾਜ਼ ਕਰਨ। ਨਮਾਜ਼ ਲਈ ਤੁਸੀਂ ਬੋਲ ਨਹੀਂ ਸਕਦੇ। ਨਮਾਜ਼ ਪੌਣੇ ਘੰਟੇ ਬਾਅਦ ਆਉਣਾ। ਕੰਮ ਕਰਦੇ ਨਹੀਂ ਉਹ ਲੋਕ, ਕਿਉਂਕਿ ਸਰਕਾਰਾਂ ਘਰ ਬਣਾ ਦਿੰਦੀਆਂ। ਕਰਦੇ ਕੀ ਨੇ ਉੱਥੇ? ਡਿਵੈਲਪਮੈਂਟ, ਰੂਰਲ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਸਮਝੋ। ਤੁਹਾਨੂੰ ਦੱਸਾਂ ਮੈਂ, ਉਹ ਸਰਕਾਰਾਂ ਨੇ ਬੰਦੇ ਕਿਵੇਂ ਕਾਬੂ ਕੀਤੇ। ਇੱਕ ਏਰੀਆ ਲੈ ਲੈਣਾ, ਜਿਵੇਂ ਸਰੀ ਦਾ ਇੱਕ ਏਰੀਆ ਨਿਊਟਨ ਦਾ ਏਰੀਆ ਹੋ ਗਿਆ। ਨਿਊਟਨ ਦਾ ਏਰੀਆ ਉਹਨਾਂ ਨੇ ਕਿਹਾ ਇਹਨੂੰ ਡਿਵੈਲਪ ਕਰਨਾ ਹੈ। ਡਿਵੈਲਪ ਕੀ ਕਰਨਾ? ਉੱਥੇ ਜਿਹੜੇ ਘਰ ਨੇ, ਘਰਾਂ ਦੇ ਆਲੇ ਦੁਆਲੇ ਅੱਧੀਆਂ ਕੰਧਾਂ ਬਾਹਰ ਰੇਤੇ ਨਾਲ, ਰੇਤਾ ਜਦ ਹਵਾ 'ਚ ਉੱਡਦਾ, ਕੁਛ ਨਹੀਂ, ਕੋਈ ਸੜਕ ਨਹੀਂ,
बस वो एरिए दे विच स्कूल बना देने ने, बाजार बना देने ने, मस्जिद बना देनी है, सड़क बना देनी है, सीवेज ट्रीटमेंट प्लांट बना देने, दरख्त ला देने ने, घर जिहड़े ने बाहरों वो लिप देने ने, अंदरों घर जिवें मर्जी वो रह रहे। इस तरह डिवेलप करते गए शहरों के नाल, जिथे राजे दे महल सी पानी दे नाल नाल टूवर्ड्स दुबई, इस तरह ही होंदे रहे, बड़े प्रोजेक्ट जिहड़े बनते रहे ते उत्थे ही सारा कुछ कीता। वो जिहड़ा एग्रीकल्चर उत्थे ग्रीनरी जिहड़ी सरदार शीना जिहड़े इंजीनियर शीना ने आके उत्थे सब तो पहला एक पंजाबी सिख ने आके ग्रीनरी भी इत्थे कोई दरख्त हो सकता, उन्होंने वो शुरू किया। उत्थे आ खिमजी रामदास गुजराती एक खोजा परिवार जिहड़े अफ्रीका नूं जंजीवार दे एरिए च बेड़े लैके आउंदे कच्छ चों, वो गुजरात दे उधरों जद तुरदे ਤਾਂ इस भारत दे हिंद महासागर दे विचों आके वो बेड़ियां थल दे आके जड़ियां अपने मस्कट दी बंदरगाह ते फिर अगे चलते। इसे गरीबी दे विचों मस्कट दे लोग दिहाड़ियां करन जंजीबार च गए, तंजानिया च गए। जंजीबार एक छोटा जिहा टापू आ तंजानिया दे नेड़े ते बहुत हसीन सुनखे लोग ने उत्थे, ते उत्थे लौंग हुंदे आ दुनिया तो वध लौंगां दी खेती हुंदी है, लौंग मुश्कदे आ उत्थे। उत्थे वो नौकरी करते रहे, नौकरी करते उत्थे जंजीबार जनानियां नाल उन्हां दे विआह हो गए। उन्हां दे विचों पढ़ी लिखी कौम पहला मुड़ के आई मस्कट दे विच, जिन्हां नूं जंजीबारी कहा जांदा। सहेली बोलदे आ, अरबी नहीं बोलते, घट बोलते अरबी, सहेली बोलते। बलोचिस्तान दे बलोची लोग उत्थे आए जिहड़े हिंदी बोलते, पठान जिहड़े यूसुफ जाई ते खेल जिहड़े ने जिन्हां दे मोरां ते डांगा जाके नलवे ने सिट्टियां, यूसुफ जाई ते खेल। क्योंकि बलोचिस्तान दा एरिया जिहड़ी गवादर जिहड़ी बंदरगाह है, किसी समय मस्कट का हिस्सा होंदी सी, जिहड़ी बलोचिस्तान उन्हें बेची है, जिथे आके हुण वन बेल्ट वन रोड जिहड़ी वड्डी बंदरगाह बलोचिस्तान दी, जिथे आके चीन बहिंदा हुण, जिथे आके उसने दुनिया नूं उस खित्ते दे विचों जिहड़ा गां श्रीलंका बहुत वड्डी पोर्ट बनाई है। सो गवादर कदे हिस्सा सी मस्कट का। सो ये सहेली लोग आए ते उस तो बाद सुल्तान कबूस आया। सुल्तान कबूस जिहड़ा मर गया पिछले दिनी, वो इंग्लैंड दे विच जवान पल के आया, उन्हें अपना प्यो गद्दियों लाया। फिर 1975 दे विच मस्कट दी ओमान दी तरक्की शुरू हुई। उन्हें समझौते कीते इंग्लैंड दे नाल, यूके दे नाल। यूके दी पुलिस वर्गी वर्दी है उत्थे दे लोकां दी, बिल्कुल खोतियां ते रहिंदे वो लोग। कदे किते उन्हां दा प्यो सुल्तान कबूस बिन सायद अल सैद सी जिहड़ा, वो रहन ना दिंदा। महीने तो बाद चक्को झोपड़ी अगे, ते उहदे बाद नंगे पैरी खुरपियां तो डबल चौड़े, कईयां वर्गे चौड़े पैर मैं उत्थे वेखे लोकां दे कंदरां च तुरे फिरदे, जिन्हां दे पोतां च भजा के गड्डियां समुंदर च नूं। सुल्तान कबूस आया 75 दे विच। ਵੱਡੀਆਂ ਕੰਪਨੀਆਂ ਉੱਥੇ ਗਈਆਂ ਇੰਗਲੈਂਡ ਦੀਆਂ, ਵਿੰਪੀ ਅਲਾਵੀ ਤੇ ਜੇਪੀ ਵਗੈਰਾ, ਸਟਾਰਬੈਕ ਜਰਮਨੀ ਦੀ, ਜਿਨ੍ਹਾਂ ਨੇ ਜਿਹੜਾ ਉਹ ਬਿਲਡ ਕਰਨਾ ਸ਼ੁਰੂ ਕੀਤਾ ਦੇਸ਼। ਹਾਈਵੇ ਤੋਂ ਲੈ ਕੇ ਸਲਾਲਾ ਪੋਰਟ ਤੋਂ ਮਸਕਟ ਪੋਰਟ ਤੇ ਸੀਬ ਇੰਟਰਨੈਸ਼ਨਲ 에ਅਰਪੋਰਟ, ਜਿਹਦੇ ਤੇ ਮਹਿੰਦਰ ਸਿੰਘ ਗਰੇਵਾਲ ਹੋਰਾਂ ਨੇ, ਸੱਜਣ ਸਿੰਘ ਗਰੇਵਾਲ ਇੱਥੇ ਭਾਈ ਨੇ ਸਾਡੇ, ਉਹਨਾਂ ਨੇ ਲੈਬੋਰਟਰੀ ਟੈਕਨੀਸ਼ੀਅਨ ਦੇ ਤੌਰ ਤੇ ਕੰਮ ਕੀਤਾ। ਸਟਾਰਬੈਕ ਨੇ ਉੱਥੇ ਦੇ ਹਾਈਵੇ ਬਣਾਏ, ਰਨਵੇ ਬਣਾਏ, एक्सपेंशन ते कंट्रैक्शन का प्रोजेक्ट भी किवें फट जाते ने, हाईवे अपना गर्मी इन्नी सी, रनवे फट जाते। उहदे ते फिर महेंद्र सिंह गरेवाल ने ढैपी वाले ने दस्सिया, कहंदा इहदे थर्मोकोल ला दो, बाहरले बन्ने एक्सपेंशन ज्वाइंट बनाओ, थोतों नहीं होना। दे MSc BSc पढ़ियां हुई इउं उत्थे मोर्चे गड्डे जाके ते तरक्की वो देश की होण लगी। मैं तुहानूं दसदा भी दुनिया दे विच हालात किवें बदल रहे। सड़के उत्थे चामन मुंडियां दे साडियां दे 52 डिग्री च 100 डिग्री सैल्सियस दी लुक पाउणी ते बाहर काम करना, सिर दे विचों पानी चोया थल्ले बूटां च जा वड़दा। उहदे बाद वो देश बन गया। जवाक उत्थे दे फ्री दुनिया च पढ़न लगे, दुनिया दे विचों पढ़ के मुड़न लगे, चिट्टे कंदूरे पैण गए, अतर फलेल ला के ते वड्डियां मौलां बन गईयां, वैस्टनाइज हुंदे गए। हुण वो कहंदे कल कहते निकल जाओ इत्थों सारे। स्टेट जिहड़ियां स्टेट दियां जिहड़ियां जिन्नियां भी गवर्नमेंट जॉब्स ने उत्थे तां पहले ही घट ने। प्राइवेट वालियां नूं कहदा मानीजेशन, बंदियां नूं बाहरलियां नूं 2 महीने च डक्कर दिओ, इत्थों इत्थे नहीं चाहिए सानूं बंदे। सुल्तान नवां बन गया,
ਉਹਦੇ ਚਾਚੇ ਦਾ ਪੁੱਤ ਬਣ ਗਿਆ, ਕਬੂਸ ਕੱਲਾ ਹੀ ਸੀ, ਗਾਹਾਂ ਜਵਾਕ ਜੱਲਾ ਹੈ ਨਹੀਂ ਸੀ, ਤੇ ਉਹ ਜਨਰਸ ਸੀ ਬਹੁਤ। ਇਹ ਦੂਜਾ ਜਿਹੜਾ ਹੈ ਇਹ ਕਹਿੰਦਾ ਚੱਕ ਲਓ। ਹੁਣ ਹੈ ਕੀ ਉਹਦੇ ਚ ਕਾਰਨ ਕੀ ਹੈ? ਇਹ ਅਮਾਨੀ ਲੋਕ ਕੰਮ ਨਹੀਂ ਕਰਦੇ, ਅਮਾਨੀ ਲੋਕਾਂ ਨੂੰ ਬੈਠਿਆਂ ਨੂੰ ਸਰਕਾਰ ਖਿਲਾਉਂਦੀ ਸੀ। ਹੁਣ ਕਹਿੰਦੇ ਕਿੱਥੋਂ ਖਿਲਾਈਏ, ਤੇਲ ਮੁੱਕ ਚੱਲਿਆ, ਤੇਲ ਵਿਕਣਾ ਨਹੀਂ, ਚਲੋ ਕੰਮਾਂ ਤੇ। ਇਹ ਕੱਲ ਦੀ ਵੱਡੀ ਖਬਰ ਹੈ। ਇਸ ਤਰ੍ਹਾਂ ਦੁਨੀਆ ਨੇ ਬਦਲਣਾ ਹੁਣ ਇਹਦੇ COVID-19 ਤੋਂ ਬਾਅਦ। ਮੈਂ ਜਿਹੜਾ ਦੱਸਣ ਦਾ ਤੁਹਾਨੂੰ ਕੋਸ਼ਿਸ਼ ਕਰ ਰਿਹਾ, ਇਹ ਦੁਨੀਆ ਬਦਲੇਗੀ। ਇਹ ਜਿਹੜੀ ਇਮੀਗ੍ਰੇਸ਼ਨ ਜੀ, ਇਹ ਜੀ ਆਹ ਜੀ ਤੇ LMI ਹੈ ਜੀ, 40,000 ਦੇ ਵਿਕਣਗੇ ਜੀ, 30 ਵਜੇ ਸਟੂਡੈਂਟ ਆਣ। ਜਵਾਕਾਂ ਨੇ ਕੱਲ ਕੌਂਸਲਰ ਜਨਰਲ ਇੰਡੀਆ ਦੇ ਨੂੰ, ਸਾਡੇ ਵਿਦਿਆਰਥੀ ਇੰਡੀਆ ਤੋਂ ਆਏ, ਪੱਤਰ ਲਿਖ ਕੇ ਦਿੱਤਾ ਵੀ ਸਾਨੂੰ ਸਾਡੇ ਦੇਸ਼ ਨੂੰ ਭੇਜੋ, ਅਸੀਂ ਨਹੀਂ ਪੜ੍ਹਨਾ ਇੱਥੇ, ਸਾਨੂੰ ਸਾਡੇ ਮਾਪੇ ਯਾਦ ਆਉਂਦੇ ਆ। ਮਾਪੇ ਕਹਿੰਦੇ ਸਾਡੇ ਧੀ ਪੁੱਤ ਕੋਲ ਆਉਣ, ਉਹ ਕਹਿੰਦੇ ਇਕੱਠੇ ਹੋਵੋ, ਏਅਰ ਇੰਡੀਆ ਦਾ ਜਹਾਜ਼ ਤੁਹਾਨੂੰ ਲੈ ਜਾਏਗਾ। ਸੋ ਇਹ ਇੱਕ ਬਹੁਤ, ਜੇ ਤੁਸੀਂ ਕਹੋਗੇ ਵੀ ਇਹ ਚੇਂਜ ਹੋ ਜੂ ਵਕਤ ਤੋਂ ਬਾਅਦ, ਸਤੰਬਰ 11 ਤੋਂ ਬਾਅਦ ਜਿਹੜੀਆਂ ਬੈਲਟਾਂ ਲਾ ਕੇ ਵਿੱਚ ਦੀ ਲੰਘਦੇ ਆ, ਹਲੇ ਤੱਕ ਬੈਲਟਾਂ ਲੋਕ ਲਾਉਂਦੇ ਆ, ਕੁਛ ਨਹੀਂ ਬਦਲਣ ਵਾਲਾ ਇਹਦੇ ਚ। ਸੋ ਪਿੱਛੇ ਘਰ-ਬਾਰ ਨੂੰ ਕਲੀ ਕੂਚਾ ਕਰਵਾ ਕੇ ਰੱਖਿਆ ਕਰੋ, ਕੁਝ ਨਹੀਂ ਪਤਾ ਕਿੱਧਰ ਨੂੰ ਕਹਾਣੀ ਹੋ ਰਹੀ ਹੈ। ਫਿਰ ਵੀ ਪ੍ਰਾਇਓਰਟੀਜ਼ ਜਿਹੜੀਆਂ, ਹੁਣ ਮੈਂ ਯਾਦ ਕਰ ਰਿਹਾ ਸਾਂ ਆਪਣੇ 7 ਸਾਲਾਂ ਨੂੰ ਵੀ ਕਿਹੜੇ ਪ੍ਰੋਜੈਕਟ ਵੱਡੇ ਅਸੀਂ ਬਣਾ ਕੇ ਆਏ ਉੱਥੇ, ਜਿਨ੍ਹਾਂ ਨਾਲ ਉਹ ਸ਼ਹਿਰਾਂ ਦੇ ਸ਼ਹਿਰ ਚੱਲਦੇ ਨੇ। ਉਹ ਸੁਹਾਰ ਜੀ, ਉਹ ਰਸਾਕ ਜੀ, ਉਹ ਸਲਾਲਾ ਜੀ, ਯਮਨ ਦੇ ਬਾਰਡਰ ਤੇ ਰੋਡ ਇੱਕ ਸਲਾਲੇ ਤੋਂ ਬਣਾਈ ਜਿੱਥੇ ਗੋਲੀਆਂ ਵਰਦੀਆਂ। ਇਹ ਉਹ ਇੱਕ ਸਰਫਿਟ ਰੋਡ, ਉਹਨੂੰ ਪ੍ਰੋਜੈਕਟ ਕਹਿੰਦੇ ਯਮਨ ਤੇ ਓਮਾਨ ਦੇ ਬਾਰਡਰ, ਜੇ ਸਰਫਿਟ ਰੋਡ ਪ੍ਰੋਜੈਕਟ ਗੂਗਲ ਕਰੋਗੇ, ਸਲਾਲਾ ਤੋਂ ਉੱਪਰਲੇ ਬੰਨੇ, ਉਹ ਲਾਸਟ ਪ੍ਰੋਜੈਕਟ ਸੀ ਜਿਹੜਾ ਮੈਂ ਕਰਕੇ ਆਇਆ। ਮੇਰਾ ਮਤਲਬ ਕਹਿਣ ਦਾ, ਜ਼ਿੰਦਗੀ ਉੱਥੇ ਗਾਲਤੀ। ਤੇ ਉਹਨਾਂ ਨੇ ਹੁਣ ਜਿਹੜੇ ਉੱਥੇ ਪਰਿਵਾਰ ਬੈਠੇ ਸੀ, ਜਿਹੜੇ 30 ਸਾਲਾਂ ਦੇ ਨੇ, ਚੱਕ ਕਹਿੰਦੇ ਚਲੋ ਸਮਾਨ। ਈਦੀ ਅਮੀਨ ਯਾਦ ਆ ਗਿਆ, ਟੱਕਰੇ ਸੀ, ਉਹਨੇ ਕਹਿੰਦੇ ਵੀ ਚਲੋ ਚੱਕੋ ਇੱਥੋਂ ਸਮਾਨ। ਹੁਣ ਉਹਨੇ ਅਮਾਨੀਜੇਸ਼ਨ ਦਾ ਨਾਰਾ ਲਾਇਆ, ਉਹ ਕਹਿੰਦਾ ਵੀ ਅਸੀਂ ਕਰੀਏ ਕੀ? 25-30% ਉੱਥੇ ਦੀ ਕੁੱਲ ਵਸੋਂ ਦਾ ਲੋਕ ਬਾਹਰ ਨੇ, ਐਕਸਪੈਟਰੀਏਟਸ ਕਹਿਣ ਲੱਗ ਗਏ ਰਾਤੋਂ ਰਾਤ। ਇਸ ਤਰ੍ਹਾਂ ਬਦਲਾਅ ਆਉਣਾ ਤਾਂ ਸਮਝਣ ਦੀ ਲੋੜ ਹੈ। ਹੁਣ ਉੱਥੇ 7 ਤੋਂ 8 ਲੱਖ ਭਾਰਤੀ ਹੈ। 8 ਲੱਖ ਭਾਰਤੀ ਨੇ ਜਦ ਸਮਾਨ ਬਣਾ ਕੇ ਉਹਨਾਂ ਨੇ 5-7 ਮਹੀਨੇ 'ਚ ਉੱਥੋਂ ਤੋਰਨਾ ਹੈ, ਤੁਰੇ ਜਾਣਾ ਆਪੇ ਜਦ ਕੰਮ ਬੰਦ ਨੇ। ਉਧਰੋਂ ਉਹਨੇ ਅਮਾਨੀਜੇਸ਼ਨ ਦਾ ਨਾਰਾ ਲਾਤਾ, ਉਹ 8 ਲੱਖ ਬੰਦਾ ਜਦ ਭਾਰਤ ਜਾਊਗਾ, ਹਾਲ ਕੀ ਹੋਏਗਾ? ਇਹ ਇੱਕ ਦੇਸ਼ ਦੀ ਗੱਲ ਕਰਦਾ, ਉਹ ਬਹੁਤ ਲਿਬਰਲ ਦੇਸ਼ ਹੈ ਉਸ ਏਰੀਏ ਦੇ ਵਿੱਚ। ਦੁਬਈ ਉਦੋਂ ਲਿਬਰ ਹੈ। ਜੇ ਹਲੇ ਕੁਵੈਤ, ਸਾਊਦੀ ਅਰਬ, ਦੋਹਾ, ਕਤਰ ਦੀ ਗੱਲ ਕਰਾਂ ਤੇ ਬਹਿਰੀਨ ਦੀ, ਤਾਂ ਕੱਖ ਵੀ ਨਹੀਂ। ਸਾਊਦੀ ਅਰਬ 'ਚ ਜਿੱਦਣ ਸ਼ਮਕਾਂ ਫੇਰਨੀਆਂ ਨੇ, ਇੱਥੇ ਅਮਾਨ 'ਚ ਵੀ ਕਰਦੇ ਸੀ। ਜਿੱਦਣ ਖਾਰਜੀ ਕਹਿ ਕੇ, ਵਤਨੀ ਤੇ ਖਾਰਜੀ 2 ਸ਼ਬਦ ਨੇ। ਪਰਦੇਸੀ ਨੂੰ ਖਾਰਜੀ ਕਹਿੰਦੇ ਨੇ, ਖਾਰਗੀ ਵੀ ਕਹਿੰਦੇ ਨੇ, ਤੇ ਵਤਨੀ ਅਸੀਂ ਵਤਨ ਵਾਲੇ। ਤੇ ਫਿਰ ਧਰਮ ਤੇ ਮੁਸਲਮਾਨ ਤੇ ਕਾਫਰ, ਇਹ 2 ਸ਼ਬਦ ਨੇ ਉਹਨਾਂ ਦੇ। ਨੌਨ ਮੁਸਲਮਾਨ ਨੂੰ ਓਬਵੀਅਸਲੀ ਕਾਫਰ ਕਹਿੰਦੇ ਨੇ, ਉਹ ਮਾੜਾ ਸ਼ਬਦ ਨਹੀਂ, ਜਿਵੇਂ ਨੌਨ ਸਿੱਖ ਨੂੰ ਆਪਾਂ ਕੋਈ ਸ਼ਬਦ ਕਹਿ ਦਈਏ, ਪਰ ਉਹ ਚੋਂ ਕਾਫਰ ਕਹਿੰਦੇ। ਚਿੱਟਿਆਂ ਕੰਦੂਰਿਆਂ ਤੇ ਜਿਹੜਾ ਉਹਨਾਂ ਦੇ ਗੌਨ ਨੇ, ਕੰਦੂਰੇ ਕਹਿੰਦੇ ਆ ਉਹਨਾਂ ਨੂੰ ਉੱਥੇ ਤੱਕ ਜੇ ਕੰਮ ਕਰਨ ਵਾਲੀਆਂ ਸ਼੍ਰੀਲੰਕਾ ਦੀਆਂ, ਸਾਊਥ ਦੀਆਂ, ਰੋਟੀ ਪਾਣੀ ਲਾਉਣ ਵਾਲੀਆਂ, ਗੱਡੀਆਂ ਚਲਾਉਣ ਵਾਲੇ ਮੁੰਡੇ, ਕੰਮ ਕਰਨ ਵਾਲੇ ਸਾਡੇ ਮੁੰਡੇ, ਹੁਣ ਉਹ ਕਹਿੰਦੇ ਜਲਾ ਰਹੇ ਵਤਨ ਵਾਲੇ ਤੇ ਚੱਲ ਆਪਣੇ ਪਿੰਡ ਨੂੰ। ਵਪਾਰਕ ਸੰਦੇਸ਼, ਬਦਲਦੀ ਦੁਨੀਆ ਨਾਲ ਬਦਲਣਾ ਪੈਣਾ ਮਿੱਤਰੋ। ਦਿਮਾਗ ਸੋਚਣ ਲਈ ਹੁਣ ਤੁਹਾਨੂੰ ਮਜਬੂਰ ਹੋਣਾ ਪੈਣਾ ਕਿ ਗੱਲ ਹੋਣੀ ਕੀ ਹੈ ਗਾਂ। ਕਾਰੋਬਾਰੀ ਬਾਈ ਜੀ ਢੇਸਾ ਸਾਹਿਬ ਕਹਿੰਦੇ ਨੈਗੇਟਿਵ ਇੰਨਾ ਕਿਉਂ ਕਰਤਾ? ਮੈਂ ਕਿਹਾ ਨੈਗੇਟਿਵ ਨਹੀਂ, ਗੱਲ ਮੇਰੀ ਸਹੀ ਮੈਂ ਕਰ ਰਿਹਾ ਵੀ ਮੈਂ ਜਿਹੜੇ ਉੱਥੇ ਦੇ ਹਾਲਾਤ ਦੀ ਗੱਲ ਕਰ ਰਿਹਾ, ਮੈਂ ਮਸਕਟ ਦੀ, ਮੈਂ ਇੱਥੇ ਦੀ ਗੱਲ ਨਹੀਂ ਕਰ ਰਿਹਾ। ਜਿਹੜੀ ਜਗ੍ਹਾ ਅਸੀਂ ਬੈਠੇ ਹਾਂ, ਮੈਂ ਤਾਂ ਉੱਥੇ ਦੀ ਗੱਲ ਕੀਤੀ ਜਿੱਥੇ ਪਰਦੇਸੀ ਹੋ ਕੇ ਦਿਹਾੜੀਆਂ ਲਾਈਆਂ 7 ਸਾਲ, ਵੀ ਅਗਲੇ ਦੇ ਝੱਗਾ ਚੁਕਾਉਣ ਲਈ ਕਿਵੇਂ ਉੱਥੇ, ਮਤਲਬ ਮੈਂ ਉੱਥੇ ਦੀ ਗੱਲ ਕਰ ਰਿਹਾ, ਦੇਸ਼ਾਂ ਦੀ ਨਹੀਂ ਆਪਾਂ ਗੱਲ ਕਰ ਰਿਹਾ। ਮੈਂ ਜਿੱਥੇ ਆਪਾਂ ਬੈਠੇ ਹਾਂ, ਮੈਂ ਤਾਂ ਗੱਲ ਕਰ ਰਿਹਾ ਵੀ ਦੁਨੀਆ ਕਿਵੇਂ ਬਦਲ ਰਹੀ। ਕਿਉਂ ਨਹੀਂ ਹੈ ਇੱਥੇ ਵੀ ਚੁੱਲ੍ਹਾ ਟੈਕਸ ਮਾਫ ਹੋ ਜਾਣਾ? ਅਸੀਂ ਬਹੁਤ ਸੁਰੱਖਿਅਤ ਦੇਸ਼ 'ਚ ਹਾਂ ਜਿੱਥੇ 3.5 ਕਰੋੜ ਟੋਟਲ ਵਸੋਂ ਆ, ਅਸੀਂ ਸਿਟੀਜ਼ਨ ਆ। ਇੱਥੇ ਉਹੋ ਜਿਹਾ ਗੰਦ ਨਹੀਂ ਹੈ ਜਿਹੜਾ ਦੁਨੀਆ ਦੇ ਵਿੱਚ ਗੰਦ ਹੈ। ਯੂਰਪ ਦੇ ਵਿੱਚ ਹੰਗਰੀ ਵਾਲੇ ਅੱਖਾਂ ਕੱਢਦੇ ਆ, ਜਰਮਨੀ ਵਾਲੇ ਅੱਖਾਂ ਕੱਢਣ ਲੱਗ ਗਏ। ਜਿੱਥੇ ਰਾਈਟ ਵਿੰਗ ਆਈਡੀਓਲੋਜੀ ਹੈ, ਉੱਥੇ ਕਿਵੇਂ ਰਹਿਣਗੇ ਲੋਕ? ਅਸੀਂ ਇੱਥੇ ਤਾਂ ਕਹਾਣੀ ਕੋਈ ਨਹੀਂ। ਇੱਥੇ ਅਸੀਂ ਦੂਜੇ ਗੇਅਰ 'ਚ ਵੀ ਆ ਨਾ। ਸਾਨੂੰ ਇਉਂ ਨਹੀਂ ਵੀ ਸਾਨੂੰ ਕੌਣ ਅੱਖਾਂ ਕੱਢ ਜੂ। ਇੱਥੇ ਇਹ ਦੇਸ਼ ਹੋਰ ਹੈ, ਇਹ ਬਹੁਤ ਅਲੱਗ ਦੇਸ਼ ਹੈ। ਮੈਂ ਇੱਥੇ ਦੀ ਨਹੀਂ, ਮੈਂ ਗੱਲ ਉੱਥੇ ਦੀ ਕਰ ਰਿਹਾ ਜਿੱਥੇ ਧਰਮ ਦੇ ਨਾਂ ਤੇ ਲੋਕ ਛਾਂਟੇ ਮਾਰਨ ਲੱਗ ਜਾਂਦੇ। ਮੈਂ ਮਸਕਟ ਦੀ ਗੱਲ ਕਰ ਰਿਹਾ ਸੀ, ਇੱਥੇ ਦੀ ਗੱਲ ਨਹੀਂ ਸੀ ਕਰ ਰਿਹਾ ਵੀ ਉੱਥੇ ਰਹਿੰਦੇ ਬੰਦੇ 25-25 ਸਾਲਾਂ ਦੇ ਬਿਸਤਰਾ ਕਿਵੇਂ ਬਣਾ ਦਿੱਤਾ ਲੋਕਾਂ ਦਾ। ਸਰ ਜਸਵਿੰਦਰ ਸਿੰਘ ਜੀ, ਲਾਈਨ ਨੰਬਰ 2।
ਹਾਂਜੀ ਗੱਲ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਦੁਬਈ ਅਰਬ ਕੰਟਰੀ ਦੁਆਰਾ ਯਾਦ ਕਰਤੀ ਤੁਸੀਂ ਸਾਰੇ ਤੱਕ। ਮੈਂ ਤਕਰੀਬਨ 17 ਸਾਲ ਉੱਧਰ ਹੀ ਰਹਿ ਕੇ ਆਇਆ, 5 ਸਾਲ ਹੀ ਹੋਏ ਇੱਥੇ ਆਇਆ ਨੂੰ ਹਜੇ। ਤਕਰੀਬਨ ਇਹ ਜਿਹੜੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ ਬਿਲਕੁਲ ਸੱਚ ਹੈ ਜੀ। ਸਾਰਾ ਅਸੀਂ ਹੰਢਾਇਆ ਇਹ ਸਾਰਾ ਕੁਛ ਆਪਣੇ ਪਿੰਡ ਦੇ, ਜੋ ਕੁਛ ਅਸੀਂ ਦੇਖਿਆ ਉੱਥੇ। ਤੁਹਾਨੂੰ ਪਤਾ ਹੋਣਾ ਕਿ ਜਿਸ ਟਾਈਮ ਬਾਬਰੀ ਮਸਜਿਦ ਤੇ ਹਮਲਾ ਕੀਤਾ ਸੀ ਉਸ ਵਕਤ ਵੀ ਇੱਥੇ ਬਹੁਤ ਜ਼ਿਆਦਾ ਇਹਨਾਂ ਨੂੰ ਹੋਇਆ ਸੀਗਾ ਕਿ ਜ਼ਿਆਦਾ ਕਰਕੇ ਪਠਾਨ ਜਿਹੜੇ ਸੀ ਉਹਨਾਂ ਨੇ ਬਹੁਤ ਹਮਲੇ ਕੀਤੇ ਸੀ ਆਪਣੇ ਉੱਥੇ, ਪਰ ਫਿਰ ਵੀ ਇਹਨਾਂ ਨੇ ਕੰਟਰੋਲ ਕਰ ਲਿਆ ਸੀ ਉੱਥੇ। ਪਰ ਆ ਜਿਹੜਾ ਹੁਣ ਇਹਨਾਂ ਨੇ ਆਰਡਰ ਕੀਤੇ ਆ ਨਾ ਵੀ ਮਤਲਬ ਅਸੀਂ ਇੱਥੋਂ ਕੱਢ ਦੇਣੇ ਆ ਭਾਰਤੀ, ਉਹਦੇ ਪਿੱਛੇ ਰੀਜਨ ਆ ਜੀ। ਉਹਦੇ ਪਿੱਛੇ 5000 ਦੇ ਰਾਉਂਡ ਜਿਹੜੀ ਕਿ ਆਈਡੀਆਂ ਡਿਲੀਟ ਕੀਤੀਆਂ 21 ਦਿਨ ਦੇ ਵਿੱਚ ਹੀ ਭਾਰਤੀ ਸਿਸਟਮ ਦੇ ਵਿੱਚੋਂ, ਕਿ ਜਿਹਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦੇ ਖਿਲਾਫ ਬੋਲਿਆ ਗਿਆ। ਜਿੱਦਣ ਉਹਨਾਂ ਨੇ ਇਹ ਕਿਹਾ ਨਾ ਉਦੋਂ ਡਿਲੀਟ ਕੀਤੀਆਂ ਗਈਆਂ, ਜਿੱਦਾਂ ਐਲਾਨ ਕੀਤਾ ਉਹਨਾਂ ਨੇ ਵੀ ਅਸੀਂ 8 ਲੱਖ 80 ਲੱਖ ਬੰਦਾ ਇੱਥੇ ਦਾ ਕੱਢ ਦੇਣਾ ਸਾਰੇ। ਇਹ ਰੀਜਨ ਹੁੰਦੇ ਆ, ਇਹ ਉਦਾਂ ਨਹੀਂ ਚਲੋ ਜਿੰਨਾ ਚਿਰ ਮਰਜ਼ੀ ਉਹ ਕੰਮ ਕਰੀ ਜਾਂਦੇ ਆ। ਹੁਣ ਦੇਖੋ ਸਾਡੇ ਨਾਲ ਅਮਾਨੀ ਰਹੇ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਗੋਰਾ ਸਾਡੇ ਨਾਲ ਇੱਕ ਹੁੰਦਾ ਸੀ ਇੰਜੀਨੀਅਰ, ਉਹਨਾਂ ਨੇ ਆਪਣੀ ਗੱਲ ਕਰਨੀ ਵੀ ਦੇਖੋ ਇਹ ਜਾਂਦੇ ਆ ਟ੍ਰਿਪ ਲੈ ਕੇ ਪਰ ਇਹ ਸੌਂ ਜਾਂਦੇ ਆ 9 ਵਜੇ ਸੌਂ ਜਾਂਦੇ ਆ ਰਾਤੀ। ਬਿਲਕੁਲ ਗੱਲ ਤੁਹਾਡੀ ਠੀਕ ਆ, ਸਾਰੀ ਰਾਤ ਉਹਨਾਂ ਜਾਗਦੇ ਰਹਿਣਾ, ਕੰਮ ਉਹਨਾਂ ਨੇ ਕਰਨਾ ਕੋਈ ਨਹੀਂ। ਉਹਨਾਂ ਕਹਿੰਦਾ, ਉਹ ਗੋਰੇ ਨੇ ਕਹਿਣਾ ਵੀ ਤੁਸੀਂ ਕੰਮ ਕਰੋ, ਜਿੱਦਣ ਇਹ ਚੁੱਪ ਰਹੋ, ਕਹਿੰਦੇ ਵੀ ਜਿੱਦਣ ਇਹ ਜਾਗ ਗਿਆ ਫਿਰ ਤੁਸੀਂ ਨਹੀਂ ਇੱਥੇ ਰਹਿੰਦੇ, ਇਹਨਾਂ ਨੂੰ ਸੁੱਤੇ ਹੀ ਰਹਿਣ ਦਿਓ। ਇਹ ਜਿਹੜੀ ਕਿ ਬਹੁਤ ਵਧੀਆ ਜਿਹੜੀ ਕਿ ਉਹਨਾਂ ਦੀ ਇੱਕ ਸੋਚ ਸੀ, ਜਿਹੜਾ ਕਿ ਉਹਨਾਂ ਦੇ ਸਿਸਟਮ ਹੈ, ਪਰ ਨਹੀਂ ਕਰਦੇ। ਪ੍ਰੋਬਲਮ ਇਹ ਹੈ ਵੀ ਅਸੀਂ ਆਪ ਖੁਦ ਬਹੁਤ ਵੱਡੀਆਂ ਪ੍ਰੋਬਲਮਾਂ ਖੜੀਆਂ ਕਰਦੇ ਹਾਂ ਉੱਥੇ ਉਹਨਾਂ ਦੇ ਕੱਢਣ ਦੇ ਰੀਜਨ ਵਾਸਤੇ ਜੀ। ਥੈਂਕ ਯੂ, ਧੰਨਵਾਦ ਜੀ ਬਹੁਤ ਬਹੁਤ। ਖੈਰ ਉਹ ਤਾਂ ਜਿਹੜੀ ਬਾਬਰੀ ਮਸਜਿਦ ਕਦੀ ਢਹੀ ਆ, ਲੋਕ ਰਹੀ ਜਾਂਦੇ ਸੀ, ਪਰ ਹੁਣ ਫਰਕ ਜਸਵਿੰਦਰ ਸਿੰਘ ਜੀ ਉੱਥੇ ਇਹ ਪੈਣਾ ਜਦ ਕੰਮ ਘਟਣੇ ਨੇ। ਕੰਮ ਘਟਣ ਤੋਂ ਬਾਅਦ ਅੱਗੇ ਔਖਾ ਹੋਣਾ। ਥੈਂਕ ਯੂ ਸਰ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 3। ਪ੍ਰਭਜੋਤਪਾਲ ਸਿੰਘ ਜੀ, ਸੋ ਗੱਲ ਮੈਂ ਬਦਲਦੇ ਹਾਲਾਤਾਂ ਦੀ ਕਰ ਰਿਹਾ। ਹੁਣ ਰਸ਼ੀਆ ਦੀ ਅੱਜ ਜਿਹੜੀ ਖਬਰ ਆ ਰਹੀ ਹੈ, ਰਸ਼ੀਆ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਆ। ਉਹਨਾਂ ਦੇ ਆਇਲ ਇੱਕ ਫੀਲਡ ਦੇ ਏਰੀਏ 'ਚ 10,000 ਬੰਦਾ ਜਿਹੜਾ ਇਕੱਠਾ ਜਿਹੜਾ ਉਹ ਪੋਜ਼ਿਟਿਵ ਪਾਏਗਾ। ਗੱਲ ਇਹ ਹੈ ਜਿਹੜੇ ਇਹ ਲੋਕ ਕਿਸੇ ਦੀ ਸੁਣਨ ਵਾਲੇ ਦੀ ਨਾ ਹੈ। ਹੁਣ ਪੁੱਤਰ ਨੂੰ ਤੁਰਦਾ ਵੇਖਿਓ ਤੁਸੀਂ, ਉਹ ਕਹਿੰਦਾ ਵੀ ਨਾ ਮੇਰੇ ਤੋਂ ਬਿਨਾਂ ਕੋਈ ਜੰਮੇ ਹੀ ਨਹੀਂ ਦੁਨੀਆ 'ਚ। ਮੈਂ ਫਾਈਟਰ ਜਹਾਜ਼ ਵੀ ਚਲਾਉਣੇ ਨੇ, ਮੈਂ ਸ਼ੂਟਿੰਗ ਵੀ ਕਰਨੀ ਹੈ, ਮੈਂ ਡਾਈਵਿੰਗ ਵੀ ਕਰਨੀ ਹੈ, ਮੈਂ ਸ਼ੇਰਾਂ ਨਾਲ ਵੀ ਖੇਲਣਾ। ਹੁਣ 37 ਤੱਕ ਆਉਣ ਵਾਲੇ 17 ਸਾਲ ਮੈਂ ਪ੍ਰੈਜ਼ੀਡੈਂਟ ਵੀ ਬਣ ਕੇ ਰਹਿਣਾ। 10,000 ਬੰਦੇ ਨੂੰ ਇਕੱਠਾ ਜਿਹੜਾ ਇੱਕ ਏਰੀਏ 'ਚ ਵਲਾਦੀਮੀਰ ਪੁਤਿਨ ਦੇ ਰਸ਼ੀਆ ਲਿਖਦੇ ਨੇ ਉਹ, ਤੇ ਉਸੇ ਏਰੀਏ ਦੇ ਵਿੱਚ ਇਕੱਠਾ ਜਿਹੜਾ ਉੱਥੇ ਇਹ ਪੋਜ਼ਿਟਿਵ ਪਾਏਗਾ। ਡਾਕਟਰ ਜਿਹੜੇ ਨੇ 10,500 ਵਰਕਰ ਸ਼ੈਂਡਾ ਆਇਲ ਫੀਲਡ ਜਿਹੜੇ ਨੇ ਉਸ ਦੇ ਵਿੱਚ ਉਹ ਟੈਸਟ ਜਿਹੜਾ ਪੋਜ਼ਿਟਿਵ ਪਾਏ ਗਏ ਨੇ ਇਕੱਠੇ, ਇੱਕ ਕਲਸਟਰ ਮਤਲਬ ਇੱਕ ਏਰੀਏ ਦੇ ਵਿੱਚ। ਤੇ ਕੋਈ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਨਹੀਂ, ਕੋਈ ਕਰੋਨਾ ਦਾ ਡਿਪਾਰਟਮੈਂਟ ਨਹੀਂ। ਤੇ ਜਿਹੜਾ ਰਿਊਟੋਵ ਹਸਪੀਟਲ ਹੈ ਮਾਸਕੋ ਦੇ ਨੇੜੇ, ਇਹ ਹੈਲਥ ਕੇਅਰ ਜਿਹੜੇ ਵਰਕਰ ਨੇ ਉਹ ਕਹਿੰਦੇ ਕੀ ਕਰਾਂਗੇ ਅਸੀਂ ਤੇਰੀਆਂ ਹਾਈਪਰਸੋਨਿਕ ਤੇ ਸੁਪਰਸੋਨਿਕ ਮਿਸਲਸ ਨੂੰ, ਤੇ ਤੂੰ ਆਰਟਿਕ ਘੇਰਨ ਨੂੰ ਫਿਰਨਾ, ਤੇਰੇ ਬੰਦਿਆਂ ਦੇ ਕੋਲ ਕੁੱਲੀ ਗੁੱਲੀ ਜੁੱਲੀ ਦੀਆਂ ਸਹੂਲਤਾਂ ਨਹੀਂ ਹੈ। ਮੋਹਨ ਸਿੰਘ ਜੀ, ਲਾਈਨ ਨੰਬਰ 4। ਹੈਲੋ, ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਹਾਂਜੀ, ਕਿੱਦਾਂ ਹਾਲ ਚਾਲ? ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਦੱਸੋ। ਹਾਂਜੀ, ਮੈਂ 2 ਗੱਲਾਂ ਦੱਸਣੀਆਂ ਸੀ। ਇੱਕ ਤਾਂ ਦੁਬਈ ਦੀ ਗੱਲ ਦੱਸਣੀ ਸੀਗੀ ਆਪਣੇ ਵੀ। ਉੱਥੇ ਤੁਸੀਂ ਦੇਖੋ ਇੱਕ ਪੁਜਾਰੀ ਫੜਿਆ ਉਹਨਾਂ ਨੇ। ਉਹ ਪੁਜਾਰੀ ਦੇ ਲਿੰਕ ਕਿਹਦੇ ਨਾਲ ਸੀਗੇ? RSS ਦੇ ਨਾਲ। ਉਹ ਪਹਿਲਾਂ MLA ਵੀ ਖੜਿਆ, ਫੇਰ ਮੁੜ ਕੇ ਉਹਨੂੰ ਪਲਾਂਟ ਕੀਤਾ, ਉਹ ਪੁਜਾਰੀ ਬਣਿਆ। ਫੇਰ ਉਹ ਬੰਦਾ ਜਿਹੜਾ ਕਹਿੰਦਾ ਸੀ ਮੈਂ ਇੱਥੇ 4 ਮੰਦਿਰ ਬਣਾਉਣੇ ਆ, ਤੇ ਲੋਕਾਂ ਤੋਂ ਉਹ ਠਗੀਆਂ ਵੀ ਮਾਰਦਾ ਸੀਗਾ, ਉਹ ਹੱਥ ਆ ਗਿਆ। ਤੇ ਇੱਕ ਕੋਈ ਸੇਠੀ ਆ, ਉਹ $8 ਲੈ ਕੇ ਉੱਥੇ ਦੁਬਈ ਆਇਆ ਸੀ, ਤਾਂ ਹੁਣ ਅਰਬਾਂਪਤੀ ਬਣ ਗਿਆ ਸੀ। ਉਹਦੇ ਵੀ ਲਿੰਕ ਜਿਹੜੇ ਸੀਗੇ RSS ਦੇ ਨਾਲ ਸੀਗੇ, ਫੋਟੋਆਂ ਦਿਖਾ ਲਈਆਂ ਉਹਨਾਂ ਨੇ, ਤੇ ਉਹਦਾ ਉਹਨਾਂ ਨੇ ਸਭ ਕੁਛ ਸੀਲ ਕਰਤਾ ਨਾ। ਤੇ ਆਪ ਉਹ ਮੇਰਾ ਖਿਆਲ ਇੰਡੀਆ ਗਿਆ, ਉਹ ਸਾਰਾ ਆਪਣੇ ਵੀ YouTube ਤੇ ਦਿਖਾਲਦੇ ਆ।
ਇੱਕ ਮੈਂ ਗੱਲ ਕਰਨੀ ਸੀ। ਕੱਲ ਮੈਂ ਰੇਡੀਓ ਆਪਣੇ ਵੀ ਟੀਵੀ ਤੇ ਸੁਣਿਆ, ਆਪਣੇ ਜਿਹੜੇ ਡਾਕਟਰ ਅਮਰਜੀਤ ਸਿੰਘ ਉੱਥੇ ਵਾਸ਼ਿੰਗਟਨ ਤੋਂ ਬੋਲਦੇ ਆ, ਉਹਨਾਂ ਨੇ ਦੱਸਿਆ ਇੱਕ ਆਪਣੇ ਕੋਈ RSS ਹੈ ਤੇ ਆਪਾਂ ਨੂੰ ਉਹਨਾਂ ਦੇ ਨਾਲੇ ਰਲਾਈ ਫਿਰਦੇ ਆ, ਰਾਸ਼ਟਰੀ ਸਿੱਖ ਸੰਗਤ ਕਹਿ ਦਿੰਦੇ ਆ। ਉਹਨਾਂ ਨੇ ਬਿਆਨ ਉੱਥੇ ਦਿੱਤਾ ਅਮਰੀਕਾ ਦੇ ਵਿੱਚ ਵੀ ਅਸੀਂ ਖਰਿਆ ਮੈਨੂੰ ਹੁਣ ਚੇਤਾ ਨਹੀਂਗਾ ਵੀ 5 ਲੱਖ ਬੰਦੇ ਨੂੰ ਰੋਟੀ ਪਾਣੀ ਛਕਾਇਆ, ਲਿਖ ਦਿੱਤਾ ਨਾਲ RSS। ਹੁਣ ਤੁਸੀਂ ਦੱਸੋ ਵੀ ਆਪਾਂ RSS ਆ ਕਿ ਆਪਾਂ ਵੀ ਸਿੱਖ ਆ? ਇਹ ਏਦਾਂ ਦੀਆਂ ਸ਼ਰਾਰਤਾਂ ਕਰਦੀਆਂ। ਲੰਗਰ ਤਾਂ ਉੱਥੇ ਲਾਏ ਆਪਣੇ ਸਿੱਖਾਂ ਨੇ ਅਮਰੀਕਾ ਦੇ ਵਿੱਚ, 28,000 ਤੋਂ ਵੱਧ ਲੋਕਾਂ ਨੂੰ ਉਹ ਲੰਗਰ ਛਕਾਉਂਦੇ ਸੀਗੇ ਆਪਣੇ ਨਿਊਯਾਰਕ ਸਿਟੀ 'ਚ, ਕੈਲੀਫੋਰਨੀਆ 'ਚ। ਉਹ ਹੁਣ ਆਪਣੇ ਵੀ ਉਹ ਇਸ ਗੱਲ ਦੀ ਆਪਣੇ ਵਧਾਈ ਵੀ ਆਪਣੇ ਸਿੱਖ ਕੌਮ ਨੂੰ ਦਿੰਦੇ ਆ। ਹੋਰ ਵੀ ਆਪਣੇ ਵੀ ਬੰਦੇ ਹੈਗੇ ਹੀ ਆ, ਉਹਨਾਂ ਨੇ ਨਾ ਛਕਾਤਾ। ਹੁਣ ਉਹ ਦੱਸ ਰਹੇ ਆ ਵੀ RSS ਨੇ ਛਕਾਇਆ। ਜੇ ਉਹਨਾਂ ਨੂੰ ਪੁੱਛਦੇ ਆ ਫਿਰ ਕਹਿੰਦੇ ਜੀ ਰਾਸ਼ਟਰੀ ਸਿੱਖ ਸੰਗਤ। ਇਹ ਜਿਹੜੀਆਂ ਗੱਲਾਂ ਇਹ ਸ਼ਰਾਰਤਾਂ ਕਰਦੇ ਆ, ਇਹ ਗੱਲਾਂ ਸਮਝਣ ਵਾਲੀਆਂ ਆ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਇਹ ਕਿੱਥੇ ਦੀ ਪਹੁੰਚੇ। ਇੱਥੇ ਵੀ ਹੁਣ ਜਿਹੜੇ ਪੰਡਤ ਆਪਣੇ ਵੀ ਹੱਥ ਦੇਖਦੇ ਸੀ, ਲੋਕਾਂ ਦਾ ਭਵਿੱਖ ਬਣਾਉਂਦੇ ਸੀਗੇ, ਉਹ ਹੁਣ ਕਿੱਥੇ ਲੁੱਕ ਗਏ ਆ। ਇਹ ਲੋਕਾਂ ਨੂੰ ਵੀ ਸਮਝ ਆਉਣੀ ਚਾਹੀਦੀ। ਇਹ ਬੰਦੇ ਸਿਰਫ ਠੱਗਿਆ, ਹੋਰ ਕੱਖ ਨਹੀਂ ਗੇ, ਤੇ ਇਹਨਾਂ ਤੋਂ ਬਚਣਾ ਚਾਹੀਦਾ। ਹੁਣ ਇੱਥੇ ਵੀ ਆਪਣੇ ਹੈਗੇ ਵੀ ਆ ਗੁਰਦੁਆਰਿਆਂ ਨੇ ਲੰਗਰ ਛਕਾਏ ਆ ਲੋਕਾਂ ਨੂੰ, ਆਪਣੇ ਵੀ ਜਿਹੜੇ ਜਿਨ੍ਹਾਂ ਨੂੰ ਲੋੜ ਸੀਗੀ, ਤਾਂ ਹੋਰ ਵੀ ਆਪਣੇ ਵੀ ਹੈਗੇ ਹੀ ਆ, ਹੋਰ ਜਥੇਬੰਦੀਆਂ ਵੀ ਉਹਨਾਂ ਨੇ ਛਕਾਏ। ਇਹ ਇਤਿਹਾਸ ਸੋਚਣਾ ਚਾਹੀਦਾ। ਇੰਨੇ ਮੇਰੇ ਵਿਚਾਰ ਸੀਗੇ ਜੀ। ਚਲਵਾ ਜੀ, ਬਿਲਕੁਲ ਜੀ। RSS ਰੋਲਦਾ RSS ਆ ਉਹ ਤਾਂ ਹੁਣ ਪਤਾ ਲੱਗਦਾ ਜੀ, ਲਿਖ ਲਿਆ ਉਹਨਾਂ ਨੇ RSS। ਇੱਥੇ ਪਤਾ ਹੀ ਨਹੀਂ ਕੌਣ ਹਾਇਰ ਕਰੀ ਫਿਰਦਾ, ਇੱਥੇ ਕਿਤੇ ਪਤਾ ਲੱਗਦਾ। ਇੱਥੇ ਤਾਂ ਹੁਣ ਆਪਣੀ ਉਹ ਗੱਲ ਤੁਸੀਂ ਕਰ ਸਕਦੇ, ਕਿਸੇ ਦੀ ਨਹੀਂ ਕਰ ਸਕਦੇ। ਬਸ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 2। ਹਾਂਜੀ ਸਿੰਘ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਸਿੰਘ ਸਾਹਿਬ, ਜਿਹੜੀ ਗੱਲ ਕਰ ਰਹੇ ਸੀ ਤੁਸੀਂ ਵੀ ਉਹ ਉੱਥੇ ਜਿਹੜਾ ਉਹਨਾਂ ਨੂੰ ਕਹਿ ਰਿਹਾ ਵਾਪਸ ਜਾਓ, ਬਿਲਕੁਲ ਗੱਲ ਸਹੀ ਆ। ਤੇ ਜਿੱਦਾਂ ਤੁਸੀਂ ਆਪਣੀਆਂ ਗੱਲਾਂ ਦੱਸੀਆਂ ਵੀ ਤੁਸੀਂ ਉੱਥੇ 7 ਵੱਡੇ ਮੇਜਰ ਪ੍ਰੋਜੈਕਟ ਹੈਗੇ ਆ, ਉਹਨਾਂ ਤੇ ਕੰਮ ਕੀਤਾ। ਬਾਕੀ ਹੋਰ ਆਪਣੇ ਬਹੁਤ ਭਾਈਚਾਰਾ ਹੈਗਾ ਜਿਹੜਾ ਉੱਥੇ ਬੜੀ ਡਿਵੈਲਪਮੈਂਟ 'ਚ ਹਿੱਸਾ ਪਾ ਰਿਹਾ। ਤੇ ਦੁਨੀਆ 'ਚ ਅਸੀਂ ਜਿਹੜਾ ਅੱਜ ਆਪਾਂ ਜਿਹੜੀ ਗੱਲ ਵੀ ਕਰ ਰਹੇ ਹਾਂ, ਇਹੋ ਬੇਸਿਕਲੀ ਜਿਹੜਾ ਸਿਗਨਲ ਆ ਫਾਈਬਰ ਆਪਟਿਕ ਤੇ ਜਾ ਰਿਹਾ, ਉਹ ਵੀ ਇੱਕ ਜਾਕਿਨਾ ਸਿੰਘ ਦੀ ਘਾਟ ਹੈਗੀ ਆ। ਸਾਡੇ 'ਚ ਲਿਆਕਤ ਦੀ ਘਾਟ ਨਹੀਂ, ਸਾਨੂੰ ਅਸੀਂ ਕੰਮ ਕਰਨ 'ਚ ਅਸੀਂ ਕੰਮ ਚੋਰ ਨਹੀਂ, ਅਸੀਂ ਡਿਫੈਂਡ ਕਰਨ 'ਚ ਜਿਹੜੇ ਵੀ ਦੇਸ਼ 'ਚ ਹੋਈਏ ਉਹਲੇ ਅਸੀਂ ਕਿਤੇ ਨਹੀਂ ਘੱਟ, ਸਾਡੇ 'ਚ ਘੱਟ ਹੈਗਾ। ਪਰ ਗੱਲ ਜਿੱਦਾਂ ਤੁਸੀਂ ਗੱਲ ਕੀਤੀ ਵੀ ਅਸੀਂ ਕੈਨੇਡਾ 'ਚ ਵੀ ਰਹਿੰਦੇ ਆ, ਕਿਸੇ ਨੇ ਤੁਹਾਨੂੰ ਲਿਖ ਕੇ ਵੀ ਭੇਜਿਆ ਵੀ ਇਹ ਕਿਹੜੀ ਗੱਲ ਕਰ ਲਈ ਵੀ ਇੱਥੇ ਆਪਾਂ ਨੂੰ ਕੋਈ ਖਤਰਾ ਨਹੀਂ। ਦੇਖੋ ਆ 2-4 ਦਿਨ ਹੀ ਪਹਿਲਾਂ ਆਪਾਂ ਵਰਤਾਰਾ ਦੇਖ ਕੇ ਹਟੇ ਆ। ਇਹ 'ਚ ਸਿੱਖ ਜਾਂ ਕੋਈ ਹੋਰ ਵਾਲੀ ਗੱਲ ਨਹੀਂ ਹੈਗੀ। ਇੱਕ ਹੈਗਾ ਜਿਹੜੇ ਆਪਣੇ ਇੰਡੀਆ ਦੇ ਵਿੱਚ ਬੈਠੇ ਆ, ਉਹਨਾਂ 'ਚ ਮੈਜੋਰਿਟੀ ਸਾਡੇ 'ਚੋਂ ਹੈਗੀ ਆ, ਤੇ ਸਾਡੇ ਨਾਲ ਇੱਥੇ ਸੈਕੰਡ ਕਲਾਸ ਸਿਟੀਜ਼ਨ ਵਾਲਾ ਵਰਤਾਰਾ ਹੋ ਰਿਹਾ। ਅਸੀਂ ਅਵੇਸਲੇ ਹੋ ਜਾਂਦੇ ਆ। ਅਸੀਂ ਦੂਜਾ ਕਿਸੇ ਦੀ ਮਰਜ਼ੀ ਦਿਆਲਤਾਂ ਨੂੰ ਅਸੀਂ ਸਮਝ ਲੈਂਦੇ ਵੀ ਬਸ ਹੁਣ ਸਭ ਕੁਝ ਸਾਡਾ ਹੋ ਗਿਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜੇ ਅਸੀਂ ਨਹੀਂ ਸੰਭਲੇ ਤਾਂ ਸਾਡਾ ਹਾਲ ਉਸੇ ਤਰ੍ਹਾਂ ਹੋਣਾ ਜਿੱਦਾਂ ਯੁਗਾਂਡਾ ਵਾਲਿਆਂ ਦਾ ਹੋਇਆ ਸੀ, ਜਾਂ ਜਿਸ ਤਰ੍ਹਾਂ ਤੁਸੀਂ ਉਹ ਗੱਲ ਕਰ ਰਹੇ ਆ ਉੱਥੋਂ ਕਹਿ ਰਹੇ ਆ ਵੀ ਵਾਪਸ ਜਾਓ। ਸੋ ਇਹ ਲਈ ਜਾਂ ਜਿਹੜੇ ਅਸੀਂ ਦੇਸ਼ 'ਚ ਅਸੀਂ ਰਹਿੰਦੇ ਹਾਂ ਉੱਥੇ ਦੀਆਂ ਤਾਂ ਏਜੰਸੀਆਂ ਸਾਡੇ ਇੱਥੇ ਆ ਕੇ ਸਾਡੇ ਪਿੱਛੇ ਇੱਥੇ ਆ ਕੇ ਸਾਡੀ ਜਸੂਸੀ ਕਰ ਰਹੀਆਂ। ਸਾਡੇ ਖਿਲਾਫ ਜਿਹੜਾ ਆ ਉੱਥੇ ਦੀਆਂ ਗੌਰਮੈਂਟਾਂ ਸਾਡੇ ਖਿਲਾਫ ਇਹਨਾਂ ਦੇਸ਼ਾਂ 'ਚ ਆ ਕੇ ਜਿੱਥੇ ਡੈਮੋਕ੍ਰੇਸੀ ਤੁਹਾਡੇ ਹੱਕ ਹਕੂਕ ਸਭ ਕੁਛ ਆ, ਇੱਥੇ ਆ ਕੇ ਵੀ ਸਾਡੇ ਖਿਲਾਫ ਜਿਹੜਾ ਕੰਮ ਕਰਵਾਇਆ ਜਾ ਰਿਹਾ। ਸੋ ਇਹ ਜਿਹੜਾ ਅਵੇਸਲਾ ਹੋਣਾ ਬਿਲਕੁਲ ਨਹੀਂ ਹੋਣਾ ਚਾਹੀਦਾ। ਬਿਲਕੁਲ ਸਾਨੂੰ ਪਿੱਛੇ ਦਾ ਖਿਆਲ ਰੱਖਣਾ ਚਾਹੀਦਾ। ਜੇ ਅਸੀਂ ਪਿੱਛੇ ਦਾ ਖਿਆਲ ਨਹੀਂ ਰੱਖਦੇ ਤਾਂ ਫਿਰ ਸਾਡੀ ਕੋਤਾਹੀ ਆ। ਅੱਜ ਦੁਨੀਆ ਆਪਣੇ ਬੱਚਿਆਂ ਲਈ ਸੋਚ ਰਹੀ ਆ, ਇਨਵਾਇਰਮੈਂਟ ਆ ਜਿਹੜਾ ਸਾਫ਼ ਹੋਣਾ ਚਾਹੀਦਾ ਆ, ਜਿਹੜਾ ਆ ਇਕੋਨਮੀ ਆ ਉਹ ਸਟੇਬਲ ਹੋਣੀ ਚਾਹੀਦੀ ਆ, ਸਭ ਕੁਝ ਹੋਣਾ ਚਾਹੀਦਾ। ਤੇ ਅਸੀਂ ਆਪਣੀਆਂ ਅਗਲੀਆਂ ਜਨਰੇਸ਼ਨਾਂ ਲਈ ਕਾਹਤੇ ਨਹੀਂ ਸੋਚਦੇ? ਕਾਹਤੇ ਜਦੋਂ ਦੂਜਾ ਗੱਲ ਆਉਂਦੀ ਆ ਆਪਣੇ ਰਾਜ ਦੀ ਉੱਥੇ ਆ ਕੇ ਕਹਿ ਦਿੰਦੇ ਨਾ ਜੀ ਇਹ ਤਾਂ ਹੋਰ ਕਿਸੇ ਟੌਪਿਕ ਦਾ ਆ ਗਿਆ। ਜੇ ਕਿਸੇ ਨੇ ਦੇਖਣਾ ਆ ਆਪਣੇ ਦੇਸ਼ਾਂ ਦੇ ਆਪਣੇ ਸਿਟੀਜ਼ਨਾਂ ਦਾ ਕਿੱਦਾਂ ਖਿਆਲ ਕੀਤਾ ਜਾਂਦਾ, ਮਾੜਾ ਜਿਹਾ ਗੂਗਲ ਕਰਕੇ ਦੇਖੋ ਤਾਂ ਸਹੀ। Jewish and famine in South Africa in 1970, ਉਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਵੀ ਕਿੱਦਾਂ ਉਹ ਜਿਹੜਾ ਇਜ਼ਰਾਈਲ ਵਾਲਿਆਂ ਨੇ ਜਿਹੜੇ ਕਦੀ ਉਹਨਾਂ ਨੂੰ ਬੋਲੀ ਨਹੀਂ ਬੋਲਣੀ ਆਉਂਦੀ ਸੀ, ਉਹਨਾਂ ਦਾ ਕਲਚਰ ਨਹੀਂ ਸੀ, ਉਹ ਦੂਜਾ ਬੁਸ਼ ਪੀਪਲ ਸੀਗੇ ਜਿਹੜੇ ਜਿਊਸ਼ ਸੀਗੇ ਉੱਥੇ ਰਹਿੰਦੇ, ਉਹਨਾਂ ਨੂੰ ਕਿੱਦਾਂ ਉਹ ਚੁੱਕ ਕੇ ਉਹ ਲੈ ਕੇ ਆਏ ਆ ਦੁਸ਼ਮਣ ਦੇਸ਼ਾਂ ਦੇ ਉੱਤੋਂ ਦੀ ਆਪਣੇ ਜਿਹੜੇ ਆ ਆਰਮੀ ਦੇ ਜਿਹੜੇ ਜਹਾਜ਼ ਲਿਜਾ ਕੇ।
ਯਾਨੀ ਕਿ ਜਿਹੜੇ ਜੇ ਤੁਹਾਡਾ ਕੋਈ ਘਰ ਘਾਟ ਹੋਵੇ ਤਾਂ ਤੁਹਾਡਾ ਕਿੱਦਾਂ ਖਿਆਲ ਰੱਖਿਆ ਜਾਂਦਾ? ਦੂਜਾ ਥੋੜੀ ਰਿਸਰਚ ਜਿਹੜਾ ਉਹ ਤੇ ਕਰੋ। ਅੱਜ ਸਾਡੀ ਬੇਕਦਰੀ ਇਸੇ ਕਰਕੇ ਹੁੰਦੀ ਆ, ਥੈਂ ਥੈਂ ਹੁੰਦੀ ਆ। ਇਹ ਭੁੱਲ ਜਾਈਏ ਕਿ ਸਾਡਾ ਇੱਥੇ ਜਿਹੜਾ ਘਰ ਘਾਟ ਹੈਗਾ ਆ 2-4 ਦਿਨ ਤਾਂ ਹੋਏ ਆ ਸਾਡੇ ਨਾਲ ਸੈਕੰਡ ਕਲਾਸ ਵਾਲਾ ਹੋ ਰਿਹਾ ਵਰਤਾਰਾ। ਪਹਿਲਾਂ ਇੱਕ ਸਰਕਾਰ ਆਈ ਸੀ, ਉਹਨੇ ਤਾਂ ਬਿੱਲ ਹੀ ਪਾਸ ਕਰ ਦਿੱਤਾ ਸੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਸਰ। ਜਗਮੇਲ ਸਿੰਘ ਜੀ, ਲਾਈਨ ਨੰਬਰ 3। ਸਿੰਘ ਸਾਹਿਬ ਜੀ, ਮੈਂ ਤਾਂ ਇਹ ਗੱਲ ਕਹਿਣੀ ਸੀ, ਪਹਿਲੇ ਕਾਲਰ ਬਹੁਤ ਕੁਝ ਵਧੀਆ ਕਹਿ ਗਏ ਨੇ ਔਰ ਤੁਸੀਂ ਵੀ ਕਾਫੀ ਇਹਦੇ ਤੇ ਰੋਸ਼ਨੀ ਪਾਈ ਹੈ। ਸੰਨ 84 ਚ ਆਪਣੇ ਨਾਲ ਹੋ ਚੁੱਕਿਆ ਸਭ ਕੁਝ, ਇਹ ਸਾਰਿਆਂ ਨੇ ਦੇਖਿਆ। ਸੰਨ 2002 ਚ ਮੁਸਲਮਾਨ ਭਰਾਵਾਂ ਦੇ ਨਾਲ ਜੋ ਕੁਝ ਗੁਜਰਾਤ ਚ ਹੋਇਆ ਉਹ ਵੀ ਦੇਖ ਲਿਆ। ਔਰ ਹੁਣ ਵੀ ਮੋਦੀ ਇੱਕ ਪਾਸੇ ਦਾ ਬਿਆਨ ਦਿੰਦਾ ਹੈ ਬਈ ਸਾਰਿਆਂ ਨੂੰ ਅਸੀਂ ਇੱਕੋ ਜਿਹਾ ਸਮਝਾਂਗੇ ਕਿ ਬਿਆਨ ਹੋ ਜਾਏ, ਦੇ ਦਿੰਦਾ ਕਦੇ ਕਦੇ, ਲੇਕਿਨ MLA ਜਿਹੜਾ ਭਾਜਪਾ ਦਾ ਉਹ ਘਰੋਂ ਨਿਕਲ ਆਪਦੇ ਘਰ ਚੋਂ ਨਿਕਲ ਕੇ ਇੱਕ ਮੁਸਲਮਾਨ ਸਬਜ਼ੀ ਵੇਚਣ ਵਾਲੇ ਨੂੰ ਲਲਕਾਰਾ ਮਾਰਦਾ ਬਈ ਤੈਨੂੰ ਅਸੀਂ ਇੱਥੇ ਸਬਜ਼ੀ ਨਹੀਂ ਵੇਚਣ ਦੇਣੀ, ਔਰ ਕੁੱਟਿਆ ਵੀ ਕਈਆਂ ਨੂੰ, ਔਰ ਕਈ ਮਾਰਤੇ ਕੁੱਟ ਕੇ ਗਾਈਆਂ ਦੇ ਵਪਾਰੀ ਗਊ ਰਕਸ਼ਕ ਜਿਹੜੇ ਆ ਇਹ ਆਪਣੇ ਆਪ ਨੂੰ ਕਹਾਉਣ ਵਾਲੇ। ਔਰ ਇੱਥੇ ਵੀ ਮੈਂ ਸਾਵਧਾਨ ਕਰਨ ਲੱਗਾ, ਜਿਹੜੇ RSS ਦੇ ਏਜੰਟ ਨੇ ਭੋਲੇ ਭਾਲੇ ਸਿੱਖਾਂ ਤੋਂ ਚੰਦਾ ਇੱਥੇ ਵੀ ਲਿਜਾ ਰਹੇ ਨੇ। ਟੋਰਾਂਟੋ ਤੋਂ ਇਹ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਹੈ। ਹੋ ਸਕਦਾ ਇੱਥੇ ਵੱਡੇ ਸ਼ਹਿਰਾਂ 'ਚ ਇਹ ਗੱਲ ਹੁੰਦੀ ਹੋਵੇ, ਤੇ ਉਹ ਦਾਨੀ ਨਾ ਬਣੋ, ਸੋਚ ਕੇ ਦਾਨ ਦਿਓ ਕਿਹਨੂੰ ਦਿੰਦੇ ਹੋ। ਤੇ ਜਿਵੇਂ ਰਾਸ਼ਟਰੀ ਸਿੱਖ ਸੰਗਤ ਜਿਹੜੇ ਉਹ ਨਾਲ ਰਾਤੀ ਨਾ ਸਿੰਘਾਂ ਦੇ ਉਹ ਹੈ RSS ਹੀ, ਉਹਦੇ ਨਾਂ ਕੁਛ ਵੀ ਰੱਖ ਲਓ। ਸਾਨੂੰ ਸਾਵਧਾਨ ਹੋਣਾ ਪਊਗਾ। ਆਪਣੇ ਆਪ ਨੂੰ ਪੰਥ ਰਤਨ ਦਾ ਖਿਤਾਬ ਜਿਨ੍ਹਾਂ ਨੇ ਆਪੇ ਹੀ ਦਿਵਾ ਲਿਆ ਆਪਣੇ ਆਪ ਨੂੰ, ਉਹਨਾਂ ਨੇ ਕੌਮ ਤਾਂ ਗਹਿਣੇ ਰੱਖਤੀ RSS ਕੋਲੇ। ਇਹ ਤਾਂ ਸੋਚਣਾ ਅਸੀਂ ਹੁਣ ਵੀ ਕੀ ਕਰਨਾ। ਥੈਂਕ ਯੂ। ਧੰਨਵਾਦ ਜੀ। ਸਰਜੀਤ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਜੀ ਦੇਖੋ, ਆਪਾਂ ਇਹ ਗੱਲ ਕਹਿ ਦਿੰਦੇ ਆ ਵੀ ਸਾਨੂੰ ਇਹ 2 ਨੰਬਰ ਦੇ ਸ਼ਹਿਰੀ ਸਮਝਦੇ ਆ। ਕੀ ਅਸੀਂ ਇਸ ਮੁਲਕਾਂ ਨੂੰ ਅਪਣਾ ਲਿਆ ਆਪਣਾ? ਜਦੋਂ ਵੀ ਕੋਈ ਮਾੜੀ ਜਿਹੀ ਪ੍ਰੋਬਲਮ ਆ ਜਾਵੇ, ਫਰਜ਼ ਕਰੋ ਅੱਜ ਕੈਨੇਡਾ ਦੇ ਕੋਈ ਪ੍ਰੋਬਲਮ ਬਣ ਜਾਵੇ, ਅਸੀਂ ਤਾਂ ਪਹਿਲਾਂ ਹੀ ਜੁਗਾੜ ਲਾ ਕੇ ਬੈਠੇ ਹੁੰਦੇ ਕਿ ਭੱਜ ਲਓ ਬਈ ਆਪਣਾ ਮੁਲਕ ਹੈਗਾ ਸਾਡੇ ਕੋਲ। ਤੇ ਜਿਹੜੇ ਆਪਣਾ ਹੁਣ ਜੇ ਸਾਡਾ ਇਹ ਮੁਲਕ ਅਸੀਂ ਪਹਿਲੇ ਨੰਬਰ ਦੇ ਸ਼ਹਿਰੀ ਆ, ਇਹ ਤਾਂ ਇਹ ਸਾਡਾ ਸਾਰਾ ਕੁਝ ਸਾਡਾ ਇਹੀ ਹੋਣਾ ਚਾਹੀਦਾ। ਹੁਣ ਤੁਸੀਂ ਗੱਲ ਕਰਦੇ ਹੁੰਦੇ ਇੱਧਰ ਲਈ, ਸਾਡੀ ਗੱਲ ਜਾ ਬਣਦੀ ਆ ਪੰਜਾਬ ਦੇ ਵਿੱਚ, ਅਸੀਂ ਕੰਪੇਅਰ ਉਹਨਾਂ ਕਰਨ ਲੱਗ ਪੈਂਦੇ। ਨਾ ਸਾਨੂੰ ਇੱਥੇ ਦੀ ਸਿਆਸਤ ਵਿੱਚ ਭਾਗ ਲੈਣਾ ਚਾਹੀਦਾ, ਉਹਦੇ ਬਾਰੇ ਜਾਣਕਾਰੀ ਰੱਖਦੇ ਆ, ਨਾ ਅਸੀਂ ਇਹਨਾਂ ਦੀਆਂ ਜੋ ਮਿਊਨਿਸਪਲ ਕਮੇਟੀਆਂ ਜੋ ਵੀ ਇੱਥੇ ਦਾ ਕੰਮ ਹੈ ਉਹਦੇ ਵਿੱਚ ਇੰਟਰਫੇਅਰ ਕਰਦੇ। ਅਸੀਂ ਇਹਨੂੰ ਮੁਲਕ ਨੂੰ ਖੁਦ ਹੀ ਨਹੀਂ ਅਪਣਾ ਰਹੇ ਵੀ ਇਹ ਸਾਡਾ ਹੀ ਤਾਂ ਸਿਰਫ ਇਹੀ ਆ ਵੀ ਸਾਡਾ ਮੁਲਕ ਤਾਂ ਉਹੀ ਆ, ਅਸੀਂ ਉੱਥੇ ਜਾਣਾ। ਥੋੜੀ ਜਿਹੀ ਵੀ ਪ੍ਰੋਬਲਮ ਆਉਂਦੀ ਆ ਅਸੀਂ ਨਾ ਯਾਰ ਸਾਡਾ ਤਾਂ ਪਿੱਛੇ ਆ, ਅਸੀਂ ਤਾਂ ਭੱਜ ਲਵਾਂਗੇ, ਉੱਥੇ ਨੂੰ ਗੱਲ ਕਿਹੜੀ ਆ, ਸਾਡਾ ਤਾਂ ਉਹੀ ਆ। ਸਾਨੂੰ ਵੀ ਇਹ ਰੱਖਣਾ ਚਾਹੀਦਾ ਵੀ ਸਾਡਾ ਮੁਲਕ ਆ ਇਹ, ਸਾਨੂੰ ਵੀ ਉਹਨਾਂ ਉਨਾ ਹੀ ਪਿਆਰ ਹੋਣਾ ਚਾਹੀਦਾ ਜਿੱਦਾਂ ਉਹਨਾਂ ਨੂੰ ਅਸੀਂ ਦੂਜੀ ਕਮਿਊਨਿਟੀ ਕਹਿੰਦੇ ਵੀ ਉਹਨਾਂ ਦਾ ਮੁਲਕ ਹੈ। ਉਹਨਾਂ ਦਾ ਕਿਉਂ ਆ ਜਦੋਂ ਇੱਥੇ ਇਹਨਾਂ ਦਾ ਤਾਂ ਸਿਧਾਂਤ ਹੀ ਹੋਰ ਆ ਵੀ ਇੱਥੇ ਲੈਂਡ ਐਂਡ ਇਮੀਗ੍ਰੇਸ਼ਨ, ਇੱਥੇ ਤਾਂ ਕਿਸੇ ਨੂੰ ਕਹਿੰਦੇ ਨਹੀਂ ਵੀ ਤੂੰ ਫੋਰਨਰ ਆ, ਜਿੱਦਾਂ ਦੂਜੀਆਂ ਯੂਰਪ 'ਚ ਵੀ ਕਹਿੰਦੇ ਵੀ ਫੋਰਨਰ ਆ, ਇਹ ਅਰਬ ਕੰਟਰੀਆਂ 'ਚ ਵੀ ਸ਼ਾਇਦ ਇੱਦਾਂ ਹੀ ਕਹਿੰਦੇ ਫੋਰਨਰ ਆ, ਪਰ ਇੱਥੇ ਨਹੀਂ ਇਹ ਕਿਹਾ ਜਾਂਦਾ। ਇੱਥੇ ਕਹਿੰਦੇ ਲੈਂਡ ਐਂਡ ਇਮੀਗ੍ਰੇਸ਼ਨ ਹੈ, ਇਮੀਗ੍ਰੇਸ਼ਨ ਵਾਲਾ ਕੰਟਰੀ ਹੈ। ਧੰਨਵਾਦ ਭਾਜੀ। ਧੰਨਵਾਦ ਜੀ। ਕੀਤਾ ਹੋਇਆ ਪਿਛਲੀ ਜਿਹੜਾ ਤੁਹਾਡੀ ਜਗ੍ਹਾ ਹੈ, ਭੂਮੀ ਹੈ ਜਿਹੜੀ ਤੁਹਾਡੀ ਜਿੱਥੇ ਜੰਮੇ ਹੋ, ਉਹਨੂੰ ਤਾਂ ਤੁਸੀਂ ਛੱਡ ਨਹੀਂ ਸਕਦੇ। ਇਹ ਗੱਲ ਉਹ ਕਰ ਰਹੇ ਆਪਾਂ। ਕਈ ਚਾਹੁੰਦੇ ਆ ਵੀ ਕਈਆਂ ਦੇ ਮਨ ਦੇ ਵਿੱਚ ਰਹਿ ਵੀ ਰਹੇ ਨੇ ਜੋ 50 ਸਾਲਾਂ ਦਾ ਇੱਥੇ ਆਇਆ, ਉਹਨਾਂ ਨੂੰ ਇਹ ਗੱਲ ਉਹਨਾਂ ਨੇ ਇਸ ਨੂੰ ਕਿਹਾ ਹੋਇਆ ਵੀ ਇਹੀ ਦੇਸ਼ ਆ ਸਾਡਾ, ਅਸੀਂ ਕਿਤੇ ਨਹੀਂ ਜਾਣਾ। ਔਰ ਇਹ ਕਿਤੇ ਭੇਜਦਾ ਵੀ ਨਹੀਂ ਤੁਹਾਨੂੰ। ਮੈਂ ਤਾਂ ਨਾਰਮਲ ਮੈਂ ਗੱਲ ਤਾਂ ਅਰਬ ਕੰਟਰੀਆਂ ਦੀ ਗੱਲ ਕਰ ਰਿਹਾ ਸੀ, ਇਹ ਦੇਸ਼ ਦੀ ਮੈਂ ਤਸ਼ਵੀਰ ਨਹੀਂ ਦੇ ਰਿਹਾ ਸੀ। ਪਰ ਹੁਣ ਸਾਹਮਣੇ ਲਿਖਿਆ, ਫਾਈਨੈਂਸ਼ੀਅਲ ਟਾਈਮਸ ਨੇ ਅੱਜ ਲਿਖਿਆ ਜੀ 195 ਮਿਲੀਅਨ ਫੁੱਲ ਟਾਈਮ ਜੌਬਸ ਜਿਹੜੀਆਂ ਨੇ ਯੂਨਾਈਟਿਡ ਨੇਸ਼ਨ ਦੀ ਏਜੰਸੀ ਨੇ ਬਾਅਦ ਦੱਸਿਆ। ਮਤਲਬ ਉਹ ਕਹਿੰਦਾ ਵੀ 195 ਮਿਲੀਅਨ 20 ਕਰੋੜ ਨੌਕਰੀਆਂ ਚਲੇ ਗਈਆਂ, ਜਿੰਨੇ ਘੰਟੇ ਘੱਟ ਨੇ। ਫੁੱਲ ਟਾਈਮ ਇਹ ਜੌਬਸ ਇੰਨੀਆਂ ਨਹੀਂ ਗਈਆਂ ਮਤਲਬ, ਪਰ ਵਰਕਿੰਗ ਆਵਰਸ ਘਟਾਉਣ ਦੇ ਨਾਲ 20 ਕਰੋੜ ਦੇ ਕਰੀਬ ਜਿਹੜਾ ਉਹ ਨੌਕਰੀਆਂ ਚਲੇ ਗਈ। ਸੋ 3.5 ਅਰਬ ਟੋਟਲ ਗਲੋਬਲ ਵਰਕ ਫੋਰਸ ਹੈ, ਜਿਹਦੇ ਵਿੱਚੋਂ
ਸਵਾ ਅਰਬ ਵਰਕਰ ਨੇ ਜਿਹੜੇ ਇਹਦੇ ਨਾਲ ਸਿੱਧੇ ਜਿਹੜੇ ਜਾਂ ਅਸਿੱਧੇ ਤਰੀਕੇ ਨਾਲ COVID-19 ਕਰਕੇ ਮੁਸ਼ਕਲ 'ਚ ਨੇ। ਅਰਬ ਸਟੇਟਸ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਆ ਏਸ਼ੀਆ ਪੈਸੀਫਿਕ 'ਚ, ਅਮਰੀਕਾ ਦੇ ਵਿੱਚ, ਯੂਰਪ ਤੇ ਸੈਂਟਰਲ ਏਸ਼ੀਆ, ਅਫਰੀਕਾ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਕਰਕੇ ਜਿਹੜੀ ਸਵੀਅਰ ਡਿਕਲਾਈਨ ਹੋਈ ਆ ਉਹ ਸਭ ਤੋਂ ਵੱਧ ਅਰਬ ਸਟੇਟਸ ਦੇ ਵਿੱਚ ਹੋਈ ਹੈ। ਉਹਦੇ ਬਾਅਦ ਫਿਰ ਏਸ਼ੀਆ ਪੈਸੀਫਿਕ ਆ, ਅਮਰੀਕਾ 3 ਨੰਬਰ ਤੇ ਆ, ਅਫਰੀਕਾ ਸਭ ਤੋਂ, ਜਿੱਥੇ ਪਹਿਲਾਂ ਹੀ ਉਹ ਕਹਿੰਦੇ ਵੀ ਯਾਰਾਂ ਨੇ ਤਾਂ ਵਸੀਮ ਛਕਣਾ ਤੂੰ ਲੈ ਜਾ, ਉਹ ਕਹਾਣੀ ਹੈ। ਹੁਣ ਇਹਦੇ ਨਾਲ ਜਿਹੜਾ ਕੁਝ ਲਿਖ ਰਹੇ ਨੇ, ਜਿਹੜਾ ਅਸਲ ਜਿਹੜੀ ਮੈਂ ਗੱਲ ਸਮਝਾਉਣੀ ਚਾਹੁੰਦਾ ਉਹ ਇਹ ਸਮਝਾਉਣੀ ਚਾਹੁੰਦਾ ਕਿ ਕਈ ਵਾਰ ਅਸੀਂ ਨਾ ਆਪਣਾ ਆਲਾ ਦਾਲਾ ਵੇਖ ਕੇ ਵੀ ਆਪਣੇ ਆਪ ਨੂੰ ਬਦਲਦੇ ਨੇ। ਅੰਤਰੀਵ ਇਸ ਗੱਲ ਦਾ ਇਹ ਹੈ, ਹੋਰ ਕੁਝ ਨਹੀਂ ਹੈ। ਸਰ ਜਸਵੀਰ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ, ਜਿਹੜਾ ਤੁਸੀਂ ਅਰਬ ਕੰਟਰੀਆਂ ਬਾਰੇ ਤੁਸੀਂ ਰੀਜਨ ਦੱਸ ਰਹੇ ਹੋ, ਕਾਰਨ ਦੱਸ ਰਹੇ ਹੋ ਭਾਰਤੀ ਲੋਕਾਂ ਨੂੰ ਕੱਢਣ ਦੇ, ਉਹ ਬਿਲਕੁਲ ਠੀਕ ਨੇ, ਮੈਂ 100% ਸਹਿਮਤ ਹਾਂ। ਪਰ ਇਹਨਾਂ ਦੇ ਨਾਲ ਜਿਹੜਾ ਇੱਕ ਵੱਡਾ ਕਾਰਨ ਰਲਿਆ ਨਾ, ਉਹ ਵੀ ਜਿਹੜਾ ਭਾਰਤ ਦੇ ਵਿੱਚ ਮੁਸਲਮਾਨਾਂ ਤੇ ਜ਼ੁਲਮ ਹੋ ਰਿਹਾ। ਤੁਸੀਂ ਪਿੱਛੇ ਖਬਰਾਂ 'ਚ ਪੜ੍ਹਿਆ ਹੋਣਾ, ਇਹ ਖਾੜੀ ਮੁਲਕਾਂ ਦੀਆਂ 2 ਸ਼ਹਿਜ਼ਾਦੀਆਂ ਨੇ ਵੀ ਟਵੀਟ ਕੀਤਾ ਹੈ, ਭਾਰਤੀ ਹਾਕਮਾਂ ਨੂੰ ਕਿਹਾ ਵੀ ਤੁਸੀਂ ਵਾਰਨਿੰਗ ਦਿੱਤੀ ਵੀ ਤੁਸੀਂ ਮੁਸਲਮਾਨਾਂ ਤੇ ਜ਼ੁਲਮ ਬੰਦ ਕਰ ਲਓ, ਵਰਨਾ ਅਸੀਂ ਇਹਨਾਂ ਨੂੰ ਕੱਢ ਦੇਣਾ ਇੱਥੋਂ। ਤੇ ਇਹ ਵੀ ਵੱਡਾ ਕਾਰਨ ਹੈ। ਬਾਕੀ ਜੇ ਕੋਈ ਕਹੇ ਵੀ ਤੁਸੀਂ ਪਿਛਲਾ ਮੁਲਕ ਭੁੱਲ ਜਾਓ, ਨਹੀਂ ਭੁੱਲ ਸਕਦੇ। ਤੁਸੀਂ ਅਸੀਂ ਅਮਰੀਕਾ ਜਿਹੜਾ ਯਹੂਦੀਆਂ ਦਾ ਵੇਖ ਲਓ, ਤੁਸੀਂ ਕਈ ਯਹੂਦੀ ਅਜੇ ਤੱਕ ਨਹੀਂ ਇਜ਼ਰਾਈਲ 'ਚ ਗਏ, ਪਰ ਆਪਣੀ ਜਿਹੜੀ ਮਾਤ ਭੂਮੀ ਉਹਦੀ ਸਪੋਰਟ ਕਰਦੇ ਨੇ, ਤੇ ਧਿਆਨ 'ਚ ਰੱਖਣਾ ਚਾਹੀਦਾ ਜੀ। ਮਿਹਰਬਾਨੀ। ਧੰਨਵਾਦ ਜੀ। ਸਾਹ ਪਰਵਰ ਸਿੰਘ ਜੀ, ਲਾਈਨ ਨੰਬਰ 4। ਗੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਇਉਂ ਆ ਵੀ ਮੈਂ ਤਾਂ ਪ੍ਰੋਗਰਾਮ ਤੁਹਾਡਾ ਨਾ ਸੁਣਦਾ ਹੀ ਰਹਿੰਦਾ ਹੁੰਦਾ, ਤੇ ਗਾਹੇ ਆਏ ਆ ਵੀ ਚੰਗੇ ਆਪਣੇ ਵਕਤੇ ਤਾਂ ਹੈਗੇ ਹੀ ਆ ਜਿਹੜੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਹੋਰ ਗਾਂਹ ਵਿਚਾਰ ਵਟਾਂਦਰਾ ਕਰ ਲੈਂਦੇ ਆ। ਉਹ ਘਰ ਭੁੱਲਣ ਦੀ ਗੱਲ, ਜਿਵੇਂ ਆਪਾਂ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਵੀ ਤੁਸੀਂ ਭੁੱਲ ਜਾਓ, ਇੱਥੋਂ ਵਾਲਾ ਬਣਾ ਲਓ। ਬਣਾ ਤਾਂ ਲਿਆ ਅਸੀਂ, ਹੁਣ ਹੋਰ ਕੀ ਬਣਾਈਏ? ਸਾਰਾ ਕੁਛ ਤਾਂ ਇੱਥੇ ਆ, ਹਨਾ। ਯਾਨੀ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਬੰਦੇ ਨਾ ਪਿੱਛੇ ਬੈਠੇ ਸ਼ਰਾਰਤਾਂ ਕਰਦੇ ਆ ਤੇ ਹੇਟ ਫੈਲਾ ਰਹੇ ਆ, ਉਹ ਤੁਸੀਂ ਜਾਣਦੇ ਆ, ਸਾਰੇ ਬੰਦੇ ਜਾਣਦੇ ਆ, ਉੱਤੋਂ ਜੋ ਮਰਜ਼ੀ ਕਹੀ ਜਾਣ। ਜੇ ਹੁਣ ਆਪਾਂ ਕਹੀਏ ਪਿਆਰਾ ਮੁਲਕ ਕਿਵੇਂ, ਜਿਵੇਂ ਡਾਂਗਾ ਪੈਂਦੀਆਂ ਉੱਥੇ ਪਿਆਰਾ ਮੁਲਕ ਕਾਹਦਾ ਰਹਿ ਗਿਆ, ਤੇ ਜਿੱਥੇ ਬੰਦੇ ਮਰਦੇ ਪਿਆਰਾ ਮੁਲਕ ਕਿਵੇਂ ਰਹਿ ਗਿਆ? ਜਿੱਥੇ ਨਫ਼ਰਤ ਥਾਂ ਤੇ ਹੋਵੇ ਪਿਆਰਾ ਮੁਲਕ ਕਿਵੇਂ ਰਹਿ ਗਿਆ? ਯਾਨੀ ਗੱਲ ਇਹ ਆ ਵੀ ਇਹ ਦੋਵਾਂ ਹੱਥਾਂ ਨਾਲ ਤਾਲੀ ਵੱਜਦੀ ਆ। ਤੂੰ ਤਾਂ ਬੇਟਾ ਸਾਰਾ ਕੁਝ ਸਮਝਦੇ ਆ। ਤੇ ਚਲੋ ਤੁਸੀਂ ਹੋਰ ਸੁਣਾਓ ਗੱਲਬਾਤ ਹੋਰ। ਥੈਂਕ ਯੂ। ਧੰਨਵਾਦ ਜੀ। ਦੇਖੋ ਇਹ ਇਸ਼ੂ ਕਈ ਵਾਰ ਨਾ ਸਾਨੂੰ ਸਮਾਂ ਹੁੰਦਾ ਹੈ ਬਈ ਅਸੀਂ ਕਈ ਵਾਰ ਆਪਣੀ ਡਿਸਕਸ਼ਨ ਨੂੰ ਨਾ ਉਹ ਕਈ ਵਾਰ ਹੁਣ ਉਹ ਪ੍ਰਭਜੋਤ ਪਾਲ ਸਿੰਘ ਹੀ ਗੱਲ ਕਹਿ ਗਏ ਕਿ ਯਾਰ ਸਾਨੂੰ ਆਪਣਾ ਪਤਾ ਹੋਣਾ ਚਾਹੀਦਾ ਵੀ ਅਸੀਂ ਕੌਣ ਆ ਤੇ ਸਾਡਾ ਦਰ ਘਰ ਕੀ। ਉਹ ਕਈ ਵਾਰ ਫਿਰ ਇਸ ਮੁਸ਼ਕਲ ਨੂੰ ਰਲਾ ਕੇ ਉਹ ਡੰਗਣਾ ਤਾਂ ਉੱਧਰ ਨੂੰ ਹੁੰਦਾ ਵੀ ਉੱਧਰ ਨੂੰ ਜਾਣਾ ਹੈ, ਜੇ ਉਹ ਜਿਹੜਾ ਕਹਿ ਕੇ ਗਿਆ। ਫਿਰ ਉਹ ਕਈ ਵਾਰ ਅਸੀਂ ਸ਼ਬਦਾਂ ਦਾ ਹੇਰ ਫੇਰ ਆਪਣੇ ਵੱਲੋਂ ਹੁੰਦਾ ਹੈ ਕਰਨ ਦਾ, ਪਰ ਨਹੀਂ, ਇਸ ਨਹੀਂ ਹੁੰਦਾ। ਇਸ ਲੋਕਤੰਤਰ ਦੇ ਹਿੱਸੇ ਦੇ ਵਿੱਚ ਖੁੱਲ੍ਹ ਕੇ ਹੀ ਗੱਲ ਕਹਿ ਸਕਦੇ ਹੋ ਤੁਸੀਂ, ਲਵੇੜਨ ਦੀ ਨਹੀਂ ਲੋੜ ਹੈ, ਚੀਨ ਸ਼ੂਗਰ ਕੋਟਡ ਨਹੀਂ ਕਰਨ ਦੀ ਲੋੜ। ਜਿਵੇਂ ਉਹ ਗੱਲ ਕਹਿੰਦੇ ਨੇ, ਕੋਈ ਉਸ ਚੀਜ਼ ਦਾ ਵਿਰੋਧੀ ਵੀ ਹੋ ਸਕਦਾ, ਉਹ ਗੱਲ ਕਹਿ ਸਕਦਾ ਆਪਣੀ, ਇਹਦੇ ਵਿੱਚ ਨਹੀਂ ਹੈ, ਵਿਚਾਰਾਂ ਦਾ ਆਦਾਨ ਪ੍ਰਦਾਨ ਹੈ। ਪਰ ਜਿਹੜਾ ਸਾਹਮਣੇ ਹੈ ਕੰਧ ਤੇ ਲਿਖਿਆ ਉਹ ਦਿਖ ਰਿਹਾ। ਫਾਈਨੈਂਸ਼ੀਅਲ ਟਾਈਮਜ਼ ਦੀ ਗੱਲ ਅੱਜ ਹੁਣ ਨਿਊਯਾਰਕ ਟਾਈਮਜ਼ ਦਾ ਇੱਕ ਪੀਸ ਹੈ, ਉਹਦੇ ਵਿੱਚ ਚਾਈਨਾ ਦੀ ਇੱਕ ਕਾਫੀ ਕੰਪਨੀ ਸਟਾਰਬਕਸ ਨੂੰ ਸਿੱਟਣ ਦੇ ਲਈ, ਲਕਿੰਗ ਉਸ ਦਾ ਨਾਂ ਹੈ, ਉਹਨੇ ਜਿਉਂ ਚੱਕਿਆ ਕੰਮ ਲਿਆ ਕੇ ਉਹਨੇ ਨਿਊਯਾਰਕ ਸਟਾਕ ਐਕਸਚੇਂਜ ਤੇ $550 ਮਿਲੀਅਨ ਇੱਕ ਦਿਹਾੜੀ ਦਾ ਕਮਾ ਕੇ ਉਹਦਾ ਕੱਖ ਵੀ ਨਹੀਂ ਹੈ ਉੱਥੇ। ਐਡਾ ਵੱਡਾ ਫਰਾਡ ਇਸ ਤਰ੍ਹਾਂ ਹੀ ਦਿਖਾਤਾ ਕਿ ਬਹੁਤ ਵੱਡੀ ਕੰਪਨੀਆਂ ਕਾਗਜ਼ ਪੱਤਰਾਂ ਤੇ ਹੁਣ ਪਿੱਟਦੇ ਆ, ਸਾਰੇ ਸੈਨੇਟਰ ਤੇ ਲੱਗੇ ਹੋਏ ਨੇ ਕਰਨ ਬਈ ਇਹ ਕੰਟਰੋਲ ਕਰੋ, ਇਹ ਕਿਵੇਂ ਆ ਗਈ ਤੁਹਾਨੂੰ ਸਾਡੀ ਸਟਾਕ ਐਕਸਚੇਂਜ ਤੇ ਉਹ ਵੇਚ ਕੇ ਸੌਦਾ ਹੋ ਗਏ। ਉਹਦੇ ਵਿੱਚ ਹੀ ਕੱਖ ਨਹੀਂ। ਲਾਈਨਾਂ ਤੁਹਾਡੀਆਂ ਕਾਲਸ ਹੁਣੇ ਵਪਾਰਕ ਸਮੇਸ਼ ਲੈ ਲਵਾਂ ਤਾਂ ਪ੍ਰਿੰਸੀਪਲ ਇੰਦਰਪ੍ਰੀਤ ਸਿੰਘ ਟਵਾਣਾ ਜੀ, ਇੱਥੋਂ ਹੀ ਆਪਣੀ ਅਗਲੀ ਗੱਲ ਆਪਾਂ ਚਲਾ ਲੈਣੀ ਹੈ ਕਿ ਜਿਹੜੀਆਂ ਇਹ ਕੰਸਪੀਰੇਸੀ ਜਿਹੜੀਆਂ ਥਿਊਰੀਜ਼ ਆ ਰਹੀਆਂ ਨੇ, ਡਾਕਟਰ ਰਾਸ਼ਿਦ ਬੁੱਟਰ ਹੋਣੀ ਜਾਂ ਹੋਰ ਗੱਲਾਂ ਕਰ ਰਹੇ ਨੇ ਵੀ ਇਹ ਰੀਜ਼ਨ ਕੀ ਆ COVID-19 ਦਾ। ਇਹ ਕੁਝ ਸ਼ਕਤੀਆਂ ਕੰਟਰੋਲ ਦੁਨੀਆ ਨੂੰ ਕਰਨ ਦੇ ਚੱਕਰ 'ਚ ਤਾਂ ਨਹੀਂ ਹੋ ਕੀ ਰਿਹਾ। ਬਿਲ ਗੇਟਸ
ਡਾਕਟਰ ਫੌਚੀ ਦੋਨੇ ਰਲ ਕੇ ਵੈਕਸੀਨ ਦਾ ਰੌਲਾ ਪਾ ਰਹੇ ਨੇ। ਇਸ ਤਰ੍ਹਾਂ ਬਿਲ ਗੇਟਸ ਨੇ 1984 ਚ ਜਦ HIV ਪੋਜ਼ਿਟਿਵ ਉਹ ਕੀ ਸਮਲਿੰਗੀ ਖਾਸ ਤੌਰ ਤੇ ਗੇ ਜਿਹੜੇ ਲੋਕ ਸੀ ਉਹਨਾਂ ਤੋਂ ਇਹ ਬਿਮਾਰੀ ਹੁੰਦੀ ਹੈ ਉਹ ਕੋਈ ਪ੍ਰੂਫ ਨਹੀਂ ਹੋਇਆ ਮੁੜ ਕੇ। ਇਹਦਾ ਗੱਲ 3 ਸਾਲ ਇਸ ਗੱਲ ਦਾ ਰੌਲਾ ਪਾਇਆ ਗਿਆ। 1981 ਚੋਂ ਸ਼ੁਰੂ ਕਰ ਦਿੱਤੀ, 84 ਚੋਂ ਬਿਮਾਰੀ ਆਉਂਦੀ ਹੈ। ਹੁਣ ਇਹਦੇ 'ਚ ਵੀ ਨਵੰਬਰ ਦੀ ਗੱਲ ਹੈ, ਨਵੰਬਰ ਸ਼ੁਰੂ ਕਰਤੀ ਬਿਲ ਗੇਟਸ ਨੇ ਗੱਲ ਕਿ ਇਹ ਇਸ ਤਰ੍ਹਾਂ ਹੋ ਸਕਦਾ। ਇਸ ਤਰ੍ਹਾਂ ਕਰਦੇ ਆ ਗੱਲ ਹੁਣੇ ਆ ਕੇ ਵਾਪਸ। ਪ੍ਰਿਤਪਾਲ ਸਿੰਘ ਜੀ ਤੁਸੀਂ ਇਹ ਤੇ ਲਾਈਨ ਨੰਬਰ 2। ਹਾਂਜੀ ਜੀ ਤੇ ਸਤਿ ਸ੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਇੱਥੇ ਮੈਂ ਇੱਕ ਜਾਣਕਾਰੀ ਦੇਣੀ ਚਾਹਾਂਗਾ ਕਿ ਦੁਬਈ ਨੇ ਜਿਹੜਾ ਐਕਸ਼ਨ ਲਿੱਤਾ ਹੈਗਾ ਉਹਦੇ ਪਿੱਛੇ ਰੀਜ਼ਨ ਹੈਗਾ RSS ਦਾ ਵੱਧ ਰਿਹਾ ਪ੍ਰਭਾਵ, ਔਰ ਜਿਹੜੀ ਪ੍ਰੋਪਰਟੀਜ਼ ਤੇ ਬਿਜ਼ਨਸਿਸ ਕਨਫਿਗਰੇਟ ਕੀਤੇ ਗਏ ਨੇ, ਜਿਹੜੀ ਮੈਂ ਖਬਰ ਸਵੇਰੇ ਪੜ੍ਹ ਰਿਹਾ ਸੀਗਾ, ਉਹ RSS ਦੀ ਇਨਵੈਸਟਮੈਂਟ ਸੀਗੀ ਜਿਹੜੀ ਮਤਲਬ ਕਿ ਉਹਨਾਂ ਨੇ ਫਾਈਂਡ ਆਊਟ ਕੀਤੀ ਔਰ ਉਹਨੂੰ ਮਤਲਬ ਕਿ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਕੇ ਤੇ ਉਹ ਵਿਅਕਤੀ ਨੂੰ ਮੁਲਕ ਛੱਡਣ ਲਈ ਕਹਿ ਦਿੱਤਾ ਹੈਗਾ। ਨਾਲ ਵਾਰਨਿੰਗ ਦਿੱਤੀ ਹਿੰਦੁਸਤਾਨ ਸਰਕਾਰ ਨੂੰ ਕਿ ਤੁਸੀਂ ਆਪਣੀ ਨੀਤੀ 'ਚ ਬਦਲਾਅ ਕਰੋ, ਘੱਟ ਗਿਣਤੀ ਲੋਕਾਂ ਤੇ ਜਿਹੜੇ ਤੁਸੀਂ ਅਤਿਆਚਾਰ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਲੇਬਲ ਕਰ ਰਹੇ ਹੋ, ਇਹ ਨਾ ਕਰੋ, ਨਹੀਂ ਤਾਂ ਅਸੀਂ ਆਪਣੇ ਮੁਲਕ ਦੇ ਵਿੱਚੋਂ ਜਿੰਨੇ ਵੀ ਤੁਹਾਡੇ ਭਾਰਤੀ ਮੂਲ ਦੇ ਬੈਠੇ ਨੇ, ਜ਼ਿਆਦਾਤਰ ਉੱਥੇ ਜਿਹੜੇ ਨੇ ਗੁਜਰਾਤੀ ਬੈਠੇ ਨੇ ਔਰ ਬਹੁਤ ਵੱਡੇ ਬਿਜ਼ਨਸ ਓਨ ਕਰਦੇ ਨੇ, ਮਿਲੀਅਨ ਆਫ ਡਾਲਰ ਦੇ ਨਹੀਂ ਬਿਲੀਅਨ ਆਫ ਡਾਲਰ ਦੇ ਬਿਜ਼ਨਸ ਓਨ ਕਰਦੇ ਨੇ। ਤੇ ਦੇਖੋ ਦੋ ਚੀਜ਼ਾਂ ਨੇ, ਆਰਥਿਕਤਾ ਸਲੋ ਡਾਊਨ ਹੋ ਹੀ ਰਹੀ ਹੈ ਵਰਲਡ ਦੀ। ਜਦੋਂ ਆਰਥਿਕਤਾ ਸਲੋ ਡਾਊਨ ਹੋਣੀ ਹੈ ਤਾਂ ਉਹਦੇ ਵਿੱਚ ਕਈ ਕ੍ਰਾਈਸਿਸ ਖੜੇ ਹੋਣੇ ਨੇ, ਜਿਹਦੇ ਵਿੱਚ ਕਈ ਜੈਨੋਸਾਈਡ ਵੀ ਹੋਣੇ ਨੇ ਔਰ ਦੁਨੀਆ ਦੇ ਵਿੱਚ ਥਰਡ ਵਰਲਡ ਵਾਰ ਦਾ ਵੀ ਖਤਰਾ ਹੈਗਾ ਜੇ ਡਿਪਰੈਸ਼ਨ 'ਚ ਇਕੋਨਮੀ ਚਲੀ। ਤੇ ਇਹਨਾਂ ਹਾਲਾਤਾਂ ਦੇ ਵਿੱਚ ਦੇਖੋ ਹਰ ਇੱਕ ਮੁਲਕ ਆਪਣੀ ਕਮਰ ਕਸ ਕਰ ਰਿਹਾ, ਕੋਈ ਕਿਸ ਤਰੀਕੇ ਨਾਲ ਕਰ ਰਿਹਾ, ਕੋਈ ਕਿਸ ਤਰੀਕੇ ਨਾਲ ਕਰ ਰਿਹਾ, ਕੋਈ ਮਤਲਬ ਕਿ ਆਪਣੇ ਲੋਕਾਂ ਦਾ ਧਨ ਲੁੱਟ ਤੇ ਆਪਣੇ ਜਿਹੜੇ ਮੂਲ ਵਸਿੰਦੇ ਨੇ ਉਹਨਾਂ ਨੂੰ ਪਾਲਣ ਦੀ ਕੋਸ਼ਿਸ਼ ਕਰੇਗਾ, ਕੋਈ ਬਾਹਰਲੇ ਮੁਲਕਾਂ ਤੇ ਹਮਲਾ ਕਰਕੇ ਧਨ ਲੁੱਟ ਕੇ ਲਿਆ ਕੇ ਆਪਣੇ ਮੁਲਕ ਦੇ ਵਸਿੰਦਿਆਂ ਨੂੰ ਪਾਲਣ ਦੀ ਕੋਸ਼ਿਸ਼ ਕਰੇਗਾ। ਦੇਖੋ ਜਿਹੜੀ ਚੀਜ਼ ਹੈ ਇਸ ਵੇਲੇ ਸਾਨੂੰ ਪੈਸੇ ਵੰਡੇ ਜਾ ਰਹੇ ਨੇ ਜਾਂ ਸਾਨੂੰ ਜਿਹੜੇ ਬੈਨੀਫਿਟ ਦਿੱਤੇ ਜਾ ਰਹੇ ਨੇ, ਕੋਈ ਖਰਾਤ ਨਹੀਂ ਹੈਗੀ ਜਾਂ ਸਰਕਾਰ ਕੋਲ ਕੋਈ ਐਸੀ ਮਤਲਬ ਕਿ ਮਸ਼ੀਨ ਨਹੀਂ ਹੈਗੀ ਕਿ ਜਿਹੜੀ ਨੋਟ ਬਣਾ ਦੇ। ਕਿਤੋਂ ਨਾ ਕਿਤੋਂ ਤੇ ਆਣੇ ਨੇ, ਜਾਂ ਤਾਂ ਸਾਨੂੰ ਕੰਮ ਵੱਧ ਕਰਕੇ ਮੋੜਨੇ ਪੈਣੇ ਨੇ ਜਾਂ ਸਾਨੂੰ ਟੈਕਸ ਵੱਧ ਦੇ ਕੇ ਮੋੜਨੇ ਪੈਣੇ ਨੇ ਜਾਂ ਸਾਡਾ ਮੁਲਕ ਕਿਸੇ ਮੁਲਕ ਤੇ ਹਮਲਾ ਕਰਕੇ ਉਹਨੂੰ ਆਰਥਿਕ ਤੌਰ ਤੇ ਲੁੱਟ ਕੇ ਲਿਆਏਗਾ ਤੇ ਆਪਣੀ ਪਰਜਾ ਨੂੰ ਤਾਂ ਦੇ ਪਾਏਗਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਦੁਬਈ ਨੇ ਜੋ ਫੈਸਲਾ ਲਿੱਤਾ ਉਹਨੇ ਬੜਾ ਡਿਪਲੋਮੈਟਿਕਲੀ ਦਿੱਤਾ। ਉਹਨੇ ਇੱਕ ਤਾਂ ਜਿਹੜੇ ਉੱਥੇ ਤਨਾਟ ਨੇ ਖਾਸ ਕਰਕੇ ਉਹਨਾਂ ਦਾ ਟਾਰਗੇਟ, ਕਿਉਂਕਿ ਉੱਥੇ ਮੈਜੋਰਟੀ ਜਿਹੜੀ ਹੈਗੀ ਪਾਕਿਸਤਾਨੀ ਤੇ ਹਿੰਦੁਸਤਾਨੀਆਂ ਦੀ ਹੈਗੀ ਆ ਔਰ ਉਹਨਾਂ ਦੇ ਆਰਥਿਕ ਤੇ ਮਾਲੀ ਹਾਲਾਤ ਬਹੁਤ ਸਟਰੋਂਗ ਨੇ ਤੇ ਕੱਲ ਨੂੰ ਦੁਬਈ ਕਿਸੇ ਆਰਥਿਕ ਮੰਦਵਾੜੇ ਚਲਾ ਜਾਂਦਾ ਤਾਂ ਉਹਨਾਂ ਲੋਕਾਂ ਤੇ ਟੈਕਸ ਲਗਾਉਣ ਦੀ ਬਜਾਏ, ਕਿਉਂਕਿ ਉੱਥੇ ਟੈਕਸ ਹੈ ਨਹੀਂਗਾ, ਉਹਨਾਂ ਦੀ ਐਸੈਟ ਨੂੰ ਜ਼ਬਤ ਕਰਕੇ ਆਪਣੀ ਪਰਜਾ ਨੂੰ ਪਾਲਿਆ ਜਾਵੇ, ਇਹ ਨੀਤੀ ਹੋ ਸਕਦੀ ਹੈ। ਕਿਉਂਕਿ ਅਮਰੀਕਾ ਵੀ ਦੇਖੋਗੇ ਜਦੋਂ ਵੀ ਉਹ ਕੋਈ ਰਿਸੈਸ਼ਨ 'ਚ ਜਾਂਦਾ ਹੈ ਤਾਂ ਦੂਜੇ ਮੁਲਕਾਂ ਤੇ ਹਮਲਾ ਕਰਦਾ ਹੈ ਔਰ ਉੱਥੇ ਦੀ ਆਰਥਿਕਤਾ ਉਜਾੜ ਕੇ ਆਪਣੀ ਆਰਥਿਕਤਾ ਆਬਾਦ ਕਰਦਾ ਹੈ। ਤੇ ਇਹ ਹਮੇਸ਼ਾ ਹੁੰਦਾ ਹੈ ਔਰ ਇਹਦੇ ਵਿੱਚ ਦੋ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਮਿਡਲ ਈਸਟ ਇਸ ਵੇਲੇ ਬਹੁਤ ਵੱਡੇ ਕ੍ਰਾਈਸਿਸ 'ਚ ਹੈ, ਕਿਉਂਕਿ ਉਹਨਾਂ ਦੇ ਤੇਲ ਦਾ ਪ੍ਰਾਈਸ ਆਲਮੋਸਟ ਇੱਕ ਤਰ੍ਹਾਂ ਦਾ ਨੈਗੇਟਿਵ ਚਲਾ ਗਿਆ। ਜਿੰਨੀ ਉਹਨਾਂ ਦੀ ਪ੍ਰੋਡਕਸ਼ਨ ਕਾਸਟ ਹੈ ਉਸ ਤੋਂ ਮਤਲਬ ਕਿ ਘੱਟ 'ਚ ਵਿਕ ਰਿਹਾ ਤੇ ਉਹਨਾਂ ਦੀ ਆਰਥਿਕਤਾ ਡਗਮਗਾ ਰਹੀ ਹੈ। ਹੁਣ ਉੱਥੇ ਜਿਹੜੀ ਪ੍ਰੋਸਪਰ ਕਮਿਊਨਿਟੀਜ਼ ਬੈਠੀਆਂ ਨੇ, ਚਾਹੇ ਕਿਸੇ ਵੀ ਮੁਲਕ ਤੋਂ ਆਈਆਂ ਨੇ, ਉਹਨਾਂ ਦੀ ਕੋਲੋਂ ਆਰਥਿਕਤਾ ਜਿਹੜੀ ਉਹਨਾਂ ਦੇ ਹੱਥਾਂ ਦੇ ਵਿੱਚ ਹੈਗੀ ਉਹ ਖੋ ਕੇ ਆਪਣੇ ਬੰਦਿਆਂ ਦੇ ਹੱਥਾਂ 'ਚ ਦੇਣਗੇ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ। ਪਰ ਉੱਥੇ ਇਸ਼ਾਰੇ ਦੋ ਕਰ ਗਿਆ ਕਿ ਇੱਕ ਤਾਂ ਹਿੰਦੁਸਤਾਨ ਸਰਕਾਰ ਨੂੰ ਤਾੜਨਾ ਵੀ ਕਰ ਗਿਆ, ਨਾਲ ਉੱਥੇ ਬੈਠੇ ਲੋਕਾਂ ਨੂੰ ਡਰਾ ਵੀ ਗਿਆ ਕਿ ਹੁਣ ਕੁਛ ਨਾ ਕੁਛ ਸਾਡੀ ਆਰਥਿਕਤਾ ਦੇ ਵਿੱਚ ਤੁਹਾਨੂੰ ਪਾਉਣਾ ਪੈਣਾ, ਨਹੀਂ ਤਾਂ ਇਸ ਮੁਲਕ ਨੂੰ ਛੱਡ ਕੇ ਜਾਣਾ ਪੈਣਾ। ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ ਜੇ ਮੈਂ ਕਹਾਂ ਵੀ ਮੁਸਲਮਾਨਾਂ ਤੇ ਹੁੰਦੇ ਤਸ਼ੱਦਦ ਦੇ ਕਰਕੇ ਉਹਨਾਂ ਨੇ ਗੇਮ ਕੀਤੀ ਹੈ, ਬਿਲਕੁਲ ਗਲਤ ਹੈ। ਉਹ ਤਾਂ 1982 ਤੋਂ 80 ਤੋਂ ਲੈ ਕੇ ਜੇ ਤੁਸੀਂ ਦੇਖਦੇ ਹੋ ਬੰਬੇ ਦੇ ਵਿੱਚ, ਉਹਦੇ ਬਾਅਦ ਮਸਜਿਦਾਂ ਦੇ ਵਿੱਚ, ਕਿਉਂਕਿ ਭਾਰਤ ਦੇ ਮੁਸਲਮਾਨਾਂ ਨੂੰ ਮੁਸਲਮਾਨ ਹੀ ਨਹੀਂ ਮੰਨਦੇ। ਉਹ ਕਹਿੰਦੇ ਤੁਸੀਂ ਨਹੀਂ ਹੈ ਮੁਸਲਮਾਨ ਖਲੀਗ, ਉਹ ਤਾਂ ਖਲੀਜ ਦੇ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਬੰਦੇ ਸਮਝਦੇ ਆ, ਉਹ ਜਿਹੜੇ ਉੱਥੇ ਜੰਮੇ ਪਲੇ।
ਜੇ ਕਈ ਵੀ ਮੁਸਲਮਾਨਾਂ ਤੇ ਹੁੰਦੇ ਤਸ਼ੱਦਦ ਨੂੰ ਵੇਖ ਕੇ ਉਹ RSS ਦੇ ਖਿਲਾਫ ਨਹੀਂ। ਗੱਲ ਇਹ ਹੈ ਕਿ ਪੈਸਾ ਮੁੱਕ ਰਿਹਾ, ਪ੍ਰਾਹੁਣਾ ਤੁਸੀਂ ਰੱਖੋਗੇ ਘਰੇ, ਉਹਨੂੰ ਪ੍ਰਸ਼ਾਦਾ ਪਾਣੀ ਛਕਾਓਗੇ, ਪਰ ਜਿੱਦਣ ਭੜੋਲੇ ਚੋਂ ਦਾਣੇ ਮੁੱਕ ਗਏ ਤੁਸੀਂ ਕਹਿਣਾ ਵੀ ਸਮਾਨ ਚੱਕ ਮੇਰੇ ਕੋਲ ਤਾਂ ਆਪਣੇ ਜਵਾਕਾਂ ਜੋਗੇ ਰੋਟੀ ਪਾਣੀ ਆ। ਹੁਣ ਗੱਲ ਹੁਣ ਉਹ ਬਹਾਨਾ ਲੈਣਗੇ ਇਹ ਕਿ ਸਾਡੇ ਧਰਮ ਤੇ ਤੁਸੀਂ ਹਮਲਾ ਕਰ ਰਹੇ ਹੋ ਭਾਰਤ 'ਚ, ਪਰ ਇਹ ਨਹੀਂ ਹੈ। ਉਹਨਾਂ ਦਾ ਕਿਸੇ ਧਰਮ ਨਾਲ ਮਤਲਬ ਨਹੀਂ ਹੈ। ਉਹਨਾਂ ਦੇ ਚਿੱਟਿਆਂ ਕਦੂਰਿਆਂ 'ਚ ਬੜਾ ਕੁਝ ਲੁਕਿਆ ਹੋਇਆ। 7 ਸਾਲ ਮੈਂ ਨੇੜਿਓਂ ਬੈਠ ਕੇ ਦੇਖ ਕੇ ਆਇਆ, ਉਹਨਾਂ ਦੇ ਹਰ ਲੈਵਲ ਤੇ ਮੈਂ ਵਿਚਰਿਆ, ਉੱਪਰ ਤੋਂ ਲੈ ਕੇ ਥੱਲੇ ਤੱਕ। ਉਹ ਕੀ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ, ਕਿਉਂਕਿ ਜਦ ਤੁਸੀਂ ਪਬਲਿਕ ਰਿਲੇਸ਼ਨ 'ਚ ਹੁੰਦੇ ਹੋ, ਜਦ ਉਹਨਾਂ ਦੀਆਂ ਮੀਟਿੰਗ 'ਚ ਬਹਿਨੇ ਹੋ, ਟੈਂਡਰਾਂ 'ਚ ਜਾਂਦੇ ਹੋ, ਉਹਨਾਂ ਦੀ ਭਾਸ਼ਾ ਤੁਹਾਨੂੰ ਆਉਂਦੀ ਹੈ, ਫਿਰ ਤੁਹਾਨੂੰ ਪਤਾ ਲੱਗਦਾ ਉਹ ਤੋਂ ਸੋਚਦੇ ਕਿਵੇਂ ਨੇ ਉਹ। ਇੰਦਰਪ੍ਰੀਤ ਸਿੰਘ ਟਵਾਣਾ ਜੀ, ਲਾਈਨ ਨੰਬਰ 3। ਮੈਂ ਵੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਤੁਸੀਂ ਸ਼ਬਦ ਕਹੇ ਨੇ ਇਹ ਵੀ ਰਿਪੀਟ ਕਰਨਾ ਸੀ ਕਿ ਲੋਕਾਂ ਨੂੰ ਨਾ ਐਵੇਂ ਲੱਗਦਾ ਵੀ ਸਨੀ ਉਹ ਜੀ ਫੇਸਬੁੱਕ ਤੇ 2 ਪੋਸਟਾਂ ਉਹਨਾਂ ਨੇ ਪਾਤੀਆਂ ਤੇ ਕੋਈ ਬਹਾਨਾ ਭਾਲਦੇ ਨੇ। ਜਿਹੜਾ ਮੁਸਲਮਾਨਾਂ ਦਾ ਤਾਂ ਕਤਲੋਗਾਰਦ ਜਿੰਨਾ ਮੁਸਲਮਾਨਾਂ ਨਾਲ ਧੱਕਾ ਮਿਡਲ ਈਸਟ 'ਚ ਹੋ ਰਿਹਾ ਉਹਨਾਂ ਦਾ ਕਿਤੇ ਵੀ ਨਹੀਂ ਹੁੰਦਾ ਹੈਗਾ ਬਾਈ। ਤੇ ਜੇ ਉਹ ਆਪਾਂ ਕਹੀਏ ਵੀ ਇਹਦੇ ਕਰਕੇ ਉਹ ਕਰ ਰਹੇ ਨੇ ਵੀ ਇਹਨਾਂ ਨੂੰ, ਤਾਂ ਹੁਣ ਤੁਸੀਂ ਦੇਖੋ ਜਿਹੜਾ ਇਹ ਗੱਲ ਕਰਦੇ ਨੇ ਨਾ ਵੀ ਇਹਦੇ ਨਾਲ ਇੱਕ ਜੁੜਦੀ ਗੱਲ ਹੈ ਜੀ। ਆਪਣੇ ਕਹਿੰਦਾ ਹੁੰਦਾ ਕੈਨੇਡਾ ਵੀ ਕਹਿੰਦਾ ਵੀ ਮਨੁੱਖੀ ਅਧਿਕਾਰਾਂ ਦਾ ਕਿੰਨਾ ਘਾਣ ਹੁੰਦਾ ਜੀ ਚਾਈਨਾ 'ਚ, ਸਾਰੇ ਮੁਲਕ ਯੂਰਪ ਵੀ, ਅਮਰੀਕਾ ਵੀ ਕਹਿੰਦਾ। ਪਰ ਜਦੋਂ ਬਿਜ਼ਨਸ ਕਰਨਾ ਉਸ ਟਾਈਮ ਦੇਖੋ ਚਾਈਨਾ ਇਹਨਾਂ ਦੀ ਸਭ ਤੋਂ ਮਤਲਬ ਪਹਿਲੀ ਡੈਸਟੀਨੇਸ਼ਨ ਸੀਗੀ ਬੈਸਟ, ਜਿੱਥੇ ਤੱਕ ਸਾਰੀ ਕੰਪਨੀਆਂ ਗਈਆਂ ਨੇ। ਸੋ ਇਹ ਲੋਕ ਜਿਹੜੇ ਸਰਕਾਰਾਂ ਨੇ ਜਾਂ ਜਿਹੜਾ ਪਦਾਰਥਵਾਦੀ ਯੁੱਗ 'ਚ ਮਾਈਆਂ ਨਹੀਂ ਲਗਾਉਂਦੀਆਂ ਚੀਜ਼ਾਂ ਵੀ ਕਿਹੜਾ ਕੀ ਹੈ, ਸਿਰਫ ਹਰੇਕ ਨੇ ਆਪਣਾ ਆਪਣਾ ਸੈੱਟ ਰੱਖਣਾ ਪੋਲੀਟੀਕਲ ਏਜੰਡਾ। ਉੱਥੇ ਜਿੰਨੇ ਲੋਕਾਂ ਨਾਲ ਤੰਗੀ ਤਰੁਸ਼ੀ ਹੈ, ਜਿੰਨਾ ਮੁਸਲਮਾਨਾਂ ਦਾ ਘਾਣ ਚਾਈਨਾ 'ਚ ਹੋਇਆ, ਇਹਦੇ ਮਤਲਬ ਤਾਂ ਸਾਰੇ ਚਾਈਨੀਆਂ ਨੂੰ ਭਜਾ ਦੇਣ ਉਹ ਆਪਣੇ ਮਿਡਲ ਈਸਟ 'ਚੋਂ, ਤੇ ਜਿੱਥੇ ਆਪਾਂ ਦੇਖਿਆ। ਤੇ ਦੂਜੀ ਗੱਲ ਜਿਹੜੀ ਗੱਲ ਸਾਹਿਬ ਤੁਸੀਂ ਇਹ ਕਰਦੇ ਸੀ ਨਾ ਵੀ ਜਿਹੜਾ ਹੁਣ ਆਹ ਸਾਰਾ ਕ੍ਰਾਈਸਿਸ ਜਿਹੜਾ ਗੇਸ ਕਰ ਰਿਹਾ ਜਾਂ ਕੀ ਉਹ ਹੈ, ਤਾਂ ਵੈਕਸੀਨੇਸ਼ਨ ਦੀ ਲੜਾਈ ਹੈ। ਹੁਣ ਜਿਹੜਾ ਇਹਨੂੰ ਵੀ ਆਪਾਂ ਨਾ ਜਿਹੜਾ ਬਿਲ ਗੇਟਸ ਜਿਹੜੇ ਖਰਾਬੀ ਸੰਸਥਾਵਾਂ ਬਣਾ ਕੇ ਲੋਕਾਂ ਦੇ ਵਿੱਚ ਮਤਲਬ ਚੰਗੀ ਛਵੀ ਦਿਖਾਉਣੀ, ਸਾਰਾ ਕੁਛ ਕਰਨਾ, ਇਹ ਵੀ ਇੱਕ ਤਰੀਕੇ ਨਾਲ ਲੋਕਾਂ ਦੀਆਂ ਅੱਖਾਂ ਘੱਟਾ ਪਾਉਣ ਵਾਲੀ ਗੱਲ ਆਪਾਂ ਦੇਖਿਆ। ਕਿਉਂਕਿ ਇਹ ਇਕੱਲਾ ਬਿਲ ਗੇਟਸ ਨਹੀਂ ਮਾਲਕ ਹੈਗਾ, ਇਹਦੇ ਨਾਲ ਕਿੰਨੀਆਂ ਕੰਪਨੀਆਂ ਹੋਰ ਜੁੜੀਆਂ ਹੋਣਗੀਆਂ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਦੇ ਨਾਲ ਅਟੈਚ ਹੈ, ਇਹਨਾਂ ਦਾ ਵੀ ਝੁਕਾਅ ਹੁੰਦਾ ਕਿਤੇ ਨਾ ਕਿਤੇ, ਦੋਨੇ ਪਾਰਟੀਆਂ ਜਿਨ੍ਹਾਂ ਦੇ ਮਤਲਬ ਹੁੰਦੀ ਹੈ ਅੰਡਰਸਟੈਂਡਿੰਗ। ਤੇ ਇਹੀ ਗੱਲ ਲੱਗਦੀ ਹੈ ਕਿ ਜਿਹੜਾ ਇਹ ਸਾਰਾ ਹੁਣ ਤੁਸੀਂ ਦੇਖੋ ਚਾਈਨਾ ਨੇ ਜਿਹੜਾ ਸਾਰਾ ਤੇਲ ਕਿਤੇ ਚਾਈਨਾ ਖਰੀਦ ਰਿਹਾ, ਉਹ ਜਿਹੜਾ ਮਿੱਟੀਆਂ ਦੇ ਭਾਅ ਨਾ, ਕਿਉਂਕਿ ਉਹਨਾਂ ਕੋਲ ਜਗ੍ਹਾ ਵੀ ਹੈਗੀ ਹੈ, ਉਹਨੇ ਕ੍ਰੀਏਟ ਵੀ ਕਰ ਲਈ ਹੈ ਸਾਰਾ, ਉਹ ਆਪਣੇ ਕੋਲ ਸੁਟਾ ਰਿਹਾ, ਉਹ ਤੋਂ ਕੋਈ ਲੈ ਨਹੀਂ ਰਿਹਾ। ਉਹ ਹਰੇਕ ਪਾਸੇ ਤੋਂ ਚਾਈਨਾ ਕਵਰ ਕਰ ਗਿਆ। ਪਰ ਇਹਦੇ ਤੇ ਜ਼ਰੂਰ ਦੱਸਿਓ ਵੀ ਕੀ ਤੁਹਾਨੂੰ ਲੱਗਦਾ ਵੀ ਵਾਕਈ ਵੀ ਚਾਈਨਾ ਇਹਦੇ 'ਚ ਮਤਲਬ ਫਸ ਰਿਹਾ ਕਿ ਅਮਰੀਕਾ ਆਪਣਾ ਮਤਲਬ ਉਹਦੇ ਗਲ ਤੇ ਸਿੱਟ ਰਿਹਾ? ਪਰ ਚਾਈਨਾ ਨੇ ਜੀ ਸਾਰੇ ਪਾਸੇ ਤੋਂ ਲੋਕਾਂ ਨੂੰ ਕੀਤਾ, ਇਹਨਾਂ ਦਾ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦਾ। ਚਿੱਟੇ ਦੇ ਇੱਕ ਗੱਲ ਹੁੰਦੀ ਹੈ ਤਾਂ ਹੀ ਸਾਰੇ ਦੇਸ਼ ਮਤਲਬ ਪੂਰੇ ਹੋ ਕੇ ਫਟ ਰਹੇ ਨੇ। ਧੰਨਵਾਦ ਬਾਈ। ਸਰ ਸਰਜੀਤ ਸਿੰਘ ਨੇ ਮੇਰੇ ਨਾਲ, ਜਿਨ੍ਹਾਂ ਨੇ ਆਪਣੀ ਬੇਟੀ ਦਾ ਉਹਨਾਂ ਦਾ ਇਹ ਵੈਡਿੰਗ ਸੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਲਾ ਇਨਫੋਰਸਮੈਂਟ ਦੇ ਵਿੱਚ ਅਫੀਸਰ ਹੈ, ਕ੍ਰਿਮੀਨੋਲੋਜੀ ਦੀ ਮਾਸਟਰਸ ਕਰ ਰਹੀ ਹੈ, ਨਾਲ ਟੀਚਰ ਅਸਿਸਟੈਂਟ ਵੀ ਹੈ, ਪਰ ਕੁਝ ਮੁਸ਼ਕਲ ਦੇ ਵਿੱਚ ਦੀ ਉਹ ਲੰਘ ਰਹੇ ਨੇ, ਜਿਹਦਾ ਉਹ ਕੋਈ ਸੁਨੇਹਾ ਸਾਂਝਾ ਕਰਨਾ ਚਾਹੁੰਦੇ। ਸਰ ਜੀ ਤੁਹਾਡਾ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਮੈਂ ਇੱਕ ਜਨਰਲ ਇਹ ਗੱਲ ਡਿਸਕਸ ਕਰਨੀ ਚਾਹੁੰਦਾ। ਕਮਿਊਨਿਟੀ ਦਾ ਇਸ਼ੂ ਹੈ ਇਹ ਵੀ ਜਿਹੜੇ ਸਾਹਿਬਾਨ ਜਿਹੜੇ ਡਿਪੋਜ਼ਿਟ ਲੈ ਕੇ ਬੈਠੇ ਆ, ਹੁਣ ਇਹਦਾ ਤਾਂ ਠੀਕ ਆ, ਇਹ ਸਾਰਿਆਂ ਨੂੰ ਆਪਾਂ ਮੰਨਣਾ ਪਊਗਾ ਵੀ ਇਹਦੀ ਕਿਸੇ ਨੂੰ ਵੀ ਕੋਈ ਆਸ ਨਹੀਂ ਸੀ ਵੀ ਇਸ ਤਰ੍ਹਾਂ ਹੋਊਗਾ। ਆਪਾਂ ਨੇ ਬੁੱਕ ਆਪਾਂ ਤਾਂ ਕਰਾਣੇ ਤਾਂ ਕਿ ਆਪਾਂ ਆਪਣੇ ਬੱਚੀ ਦੇ ਆਨੰਦ ਕਾਰਜ ਕਰ ਸਕੀਏ। ਤੇ ਇਹ ਤਾਂ ਹੁਣ ਪੈਂਡੈਮਿਕ ਕਰਕੇ ਸਾਨੂੰ ਇਹ ਕਰਨਾ ਪਿਆ। ਜਿਹਦਾ ਕੈਂਸਲ ਹੋ ਜਾਂਦਾ ਹੈਗਾ ਤਾਂ ਉਹ ਮੇਰੇ ਹਿਸਾਬ ਨਾਲ ਉਹਨਾਂ ਨੂੰ ਰੀਫੰਡ ਕਰ ਦੇਣਾ ਚਾਹੀਦਾ। ਪਰ ਉਹ ਜਿਹੜੇ ਗੁਰਦੁਆਰਾ ਸਾਹਿਬ ਨਾਲ ਸਾਡੀ ਗੱਲਬਾਤ ਹੋ ਰਹੀ ਹੈ, ਉਹ ਉਹਨਾਂ ਦਾ ਪਹਿਲਾਂ ਉਹ ਮੰਨ ਗਏ ਸੀ ਵੀ ਅੱਜ ਆਪਣੀ ਰਸੀਦ ਲੈ ਕੇ ਆ ਜਾਓ ਤੁਸੀਂ। ਜਿਸ ਦਿਨ ਵੀਕਐਂਡ ਤੇ ਜਦੋਂ ਮੈਂ ਕਾਲ ਕੀਤੀ ਤਾਂ ਉਹ ਕਹਿੰਦੇ ਵੀ ਜੀ ਅਸੀਂ ਤਾਂ ਅੱਜ ਵਿਹਲੇ ਨਹੀਂ ਹੈਗੇ। ਮੈਂ ਕਿਹਾ ਚਲੋ ਠੀਕ ਹੈ, ਮੈਂ ਕਦੋਂ ਆਵਾਂ? ਕਹਿੰਦੇ ਅਗਲੇ ਵੀਕ ਕਾਲ ਕਰ ਲਿਓ। ਮੈਂ ਇਸ ਵੀਕ ਕਾਲ ਕੀਤੀ ਤਾਂ ਮੈਨੂੰ ਇਹ ਅੱਗੋਂ ਕਿਹਾ ਗਿਆ ਵੀ ਉਹ ਤਾਂ ਜੀ ਵਾਪਸ ਨਹੀਂ ਹੋਣੇ, ਕਿਉਂਕਿ ਉਹ ਤਾਂ ਅਸੀਂ ਟੈਕਸ ਭਰ ਚੁੱਕੇ ਹਾਂ ਪਿਛਲੇ ਸਾਲ CRA ਨੂੰ। ਇਸ ਕਰਕੇ ਉਹ ਤਾਂ ਇਹ ਚੈਰਿਟੀ ਹੈ, ਚੈਰਿਟੀ ਦੇ ਇਹ ਰੂਲ ਨੇ ਤੇ ਅਸੀਂ ਆਪਣੇ ਅਕਾਊਂਟੈਂਟ ਨਾਲ ਗੱਲ ਕਰ ਰਹੇ ਹਾਂ ਤੇ ਉਹ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਟਾਈਮ ਨਹੀਂ ਦੇ ਰਹੇ ਉਹ ਵੀ ਕਦੋਂ ਉਹਨਾਂ ਦੀ ਗੱਲ ਹੋਊਗੀ। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ 'ਚ ਟੈਕਨੀਕਲਿਟੀਜ਼ ਕੀ ਨੇ।
ਮੇਰਾ ਖਿਆਲ ਹੈ ਵੀ ਹੋਰ ਵੀ ਬਹੁਤ ਸੱਜਣ ਹੋਣਗੇ ਜਿਨ੍ਹਾਂ ਜਿਹੜੇ ਇਸ ਇਸ਼ੂ ਦੇ ਵਿੱਚੋਂ ਲੰਘ ਰਹੇ ਹੋਣਗੇ। ਇਹੀ ਮੇਰਾ ਕਹਿਣਾ ਸੀਗਾ। ਅੱਛਾ, ਇਹਦੇ ਚ ਫਿਰ ਬੱਚਿਆਂ ਨੇ ਕੀ ਰਿਐਕਟ ਕੀਤਾ ਜੀ? ਤੁਹਾਡੀ ਬੇਟੀ ਅਫਸਰ ਹੈ ਵੱਡੀ ਲਾ ਐਨਫੋਰਸਮੈਂਟ, ਬੱਚਿਆਂ ਦਾ ਉਹਨਾਂ ਦਾ ਆਪਣਾ ਦਿਲ, ਉਹਨਾਂ ਦਾ ਉਚਾਟ ਪਹਿਲਾਂ ਹੀ ਆਪਾਂ ਤਾਂ ਉਹ ਤਾਂ ਪਹਿਲਾਂ ਹੀ ਨਹੀਂ ਗੁਰਦੁਆਰਾ ਸਾਹਿਬ ਵੱਲ ਆਪਾਂ ਤਾਂ ਟਰਾਈ ਕਰਦੇ ਹਾਂ ਵੀ ਆਪਾਂ ਆਪਣਾ ਉੱਥੇ ਹੋਵੇ ਸਾਰਾ। ਉਹ ਕਹਿੰਦੀ ਰਾਦਰ ਆਊ ਡੂ ਦ ਕੋਰਟ ਮੈਰਿਜ। ਉਹ ਅਸੀਂ ਨਹੀਂ ਨਾ, ਸਾਡੇ ਅੰਦਰ ਨਹੀਂ, ਗਲੇ ਨਹੀਂ ਉਤਰਦੀ ਇਹ ਗੱਲ। ਅਸੀਂ ਕਹਿੰਦੇ ਵੀ ਸਾਡੇ ਆਨੰਦ ਕਾਰਜ ਹੋਣ, ਗੁਰਦੁਆਰਾ ਸਾਹਿਬ ਹੋਣ। ਬੱਚੇ ਓਬਵੀਅਸਲੀ ਬੱਚੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾਣਗੇ ਫਿਰ ਜੇ ਇਸ ਤਰ੍ਹਾਂ ਦਾ ਜਦੋਂ ਸਿਚੁਏਸ਼ਨ ਹੋਊਗੀ ਤਾਂ। ਮੇਰਾ ਖਿਆਲ ਹੈ ਵੀ ਗੁਰਦੁਆਰਾ ਸਾਹਿਬਾਨ ਨੂੰ ਵੀ ਥੋੜਾ ਜਿਹਾ ਕਰ ਲੈਣਾ ਚਾਹੀਦਾ ਇਹ, ਕਿਉਂਕਿ ਠੀਕ ਹੈ ਇਹ ਮਨੀ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ ਇੱਥੇ, ਪਰ ਪ੍ਰਿੰਸੀਪਲਸ ਤਾਂ ਪ੍ਰਿੰਸੀਪਲਸ ਨੇ ਨਾ। ਇਹ ਤਾਂ ਦੇਖੋ ਇਹ ਹੋ ਸਕਦਾ ਕੋਈ ਕਿਸੇ ਦੀ ਜੇਬ ਛੋਟੀ ਹੈ, ਕਿਸੇ ਦੀ ਵੱਡੀ ਹੈ, ਨਹੀਂ ਵੀ ਕੋਈ ਅਫੋਰਡ ਕਰ ਸਕਦਾ। ਇਹ ਮੇਰਾ ਹਿਸਾਬ ਨਾਲ ਇਹ ਇਨ ਜਨਰਲ ਇਹ ਆਪਾਂ ਨੂੰ ਰੱਖ ਕੇ ਇਹ ਮਸਲਾ ਥੋੜਾ ਜਿਹਾ ਡਿਸਕਸ ਕਰ ਲੈਣਾ ਚਾਹੀਦਾ ਕਮਿਊਨਿਟੀ ਦਾ। ਬਿਲਕੁਲ ਠੀਕ ਹੈ। ਅੱਗੇ ਵੀ ਮੈਂ ਗੱਲ ਕੀਤੀ ਹੈ ਜੀ। ਥੈਂਕ ਯੂ ਤੁਹਾਡਾ ਕੰਸਰਨ ਨੂੰ ਲੈ ਕੇ ਆਉਣ ਲਈ, ਧੰਨਵਾਦ ਬਹੁਤ ਬਹੁਤ। ਗੱਲ ਇਹ ਹੈ ਜੀ, ਪਿਛਲੇ ਦਿਨੀ ਵੀ ਮੈਂ ਡਿਸਕਸ ਕੀਤੀ ਸੀ ਕਿ ਇਹ ਕੁਛ ਨਹੀਂ ਹੈ, ਇਹ ਗੁਰੂ ਦੀ ਗੋਲਕ ਸੰਗਤਾਂ ਹੀ ਚਲਾਉਂਦੀਆਂ, ਪ੍ਰਬੰਧਕ ਥੋੜਾ ਚਲਾਉਂਦੇ ਆ ਗੁਰਦੁਆਰਾ। ਜੇ ਪੈਸਾ ਨਹੀਂ ਆਉਂਦਾ ਤਾਂ ਤੁਸੀਂ ਕਿਵੇਂ ਚਲਾ ਲਓਗੇ? ਜਾਂ ਤਾਂ ਲਿਆਓ ਫਿਰ ਕਮਾਈ ਕਰਕੇ, ਜੇ ਸੰਗਤ ਦੀ ਗੋਲਕ ਹਟ ਗਈ ਤਾਂ ਤੁਸੀਂ ਚਲਾ ਕੇ ਦਿਖਾਓ ਤਾਂ ਗੁਰਦੁਆਰਾ। ਫਿਰ ਹੁਣ ਇਹ $1000-1200 ਪਿੱਛੇ ਪ੍ਰਬੰਧਕ ਜਿਹੜੀ ਇਹ ਗੱਲ ਕਰ ਰਹੇ ਨੇ, ਤਾਂ ਪਹਿਲਾਂ ਲੈ ਜਿਓ ਜੀ ਆ ਕੇ, ਫਿਰ ਦੂਜੇ ਹਫ਼ਤੇ ਲੈ ਜਿਓ ਜੀ। ਹੁਣ ਉਹ ਅਸੀਂ ਪੈਸੇ ਭਰਤੇ ਜੀ, ਇਹਦਾ ਡੋਨੇਸ਼ਨ ਹੈ। ਕੋਈ ਗੁਰਦੁਆਰਾ ਸਾਹਿਬ ਦਾ ਨਾਂ ਅਸੀਂ ਨਹੀਂ ਲੈਣਾ ਚਾਹੁੰਦੇ ਕਿਉਂਕਿ ਫਿਰ ਉਹਨਾਂ ਨੂੰ ਪਰਸਨਲੀ ਹਰਟ ਹੋਣਾ ਜੀ। ਸਾਨੂੰ ਕਹਿਤਾ, ਇਹ ਕਹਿਤਾ, ਫਿਰ ਜਦੇ ਹੀ ਦੂਜੇ ਦਿਨ ਮਨ 'ਚ ਹੋ ਜਾਂਦਾ ਵੀ ਸਾਨੂੰ ਟਾਰਗੇਟ ਕਰਤਾ। ਪਰ ਤੁਸੀਂ ਜਿੰਨੇ ਵੀ ਇਨ ਜਨਰਲ ਮੈਂ ਕਹਿਣਾ ਪ੍ਰਬੰਧਕਾਂ ਨੂੰ, ਇਹ ਗੱਲ ਠੀਕ ਨਹੀਂ ਹੈ। ਹੁਣ ਕੌਣ ਚਾਹੁੰਦਾ ਮਸਾ ਦਾ 3-3 ਸਾਲ ਦੀ ਵੇਟ ਕਰਕੇ 3-3 ਸਾਲ ਪਹਿਲਾਂ ਦਾ ਜਵਾਕ ਵਿਆਹ ਨਹੀਂ ਕਰਾਉਂਦੇ? ਮਸਾ ਉਹਨਾਂ ਨੇ ਹਾਂ ਕੀਤੀ ਤੇ ਉਹ ਦਿਨ ਆ ਰਿਹਾ, ਤੇ ਉਹ ਦਿਨ ਜਦ ਆ ਰਿਹਾ ਤਾਂ ਤਰੀਕਾ ਸੈੱਟ ਨੇ। ਤੁਸੀਂ ਤੁਹਾਡੇ ਕੋਲ ਤਾਂ 1000 ਹੈ, ਉਹਨਾਂ ਦਾ ਲੱਖਾਂ ਡਾਲਰ ਸ਼ਾਪਿੰਗ ਤੇ ਪਤਾ ਨਹੀਂ ਕੀ ਕੁਛ ਕੀਤਾ, ਕਾਰਡ ਛਪਾਏ ਲੋਕਾਂ ਦੇ, ਸਾਰਾ ਕੁਛ ਬੁਕਿੰਗ ਕਰਾਈਆਂ ਹੋਈਆਂ, ਸਭ ਕੋ ਹਾਲਾਂ ਦੀਆਂ ਬੁਕਿੰਗ ਕਰਾਈਆਂ। ਹੁਣ ਜਿਹੜਾ ਕਿਸੇ ਦੇ ਹੱਥ 'ਚ ਨਹੀਂ ਹੈ, ਚਲੋ ਕੋਈ ਬੈਂਕਟ ਹਾਲ ਵਾਲਾ ਤਾਂ ਕਹੇ ਵੀ ਅਸੀਂ ਕੀ ਕਰੀਏ ਯਾਰ, ਅਸੀਂ ਰੋਟੀ ਖਾਣੀ। ਗੁਰਦੁਆਰਾ ਸਾਹਿਬ ਜਿਹੜਾ ਗੁਰੂ ਦੀ ਗੋਲਕ ਸੰਗਤਾਂ ਦੇ ਡਾਲਰ ਨਾਲ ਚੱਲਦਾ, ਉਹ ਇਸ ਤਰ੍ਹਾਂ ਕਿਉਂ ਕਰਦੇ ਆ? ਮੈਨੂੰ ਇਹ ਸਮਝ ਨਹੀਂ ਆ ਰਹੀ। ਫਿਰ ਲੋਕ ਫੇਸਬੁੱਕਾਂ ਤੇ ਨਾਂ ਪਾ ਕੇ ਲਿਖਣਗੇ, ਰਸੀਦਾਂ ਪਾਉਣਗੇ ਉੱਪਰ, ਫਿਰ ਬਦਨਾਮੀ ਹੋਊ, ਫਿਰ ਕਹੋਗੇ ਗੋਲਕ ਘਟ ਗਈ। ਇਸ ਤਰ੍ਹਾਂ ਨਾ ਕਰੋ। ਲਓ ਉਹਨਾਂ ਲੋਕਾਂ ਨੂੰ ਕਹੋ, ਲਓ ਜੀ $1000 ਤੁਹਾਡਾ ਭਾਈ ਸਾਹਿਬ, 1000, ਬਾਕੀ ਜੇ ਤੁਹਾਡੀ ਮਰਜ਼ੀ ਹੈ ਥੋੜਾ ਬਹੁਤਾ ਸਾਨੂੰ ਗੋਲਕ ਦੇ ਵਿੱਚ ਪਾ ਕੇ ਜਾਓ। ਅਸੀਂ ਔਖੇ ਸਮੇਂ ਤੋਂ ਗੁਜ਼ਰ ਰਹੇ ਹਾਂ, ਬਈ ਸੰਗਤ ਨਹੀਂ ਆ ਰਹੀ, ਖਰਚੇ ਨੇ, ਮੌਰਗੇਜਸ ਨੇ, ਸਭ ਕੁਛ ਤੁਹਾਡਾ ਮੰਨ ਰਹੇ ਹਾਂ। ਪਰ ਨਾ ਕਹੋ ਵੀ ਪਹਿਲਾਂ ਅੱਜ ਲੈ ਜੀ, ਕੱਲ ਨੂੰ ਲੈ ਜੀ, ਤੇ ਹੁਣ ਨਹੀਂ ਅਸੀਂ, ਹੁਣ ਤਾਂ ਜੀ ਉਹ ਅਸੀਂ ਟੈਕਸ 'ਚ ਭਰਤਾ। ਕਮਾਲ ਹੈ। ਟੈਕਸ ਉਹ ਕਹਿ ਰਹੇ ਨੇ ਅਗਸਤ 'ਚ ਭਰਿਓ, ਜਿੰਨੀਆਂ ਵੀ ਇਹ ਤੁਸੀਂ ਆਪਣੀਆਂ ਟੈਕਸ ਤਾਂ ਡਿਫਰ ਕਰਤਾ 3-3 ਮਹੀਨੇ ਉਹਨਾਂ ਨੇ। ਉਹੀ ਤਾਂ 55 ਬਿਲੀਅਨ ਵਿੱਚ ਗਿਣ ਰਹੇ ਨੇ ਟਰੂਡੋ ਸਾਹਿਬ। 82 ਦੇ ਵਿੱਚ 55 ਤਾਂ ਲੋਕਾਂ ਦਾ ਟੈਕਸ ਸੀ। ਪਰ ਇਹ ਵਧੀਆ ਗੱਲ ਨਹੀਂ ਲੱਗਦੀ ਮੇਰੇ ਖਿਆਲ। ਸੈਮ ਜੀ, ਲਾਈਨ ਨੰਬਰ 4, ਤੁਸੀਂ ਪਹਿਲੇ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਸੀ। ਹਾਂਜੀ ਹਾਂਜੀ ਅਸੀਂ ਟਰੱਕ ਚਲਾਉਂਦੇ ਡੀਲ ਕਰਦੇ ਟ੍ਰੈਫਿਕ ਨਾਲ ਬੜੇ ਸਮਾਰਟ ਹੋ ਗਏ ਆ ਡਰਾਈਵਿੰਗ ਦੇ ਤੌਰ ਤੇ। ਮੇਰਾ ਖਿਆਲ ਹੈ ਜਿਸ ਮਾਈਕ ਤੇ ਤੁਸੀਂ ਬੈਠੇ ਆ, ਤੁਹਾਨੂੰ ਜਿੰਨੀਆਂ ਚੀਜ਼ਾਂ ਆਲੇ ਦੁਆਲੇ ਮਿਲਦੀਆਂ, ਯੂ ਆਰ ਦਾ ਸਮਾਰਟ। ਔਰ ਤੁਸੀਂ ਸਾਡੀਆਂ ਗਲਤ ਫਹਿਮੀਆਂ ਜਿਹੜੀਆਂ ਆ ਉਹ ਬਾਖੂਬੀ ਮੇਰਾ ਖਿਆਲ ਕਰ ਸਕਦੇ ਆ ਕਲੀਅਰ। ਔਰ ਤੁਸੀਂ ਕਰ ਵੀ ਦਿੱਤੀ ਹੈਡ ਜੀ, ਜਦੋਂ ਕਿ ਤੁਸੀਂ ਗੱਲ ਸ਼ੁਰੂ ਕੀਤੀ ਉਸ ਤੋਂ ਬਾਅਦ ਬੜੀਆਂ ਕਾਲਾਂ ਆਈਆਂ, ਆ ਜੀ ਜਹਾਂ ਆ, ਆ ਜੀ ਜਹਾਂ। ਔਰ ਤੁਸੀਂ ਬਾਅਦ ਵਿੱਚ ਵੀ ਆਰਥਿਕਤਾ ਨਾਲ ਇਹ ਜੁੜਿਆ ਹੋਇਆ ਮਸਲਾ ਆ, ਬਿਨਾਂ ਕਿਸੇ ਗੱਲ ਤੋਂ ਘੋੜੇ ਦੜਾਉਣ ਦੀ ਲੋੜ ਨਹੀਂ ਹੈਗੀ। ਔਰ ਉਹ ਇਹ ਵਧੀਆ ਤੁਸੀਂ ਬਹੁਤ, ਕਿਉਂਕਿ ਮੈਂ ਤਾਂ ਇਹ ਕਿਹਾ ਵੀ ਕਈ ਤਾਂ ਗੀਤਾਂ ਦੇ ਪ੍ਰੋਗਰਾਮ ਹੁੰਦੇ, ਇਹ ਗੀਤ ਹੈਗੇ ਇਨਫੋਰਮੇਸ਼ਨ ਦੇ, ਮੇਰੇ ਪ੍ਰੋਗਰਾਮ ਇਨਫੋਰਮੇਸ਼ਨ ਦੇ। ਔਰ ਸਾਨੂੰ ਵਧੀਆ ਚੁਸਤ ਕਰਦੇ ਰਿਹਾ ਕਰੋ। ਔਰ ਨਾਲ ਲੱਗਦੀ ਇੱਕ ਹੋਰ ਵੀ ਗੱਲ ਕਰਨੀ ਹੈ, ਜਿਹੜੀ ਕੌਨਸਪੀਰੇਸੀ ਥਿਊਰੀਆਂ ਦੀ ਆਪਾਂ ਕਰਦੇ ਹਾਂ, ਅਜੇ ਤੱਕ ਬਹੁਤ ਆਈਆਂ ਔਰ ਉਹਨਾਂ 'ਚੋਂ ਕੋਈ ਵੀ ਕਾਮਯਾਬ ਨਹੀਂ ਹੋ ਸਕੀ। ਮੈਨੂੰ ਲੱਗਦਾ ਜਿਹੜੀਆਂ ਆਉਣ ਵਾਲੀਆਂ ਥਿਊਰੀਆਂ ਇਹ ਵੀ ਸਾਰੀਆਂ ਫੇਲ ਹੋ ਜਾਣੀਆਂ ਆ। ਇੱਕ ਚੀਜ਼ 'ਚ ਮੈਨੂੰ ਵੀ ਥੋੜ੍ਹਾ ਜਿਹਾ ਕਿੰਤੂ ਹੁੰਦਾ, ਐਸੇ ਜਦੋਂ ਕਿਤੇ
ਨਹੀਂ ਸੱਚ ਦਾ ਪਤਾ ਹੁੰਦਾ ਉਦੋਂ ਆਪਾਂ ਥਿਊਰੀਆਂ ਕੱਢ ਲੈਂਦੇ ਆ ਵੀ ਕਿਉਂ ਨਹੀਂ ਅਜੇ ਤੱਕ ਪਲਾਜ਼ਮਾ ਵੀ ਇੱਕ ਸੇਮ ਥਿੰਗ ਆ। ਜੇ ਵੈਕਸੀਨ ਸਾਡੇ ਅੰਦਰ ਉਸ ਚੀਜ਼ ਨੂੰ ਐਂਟੀਬਾਡੀ ਡਿਵੈਲਪ ਕਰਦੀ ਤੇ ਪਲਾਜ਼ਮਾ ਵੀ ਡਿਵੈਲਪ ਕਰਦਾ, ਤੇ ਪਲਾਜ਼ਮਾ ਨੂੰ ਕਿਉਂ ਅਪਰੂਵਲ ਨਹੀਂ ਦਿੰਦੇ ਕਿ ਉਹ ਫ੍ਰੀ ਆ? ਸੋ ਆਈ ਡੋਂਟ ਨੋ ਦੇ ਕੁਝ ਵੀ ਹੋ ਸਕਦਾ ਵੀ ਵੱਡੀਆਂ ਕੰਪਨੀਆਂ ਰੈਡੀ ਹੋਣ ਅਜੇ ਪੈਸੇ ਬਣਾਉਣ ਨੂੰ। ਬਾਕੀ ਤੁਹਾਨੂੰ ਬਹੁਤ ਜ਼ਿਆਦਾ ਪਤਾ, ਸਾਨੂੰ ਗਿਆਨ ਦਿੰਦੇ ਰਹੋ। ਧੰਨਵਾਦ ਜੀ। ਸਾਰੇ ਕਲੈਕਟਿਵ ਕੋਸ਼ਿਸ਼ ਕਰ ਰਹੇ ਹਾਂ ਇੱਕ ਦਿਮਾਗ ਤੇ, ਬਾਕੀ ਤੁਸੀਂ ਸਾਰੇ ਕਰੈਕਟ ਵੀ ਕਰਦੇ ਹੋ, ਮੈਂ ਉਹ ਗੱਲ ਮੰਨਣ ਨੂੰ ਵੀ ਤਿਆਰ ਹਾਂ। ਕਈ ਵਾਰ ਕੋਈ ਚੀਜ਼ ਨਹੀਂ ਵੀ ਸਹੀ ਹੁੰਦੀ, ਕਈ ਵਾਰ ਇਹ ਨਹੀਂ ਕਿ ਹੋਸਟ ਕੋਈ ਬੈਠਾ ਰੂਲ ਆਊਟ ਕਰਦਾ ਕਿ ਅਸੀਂ ਗੋਲਡਨ ਚੇਅਰ ਤੇ ਬੈਠੇ ਹਾਂ ਗੋਲਡਨ ਗਲੋਵਸ ਪਾ ਕੇ ਤੇ ਉਹਨਾਂ ਨਾਲ ਸੁੱਚਾ ਨੱਪਦੇ ਹਾਂ ਵੀ ਸਾਡਾ ਕਿਹਾ ਜਿਹੜਾ ਉਹ ਸਹੀ ਆ। ਭੂਏ ਵੀ ਤੁਸੀਂ ਉਹ ਚੜਾਏ ਹੋਏ ਨੇ ਵੀ ਤੂੰ ਫਲਾਣਾ ਇਹ ਤੇ ਬੋ, ਫਿਰ ਉਹ ਗਰਦਨ ਦਾ ਚੀਲਾ ਹੀ ਘੁੰਮਦਾ, ਸਾਰਾ ਸਰੀਰ ਇਹ ਘੁੰਮਦਾ, ਗਰਦਨ ਨਹੀਂ ਘੁੰਮਦੀ ਨਾਲ। ਉਹ ਨਾ ਫਿਰ ਲੋਕਾਂ 'ਚ ਰਲਦੇ ਆ ਕੇ, ਉਹ ਕਹਿੰਦੇ ਨਾ ਇਹ ਗੈਦਰਿੰਗ 'ਚ ਨਹੀਂ, ਇਹ ਕਰਾਊਡ 'ਚ ਨਹੀਂ ਅਸੀਂ ਜਾਂਦੇ, ਇਹ ਹੋਰ ਕਰਾਊਡ ਹੈ, ਥਲੜਾ ਲੈਵਲ ਹੈ। ਅਸੀਂ ਤਾਂ ਸ਼ਮਾ ਜਗਾ ਕੇ ਬਹਿਣ ਵਾਲੇ ਆ, ਮਤਲਬ ਮਾੜਾ ਜਿਹਾ ਸਵਾਰ ਕੇ ਕੱਪੜਾ ਲੱਤਾ ਪਾ ਕੇ, ਸਾਡੀ ਗੈਦਰਿੰਗ ਹੋਰ ਹੈ, ਤਾਂ ਹੀ ਤਾਂ ਅਸੀਂ ਪਰਾਂ ਰਹਿੰਦੇ ਹਾਂ ਇਹਨਾਂ ਤੋਂ। ਤੁਸੀਂ ਵੀ ਸਾਨੂੰ ਉੱਥੇ ਕੇ ਰੱਖਿਆ ਕਰੋ ਜਿੱਥੇ ਕਿ ਸਾਡੀ ਜਗ੍ਹਾ। ਅਸੀਂ ਕੰਮ ਕਰਦਾ, ਤੁਸੀਂ ਟਰੱਕ ਚਲਾਉਂਦੇ ਹੋ ਸੈਨ ਜੀ, ਮੈਂ ਮਾਈਕ ਤੇ ਬੈਠਾ ਕੰਮ ਕਰ ਰਹੇ ਹਾਂ ਆਪਾਂ ਦੋਨੇ, ਸਾਡੇ ਹਿੱਸੇ ਇਹ ਆ ਗਿਆ, ਚਾਰ ਗੱਲਾਂ ਕਰਨੀਆਂ ਆਉਂਦੀਆਂ ਨੇ। ਪਰ ਇੱਕ ਹੋਰ ਨਾਲ ਹੀ ਦੱਸ ਦੇਵਾਂ, ਟਰੱਕਿੰਗ ਇੰਡਸਟਰੀ ਤੋਂ ਯਾਦ ਆ ਗਿਆ, ਹੁਣ ਗੜਬੜ ਇੱਕ ਕੀ ਹੋ ਰਹੀ ਹੈ। ਖਰਬੂਜਾ ਪਹਿਲਾਂ ਵੀ ਹਾਲ ਮਾੜੇ ਸੀ, $2500 ਦੇ ਵਿੱਚ। ਅਗਲਾ ਮੈਂ ਵਿਸ਼ਾ ਸ਼ੁਰੂ ਕਰਨਾ। $2500 ਸ਼ਿਕਾਗੋ ਤੋਂ ਲੋਡ ਲੋਕ ਚੱਕ ਕੇ ਉਹਦੇ $600 ਤੇ ਐਡਮਿੰਟਨ ਨੂੰ ਲੋਡ ਇੱਕ ਲੈ ਕੇ ਗਿਆ ਭਾਈ। ਬ੍ਰੋਕਰੇਜ ਜਿਹੜੀ ਹੈ ਉਹਨੇ ਛਿੱਲ ਲਾਤੀ। ਹੁਣ ਬ੍ਰੋਕਰੇਜ ਕੋਈ ਭੂਤ ਨਹੀਂ ਜਿਹੜਾ ਦਿਖਦਾ ਨਹੀਂ। ਹੁਣ ਕੀ ਹੋਇਆ, ਟਰੱਕਿੰਗ ਕੰਪਨੀਆਂ ਦੇ ਕੋਲ ਜਿਨ੍ਹਾਂ ਕੋਲ ਵੱਧ ਲੋਡ ਸੀ ਉਹਨਾਂ ਨੇ ਨਾਲ ਇੱਕ ਬ੍ਰੋਕਰੇਜ ਵਿੱਚੇ ਫਰਮ ਖੋਲ ਲਈ। ਉਹਨਾਂ ਨੇ ਹੁਣ ਕੀ ਕੀਤਾ, ਆਪਣੀ ਕੰਪਨੀ ਦੇ ਟਰੱਕ ਜਿਹੜੇ 10-15 ਚਲਾ ਕੇ ਓਨਰ ਆਪਰੇਟਰ ਬਿਠਾਤੇ ਘਰੇ, ਲੋਡ ਉਹਨਾਂ ਕੋਲ ਹੈਗੇ ਨੇ, ਉਹਨੂੰ ਲੋੜਾਂ ਨੂੰ ਨਵੀਆਂ ਕੰਪਨੀਆਂ ਦੇ ਨਾਂ ਥੱਲੇ ਬ੍ਰੋਕਰੇਜ ਕਰ ਰਹੇ ਨੇ। ਉਹ ਹੁਣ ਲਾਰੇ ਲਾ ਕੇ ਦੂਜਿਆਂ ਨੂੰ ਜਿਨ੍ਹਾਂ ਨੇ $2.5 ਲੱਖ ਉਹਦੇ ਤੋਂ 11-12% ਡਿਸਪੈਚ ਆਉਣਾ, ਉਹਨੂੰ ਕਹਿ ਤੂੰ ਤਾਂ ਬੈਠ ਵੇ ਹੈ ਹੀ ਨਹੀਂ। ਤੇ ਦੂਸਰੇ ਪਾਸੇ ਜੇ 10,000 ਦਾ ਲੋਡ ਆ, 5,000 ਚੁਕਾ ਤਾਂ $5000 ਬਣਨਾ। ਲੋਡ ਬੋਰਡ ਤੇ ਨਵੀਆਂ ਕੰਪਨੀਆਂ ਤੁਸੀਂ ਦੇਖਿਓ, ਸਰਚ ਕਰਕੇ ਤੇ ਦੇਖਿਓ ਕਿਹੜੀਆਂ ਕੰਪਨੀਆਂ, ਕਦੇ ਨਾਂ ਨਹੀਂ ਸੁਣਿਆ ਉਹ ਕੰਪਨੀਆਂ ਜਿਹੜੀਆਂ ਨਵੀਆਂ ਆ ਰਹੀਆਂ। ਹੁਣ ਇਸ ਚੀਜ਼ ਦੇ ਵਿੱਚ ਇਹ ਨਹੀਂ ਹੈ ਕਿ ਤੁਹਾਡੀ ਕਮਿਊਨਿਟੀ ਨੇ ਬਾਹਰਲੇ ਬੰਦੇ ਛਿੱਲ ਲਾ ਰਹੇ ਨੇ, ਨਹੀਂ ਤੁਹਾਡੇ ਵੀ ਲਾ ਰਹੇ। ਲੋਡ ਕੋਈ ਨਵੀਂ ਕੰਪਨੀ ਦਾ ਚੱਕਣ ਤੋਂ ਪਹਿਲਾਂ ਕ੍ਰੈਡਿਟ ਚੈੱਕ ਵਗੈਰਾ ਕਰ ਲਿਓ, ਕਿਤੇ ਦੇਖਿਓ ਠੱਗੀ ਵੱਜ ਜਾਵੇ, ਜਿਹੜਾ 5000 ਮਿਲਣਾ ਉਹ ਵੀ ਨਾ ਮਿਲੇ। ਇਸ ਚੀਜ਼ ਦਾ ਖਾਸ ਕਰ ਦਲਜੀਤ ਸਿੰਘ ਇੰਡਿਆਨਾ ਉਹਨਾਂ ਨੇ ਲਿਖਿਆ, ਉਹ ਲਿਖਦੇ ਰਹਿੰਦੇ ਨੇ ਸਾਰੇ, ਤੇ ਇਸ ਤੇ ਆਪਾਂ ਗੱਲਬਾਤ ਅਕਸਰ ਕਰਦੇ ਰਹਿੰਦੇ ਆ। ਹੁਣ ਇਹ ਕ੍ਰਾਈਸਿਸ ਦੇ ਸਮੇਂ 'ਚ ਇਹੀ ਤਾਂ ਮੁਸ਼ਕਲ ਹੈ, ਇਹਨੂੰ ਤਾਂ ਮੁਸ਼ਕਲ ਕਹਿੰਦੇ ਆ ਆਪਾਂ। ਦੇਖੋ ਕਰਨ ਕੀ ਲੱਗੇ ਹੋਇਆ ਅਸੀਂ। ਬ੍ਰੋਕਰੇਜ ਪਹਿਲਾਂ ਵੀ ਹੋ ਰਹੀ ਹੈ ਟਰਾਂਸਪੋਰਟ ਕੰਪਨੀਆਂ ਦੇ ਵਿੱਚ। ਉਹ ਕਹਿੰਦੇ ਕਿੱਥੇ ਫਾਇਦਾ, ਕਿੱਥੇ ਤਾਂ 20,000 ਦੇ ਵਿੱਚੋਂ 12% ਮਿਲਣਾ, 2,500 ਕਿੱਥੇ 2,500 ਇੱਕ ਲੋਡ 'ਚੋਂ ਮਿਲਣਾ, ਤੂੰ ਛੱਡ ਇੱਕ ਨੂੰ 20,000 25,000 ਮਸਾਂ ਗਰੋਸ ਬਣਾਈ ਉਹਨੇ ਮਹੀਨੇ ਦੀ, ਤੇ ਉਹਦੇ 'ਚੋਂ 12% ਕੀ ਨਾਲ ਟ੍ਰੇਲਰ ਤੜਾਉਣੇ ਫਿਰਦੇ ਹੋ, ਕੋਈ ਫਾਇਦਾ ਨਹੀਂ। ਲੋਡ ਇਹ ਨੱਪ ਲਓ, ਲੋਡ ਇਹ ਅੱਗੇ ਭੇਜ ਦਿਓ ਬਣੇ ਬਣਾਏ ਤੇ ਕਰੀਮ ਚੱਕ ਲਓ। ਫਿਰ ਉਹ 'ਚ ਦਰਜਾਬੰਦੀ ਹੁੰਦੀ ਆ, ਪਹਿਲਾਂ 5,000 ਤੇ ਭੇਜਤਾ, 10 ਬੰਦੇ ਆ ਗਏ, ਉਹ ਕਹਿੰਦੇ 5,000 ਤਾਂ ਚਲੇ ਗਏ, ਹੁਣ ਆਵੇ ਵਾਲੇ 4500 ਦੇ ਨੇ, 4500 'ਚ ਆ ਗਏ। ਫਿਰ ਕੋਈ ਜਬਕਦਾ ਬੈਠਾ ਹੈ, ਉਹ ਕਹਿੰਦਾ ਯਾਰ ਘਰ ਤਾਂ ਮੁੜਦਾ ਕਰਕੇ ਮੈਂ ਕਿਵੇਂ ਪੁੱਛਣ ਦੇ, ਚਾਹ ਕੌਫੀ ਜੋ ਕੇ ਖਾਲੀ ਥੋੜਾ ਹੋਣਾ। ਫਿਰ ਇਸ ਤਰ੍ਹਾਂ ਅਸੀਂ ਕਰ ਰਹੇ ਹਾਂ, ਇਹ ਇੱਕ ਮੁਸ਼ਕਲ ਹੋ ਰਹੀ ਹੈ। ਜਿਹੜੀ ਮੈਂ ਗੱਲ ਅਗਲੀ ਤੋੜਨੀ ਚਾਹੁੰਦਾ ਹੈ ਉਹ ਇਹ ਹੈ ਵੀ ਠੀਕ ਹੈ, ਹੁਣ ਜਿਵੇਂ ਡਾਕਟਰ ਰਾਸ਼ਦ ਬੁੱਟਰ ਨੇ ਇਸ ਸਮੇਂ ਇਹ ਸਾਜ਼ਿਸ਼ਾਂ ਬਣਾਉਣ ਵਾਲੇ ਲੋਕ, ਕਈ ਵਾਰ ਕਿਤਾਬਾਂ ਵੇਚਣ ਵਾਲੇ ਲੋਕ ਇਸ ਸਮੇਂ ਐਕਟਿਵ ਹੋ ਜਾਂਦੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਪਰ ਜਿਹੜੀ ਉਹ ਜਿਵੇਂ ਸੈਮ ਹੋਣੀ ਪਲਾਜ਼ਮਾ ਥੈਰੇਪੀ ਦੀ ਕਹੀ, ਉਹਨੂੰ ਜੈਸ ਕਿਉਂ ਨਹੀਂ ਕਰ ਰਹੇ ਬਈ? ਜਿਹੜੀ ਉਹਨੇ ਕੁਝ ਅੰਕੜੇ ਦਿੱਤੇ ਨੇ ਨਾ, ਉਹ ਅੰਕੜੇ ਬੜੇ, ਜਿਵੇਂ ਏਡਸ ਦੇ HIV ਪੋਜ਼ਿਟਿਵ ਦੇ 83 'ਚ ਗੱਲ ਕਰਨ ਲੱਗੇ 1981 'ਚ, ਇਹ ਜੀ ਇਹ ਸਮਲਿੰਗੀਆਂ ਨੂੰ ਹੁੰਦੀ ਹੈ ਜੀ, ਇਹ ਗੇਜ਼ ਨੂੰ ਹੁੰਦੀ ਹੈ ਜੀ, ਇਹ ਇਸ ਤਰ੍ਹਾਂ ਹੁੰਦੀ ਹੈ ਉਸ ਤਰ੍ਹਾਂ। 84 'ਚ ਉਹਦੀ ਦਵਾਈ ਆਈ। ਹੁਣ ਡਾਕਟਰ ਫੌਚੀ ਨੂੰ ਲੋਕ ਟਾਰਗੇਟ ਕਰ ਰਹੇ ਨੇ। ਵੈਸੇ ਉਹ ਬਹੁਤ ਪੁਰਾਣਾ ਇੱਕ ਬਿਊਰੋਕਰੈਟ ਆ, ਡਾਕਟਰ ਹੈ, ਉਹ ਇਨਫੈਕਸ਼ੀਅਸ ਡਿਜ਼ੀਜ਼ਸ ਦੇ ਡਿਪਾਰਟਮੈਂਟ ਦਾ ਡਾਇਰੈਕਟਰ ਹੈ। ਤੇ ਉਹਨੂੰ ਹੁਣ ਕਹਿ ਰਹੇ ਨੇ ਵੀ ਇਹ ਕਿਤੇ ਬਿਲ ਗੇਟਸ ਨਾਲ ਮਿਲਿਆ ਹੋਇਆ।
ਬਿਲ ਗੇਟਸ ਨੇ ਆਪਣਾ ਬਹੁਤ ਫਾਰਚੂਨ ਜਿਹੜਾ ਡਾਇਵਰਟ ਕੀਤਾ ਹੈ ਫਾਰਮਾਸਿਊਟੀਕਲ 'ਚ। ਜਿਵੇਂ ਆਇਲ ਐਂਡ ਗੈਸ ਇੱਕ ਥੰਮ ਹੈ, ਇਸ ਤਰ੍ਹਾਂ ਫਾਰਮਾਸਿਊਟੀਕਲ ਵੀ ਥੰਮ ਹੈ ਇੱਕ। ਜਦ ਉਹਨਾਂ ਨੂੰ ਪਤਾ ਹੁੰਦਾ ਵੀ ਸਪਲਾਈ ਤੇ ਡਿਮਾਂਡ, ਹੁਣ ਜਿਹੜੀਆਂ ਬਹੁਤ ਦੁਨੀਆ ਦੀਆਂ ਫਾਰਮਾਸਿਊਟੀਕਲ ਕੰਪਨੀਆਂ ਕੱਚਾ ਸਮਾਨ ਜਿਹੜਾ ਜ਼ਿਆਦਾ ਚੀਨ 'ਚ ਮਿਲਦਾ, ਉੱਥੋਂ ਹੁਣ ਭੱਜ ਭਜਈਆ ਸ਼ੁਰੂ ਹੋ ਰਿਹਾ, ਲੋਕਾਂ ਨੇ ਮੂਵ ਹੋਣਾ ਹੁਣ। ਸੋ ਇਹ ਇੱਕ ਗੱਲ ਚੱਲ ਰਹੀ ਹੈ ਕਿ ਯਾਰ ਇਹ ਦੁਨੀਆ ਨੂੰ ਕਾਬੂ ਕਰਨ ਲਈ ਕਰੋਨਾ ਵਾਇਰਸ ਤਾਂ ਨਹੀਂ ਘਟਦਾ। ਜੇ ਦੇਖਦੇ ਹੋ ਤਾਂ ਸਭ ਕੁਛ, ਇੱਕ ਡਾਕਟਰ ਨੇ ਕੱਲ ਕਿਹਾ, ਉਹ ਸਰਜਨ ਵੀ ਹੈ, ਉਹ ਕਹਿੰਦਾ ਯਾਰ ਇਮਿਊਨ ਸਿਸਟਮ ਘਰੇ ਰਹਿ ਕੇ ਕਿਵੇਂ ਡਿਵੈਲਪ ਹੋ ਜਾਊ, ਇਮਿਊਨ ਸਿਸਟਮ ਤਾਂ ਖਤਮ ਹੋ ਜਾਊ। ਇਮਿਊਨ ਸਿਸਟਮ ਡਿਵੈਲਪ ਬਾਡੀ ਟੂ ਬਾਡੀ ਕਰਦੀ ਆ, ਤੁਸੀਂ ਮਿਲਣਾ, ਬਾਹਰ ਨਿਕਲਣਾ, ਕੋਲ ਲੰਘਣਾ, ਹੱਥ ਨੱਕ ਤੇ ਲਾਉਣਾ, ਮੂੰਹ ਤੇ ਲਾਉਣਾ, ਮਿੱਟੀ 'ਚ ਖੇਲਦੇ ਜਵਾਕਾਂ ਨੂੰ ਕਹਿੰਦੇ ਨਾ ਪਿੰਡਾਂ ਦੇ ਵਿੱਚ ਵੀ ਜਿਹੜਾ ਮਿੱਟੀ 'ਚ ਨਹੀਂ ਖੇਲਿਆ ਉਦੋਂ ਉਹ ਨਹੀਂ ਤਕੜਾ ਹੋ ਸਕਦਾ। ਮਿੱਟੀ ਦੇ ਨਾਲ ਇਮਿਊਨ ਸਿਸਟਮ ਬਿਲਡ ਹੁੰਦਾ। ਸੋ ਤੁਸੀਂ এনवायरमेंट 'ਚੋਂ ਲੈਂਦੇ ਹੋ, ਇੱਧਰੋਂ ਲੈਂਦੇ ਹੋ, ਉੱਧਰੋਂ ਲੈਂਦੇ ਹੋ, ਤੇ ਹੁਣ ਇਹ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ। ਪਰ ਕੋਈ ਵੀ ਹੋਵੇ ਗੱਲ, ਜਿਵੇਂ ਦੁਨੀਆ ਖੂੰਜੇ ਲਾਈ ਹੋਈ ਹੈ ਇਸਨੇ, ਉਹ ਬਹੁਤ ਵੱਡੀ ਮੁਸ਼ਕਲ ਹੈ। ਇਹ ਜਦ ਇੱਕ ਵਾਰ ਖੜਾ ਪਟਾ ਲਿਆ, ਦੁਬਾਰਾ ਪਟਾ ਚੜਾਉਣਾ ਮਸ਼ੀਨ ਤੇ ਬਹੁਤ ਔਖਾ ਹੈ, ਲੰਮਾ ਕੰਮ ਹੈ। ਸੋ ਇਸ ਵਿਸ਼ੇ ਤੇ ਤੁਹਾਡੀ ਗੱਲਬਾਤ ਮੈਂ ਕਰਨੀ ਚਾਹੁੰਦਾ, ਜਿਵੇਂ ਇਹਦੇ ਨਾਲ ਹੀ ਚੱਲਦੀ, ਕਿਉਂਕਿ ਆਹ ਚੀਜ਼ਾਂ ਕਿਤੇ ਪਹਿਲਾਂ ਦਿਖੀਆਂ ਨਹੀਂ ਸੀ ਜਿਹੜੀਆਂ ਡਿਵੈਲਪ ਹੋ ਰਹੀਆਂ। ਅੱਜ ਉਹਨਾਂ ਨੇ ਰਾਜਸਥਾਨ ਦੇ ਇੱਕ ਹਸਪਤਾਲਾਂ ਦੀ ਫੋਟੋ ਭੇਜੀ ਹੈ, ਨਿਊਯਾਰਕ ਟਾਈਮਜ਼ ਨੇ ਹੁਣੇ ਛਾਪੀ ਆ, ਬੰਕ ਬੈੱਡ ਨੇ, ਬੰਕ ਬੈੱਡ ਜਿਹਦੇ ਵਿੱਚ ਰਸ਼ੀਅਨ ਪਾਏ ਨੇ। ਹੁਣ ਪੁਤਨ ਦੁਨੀਆ ਤੇ ਕਾਬੂ ਕਰਨ ਨੂੰ, ਦੁਨੀਆ ਦਾ ਕੰਟਰੋਲ, ਮੈਂ ਸੀਰੀਆ 'ਚ ਜਾਊਂ, ਮੈਂ ਆਰਟਿਕ 'ਚ ਜਾਊਂ, ਮੈਂ ਆਹ ਜਾਊਂ, ਤੇ ਜਦ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ, ਹਾਂ ਉਹਨਾਂ ਦੀ ਰਾਜਨੀਤੀ ਕੁਛ ਮਰ ਜਾਣਗੇ, 1-2 ਲੱਖ ਬੰਦਾ ਇੱਕ ਦੇਸ਼ 'ਚ ਕੀ ਕੇਅਰ ਹੈ। 350 ਮਿਲੀਅਨ ਦੇ ਵਿੱਚ 2 ਲੱਖ 4 ਲੱਖ ਬੰਦਾ ਮਰ ਗਿਆ। ਅਮਰੀਕਾ 'ਚ ਕੀ ਫਰਕ ਹੈ, ਕੌਣ ਮਰ ਰਹੇ ਨੇ, ਉਹਨਾਂ ਦਾ ਕਦੇ ਡੇਟਾ ਆਉਣਾ, ਕਿਹੜੀ ਉਮਰ ਦੇ ਬਣੇ ਬਣਾਏ ਸਾਰੇ ਕੇਅਰ ਹੋਮ ਖਾਲੀ ਹੋ ਰਹੇ ਨੇ। ਉਹਦੇ 'ਚ ਮਰਨ ਵਾਲਿਆਂ 'ਚ ਵੱਡੀ ਗਿਣਤੀ ਸਿਆਹ ਰੰਗ ਦੇ ਤੇ ਲੈਟਿਨ ਅਮਰੀਕਨਸ ਨੇ ਜਿਹੜੇ, ਉਹਨਾਂ ਦੀ। ਹੁਣ ਇਹ 'ਚ ਪਤਾ ਨਹੀਂ ਸਰਕਾਰਾਂ ਇਹਦੇ ਵਿੱਚ ਕੀ ਕਰ ਰਹੀਆਂ ਨੇ। ਸਰ ਕਰਨ ਸਿੰਘ, ਲਾਈਨ ਨੰਬਰ 2 ਤੁਸੀਂ। ਕਰਨ ਸਿੰਘ ਜੀ, ਬਹਾਦਰ ਸਿੰਘ ਜੀ, ਲਾਈਨ ਨੰਬਰ 3। ਗੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ 2-3 ਗੁਰਦੁਆਰਿਆਂ 'ਚ ਖਜ਼ਾਨਜੀ ਦੀ ਸੇਵਾ ਕੀਤੀ ਆ। ਜਿਹੜੇ ਗੁਰਦੁਆਰੇ ਆ ਇਹ ਚੈਰੀਟੇਬਲ ਸੋਸਾਇਟੀ ਆ, ਇਹ ਤੇ ਕੋਈ ਟੈਕਸ ਨਹੀਂ ਪੈਂਦਾ, ਸਿਰਫ ਇੱਕ ਰਿਟਰਨ ਭੇਜਣੀ ਪੈਂਦੀ ਆ। ਉਹ ਬੰਦੇ ਗਲਤ ਉਹਨਾਂ ਨੂੰ ਮਿਸਗਾਈਡ ਕਰਦੇ ਵੀ ਅਸੀਂ ਟੈਕਸ ਭਰਦੇ ਤਾਂ ਫਿਰ ਕੀ ਹੋ ਗਿਆ, ਉਹ ਤਾਂ ਰਿਟਰਨ ਭੇਜਣੀ ਹੁੰਦੀ ਹੈ, ਕੋਈ ਟੈਕਸ ਥੋੜ੍ਹਾ ਪੇ ਕੀਤਾ ਉਹਦੇ ਤੇ, ਉਹ ਇਨਕਮ ਦੇ ਉੱਤੇ। ਇਸ ਕਰਕੇ ਮਿਸਲੀਡ ਕਰਦੇ ਆ, ਕੋਈ ਟੈਕਸ ਨਹੀਂ ਲੱਗਦਾ ਗੁਰਦੁਆਰੇ ਦੀਆਂ ਮਨੀ ਦੇ ਉੱਤੇ। ਥੈਂਕ ਯੂ। 12:42 ਹੋਇਆ ਜੀ। ਇੱਕ ਕਰੋਨਾ ਦੇ ਸੰਬੰਧੀ ਗੱਲਬਾਤ ਜਿਹੜੀ ਮੈਂ ਤੁਹਾਨੂੰ ਥੋੜੀ ਜਿਹੀ ਦੱਸਣੀ ਚਾਹੁੰਦਾ ਸੀ, ਉਹ ਇਹ ਹੈ ਕਿ ਡਾਕਟਰ ਰਾਸ਼ਦ ਬੁੱਟਰ ਉਹਨਾਂ ਨੇ, ਇੱਕ ਅਮਰੀਕਨ ਡਾਕਟਰ ਨੇ, ਉਹ ਗੋਤ ਤੋਂ ਇਹੀ ਲੱਗਦਾ ਕਿ ਲਹਿੰਦੇ ਪੰਜਾਬ ਦੇ ਸ਼ਾਇਦ ਹੋਣਗੇ 9 ਤੋਂ, ਪਰ ਉਹ ਜੰਪਲ ਇੱਥੇ ਦੇ ਨੇ। ਉਹਨਾਂ ਦੀ ਗੱਲਬਾਤ ਦਾ ਢੰਗ ਜਿਹੜਾ ਦੱਸ ਰਿਹਾ ਹੈ ਉਹ ਉੱਥੋਂ ਨਹੀਂ, ਇੱਥੋਂ ਹੀ ਪੈਦਾ ਹੋਏ ਹੋਣਗੇ ਜਾਂ ਛੋਟੇ ਹੁੰਦੇ ਆਏ ਹੋਣਗੇ। ਉਹਨਾਂ ਨੇ ਇਸ ਗੱਲ ਦਾ ਜ਼ੋਰ ਪਾਇਆ ਕਿ ਇਹਦੇ ਨਾਲ, ਇਹਨੂੰ ਜਿਹੜੀ ਇਹਦੀ ਵੈਕਸੀਨ ਹੈ, ਇਹਦੇ ਨਾਲ ਲੋਕਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਡਾਕਟਰ ਫੌਜੀ ਤੇ ਬਿਲ ਗੇਟਸ ਇੱਕੋ ਹੀ ਬੈੱਡ 'ਚ ਨੇ, ਇਕੱਠੇ ਨੇ। ਇਹ ਕ੍ਰੀਏਟ ਕੀਤਾ ਜਾ ਰਿਹਾ ਹੈ, ਹੋਪਸ ਜਿਹੜਾ ਇਹ ਕੀਤਾ ਜਾ ਰਿਹਾ ਹੈ, ਕੁਛ ਨਹੀਂ ਹੈ। ਜਿਹੜੀ ਇਕੋਨਮੀ ਦੁਨੀਆ ਦੀ ਬੰਦ ਕਰ ਦਿੱਤੀ, 5G ਨੂੰ ਵੀ ਉਹ ਨਾਲ ਰਲਾ ਰਹੇ ਨੇ ਵੀ 5G ਨੂੰ ਰੋਕਣ ਦੇ ਲਈ ਚੀਨ ਦੇ ਨੂੰ ਇਹ ਸਾਰਾ ਕੁਛ ਕ੍ਰੀਏਟ ਕੀਤਾ ਹੋਇਆ। ਬਹੁਤ ਗੱਲਾਂ ਚੱਲ ਰਹੀਆਂ ਨੇ ਨਾਲ, ਪਰ ਗੱਲ ਸਹੀ ਕਿਹੜੀ ਹੈ, ਇਹਨੂੰ ਬੜਾ ਔਖਾ ਹੈ, ਇਸ ਨੂੰ ਸਮਝਣਾ ਬੜਾ ਔਖਾ ਹੈ। ਜਿਹੜੀਆਂ ਕਿਉਂਕਿ ਸਿਰ ਪੈਰ ਦੀ ਕੋਈ ਹੁੰਦਾ, ਸਬੂਤ ਨਹੀਂ ਹੁੰਦਾ, ਸਾਜ਼ਿਸ਼ ਕਹਿ ਤਾਂ ਦਿੱਤੀ ਜਾਂਦੀ ਹੈ, ਪਰ ਉਸ ਸਾਜ਼ਿਸ਼ ਦੀ ਜਿਹੜੀ ਕਹਾਣੀ ਅਸਲ ਉਹ ਕਿਸੇ ਨੂੰ ਨਹੀਂ ਪਤਾ। ਇੱਕ ਹੋਰ ਖਬਰ ਜਿਹੜੀ ਕੈਨੇਡੀਅਨ ਮਿਲਟਰੀ ਦਾ ਹੈਲੀਕਾਪਟਰ ਗ੍ਰੀਸ ਦੇ ਨੇੜੇ ਜਿਹੜਾ ਉਹ ਹਾਦਸਾਗ੍ਰਸਤ ਹੋਇਆ, ਉਹਦੇ 'ਚ ਇੱਕ ਨੈਵਲ ਅਫੀਸਰ ਜਿਹੜੀ ਮਾਰੀ ਗਈ ਹੈ, ਨੋਵਾ ਸਕੋਸ਼ੀਆ ਦੀ ਰਹਿਣ ਵਾਲੀ, ਤੇ 5 ਇਹਦੇ ਵਿੱਚ ਜਿਹੜੇ ਨੇ ਉਹ ਮਿਸਿੰਗ ਨੇ ਹਲੇ। ਇਹ ਇੱਕ ਵੱਡੀ ਜਿਹੜੀ ਖਬਰ ਹੈ, ਤੇ ਘਾਟੇ ਦਾ ਬਜਟ $252 ਬਿਲੀਅਨ ਤੱਕ ਹੋ ਸਕਦਾ ਜਿਹੜਾ ਪੇਸ਼ ਹੋਣਾ।
252 ਬਿਲੀਅਨ। ਤੋ ਇਹ ਬਸ ਉਹੀ ਗੱਲ ਹੁਣ ਸ਼ੁਰੂ ਹੋਣੀ ਆ ਜਿਹੜੀ ਇਹਦੇ ਚੱਲਦੇ ਆ। ਵੰਡ ਵੰਡਈਆ ਤਾਂ ਚੱਲ ਰਿਹਾ, ਪਰ ਹੁਣ ਅੱਗੇ ਜਿਹੜੀ ਇਹਦੀ ਕਹਾਣੀ ਹੈ ਕਿ ਇਹ ਕਰਜ਼ੇ ਮੁੜਨੇ ਕਿਵੇਂ ਨੇ। ਕੀ ਅੱਜ ਜਿਹੜੇ 50 ਸਾਲਾਂ ਦੇ 65 ਸਾਲ ਦੇ ਓਲਡ ਏਜ ਪੈਨਸ਼ਨ ਜਿਹੜਾ ਸਪਲੀਮੈਂਟ ਹੈ, ਓਲਡ ਏਜ ਪੈਨਸ਼ਨ ਤਾਂ $150 ਹੀ ਹੈ, ਜਿਹੜਾ 1000 ਨਾਲ ਆਉਣਾ ਹੈ ਭੁੱਖ ਖਰਚੇ ਵਾਲਾ, ਕੀ ਉਹ ਰਹਿ ਜੂ ਜਦ ਤੱਕ? ਇਹ ਸਮਾਂ ਦੱਸੂ 15 ਸਾਲਾਂ ਨੂੰ, ਪਰ ਸੋਚ ਕੇ ਚਲੋ ਸ਼ਾਇਦ ਨਾ ਰਹੇ। ਕ੍ਰੈਡਿਟ ਕਾਰਡ ਉਹਨਾਂ ਦੀਆਂ ਤੇ ਬੈਂਕਸ ਦੀਆਂ ਸਟੇਟਮੈਂਟਸ ਜ਼ਰੂਰ ਚੈੱਕ ਕਰਨੀਆਂ ਨੇ। ਹੁਣ ਚੱਲ ਹੋਊ ਨਾ ਕਰਿਓ। ਕ੍ਰੈਡਿਟ ਕਾਰਡ ਦੀ ਇੱਕ ਕੰਪਨੀ ਜਦ CBC ਦੇ ਮਾਰਕੀਟ ਪਲੇਸ ਨੇ ਗੱਲ ਤੋਰੀ ਕਿ ਕ੍ਰੈਡਿਟ ਕਾਰਡ ਇੰਸ਼ੋਰੈਂਸ ਜਿਹੜਾ ਉਹ ਧੱਕੇ ਨਾਲ ਕਰਦੇ ਰਹੇ ਵੀ ਬਿਨਾਂ ਪੁੱਛੇ। ਉਹ ਕ੍ਰੈਡਿਟ ਕਾਰਡ ਇੰਸ਼ੋਰੈਂਸ ਦੇ ਖਿਲਾਫ ਜਦ ਬੋਲਿਆ ਤਾਂ ਕਿਸੇ ਦਾ 5000, ਕਿਸੇ ਦਾ 5500, ਕਿਸੇ ਦਾ $6000 ਜਿਹੜਾ ਹੈ ਉਹ ਕ੍ਰੈਡਿਟ ਕਾਰਡ ਕੰਪਨੀਆਂ ਲੈ ਗਈਆਂ। ਟੋਟਲ $1.25 ਬਣਦਾ, ਜਿਹਦੇ ਵਿੱਚ ਇੰਸ਼ੋਰੈਂਸ ਵੀ ਜੇ ਤੁਸੀਂ ਕੱਲ ਨੂੰ ਨੌਕਰੀ ਤੁਹਾਡੀ ਚਲੇ ਜਾਏ, ਇਹ ਚਲੇ ਜਾਵੇ, ਉਹ ਚਲੇ ਜਾਵੇ, ਤਾਂ ਤੁਹਾਡਾ ਅਸੀਂ ਇੰਸ਼ੋਰੈਂਸ ਕਰ ਰਹੇ ਹਾਂ। ਲੋਕ ਇਸ ਤਰ੍ਹਾਂ ਸੋਚਦੇ ਰਹੇ ਕਿ ਇਹ ਲਾਜ਼ਮੀ ਹੈ, ਪਰ ਉਹ ਲਾਜ਼ਮੀ ਨਹੀਂ ਸੀ। ਹੁਣ ਲੋਕਾਂ ਨੂੰ ਮੁੜ ਰਹੇ ਨੇ। ਇਸ ਤਰ੍ਹਾਂ ਹੀ ਬੈਂਕ ਦੀਆਂ ਤੁਹਾਡੀਆਂ ਜਿਹੜੀਆਂ ਮੰਥਲੀ ਸਟੇਟਮੈਂਟਸ ਜਿਹੜੀਆਂ ਆਉਂਦੀਆਂ ਨੇ, ਹੁਣ ਗੱਲ ਬਹੁਤ ਨੇ ਆਨਲਾਈਨ ਕਰ ਲਈਆਂ, ਉਹ 'ਚ ਦੇਖਿਓ ਫੀਸ ਵਗੈਰਾ ਉਹ ਕਿੰਨੀ ਲੈਂਦੇ ਆ ਤੇ ਕੀ ਲੈਂਦੇ। ਨਿਗਾਹ ਰੱਖਣ ਦੀ ਲੋੜ ਆ। ਹੁਣ ਇਹ ਸਮਾਂ ਜਿਹੜਾ ਹੈ ਉਹ ਹੈ। ਅਮਰੀਕਾ ਦੀ ਖਬਰ ਜਿਹੜੀ 6 ਹਫ਼ਤਿਆਂ 'ਚ 30 ਮਿਲੀਅਨ 3 ਕਰੋੜ ਦੇ ਕਰੀਬ ਅਮਰੀਕਨਾਂ ਨੇ ਅਨਐਮਪਲੋਇਮੈਂਟ ਕਲੇਮ ਜਿਹੜੇ ਨੇ ਉਹ ਫਾਈਲ ਕੀਤੇ ਨੇ। 30 ਮਿਲੀਅਨ ਟੋਟਲੀ, ਤੇ ਹਲੇ ਉਹ ਵੱਧ ਰਹੇ ਨੇ। ਇਹ ਜਿਹੜੀ ਖਬਰ ਨਿਊਯਾਰਕ ਟਾਈਮਜ਼ ਨੇ ਅੱਜ ਛਾਪੀ ਹੈ। ਤੇ ਬਾਕੀ ਦੁਨੀਆ ਦੇ ਵਿੱਚ ਜਿਹੜੀਆਂ ਆਪਣੇ ਕਰੋਨਾ ਵਾਇਰਸ ਦੀ ਵੈਕਸੀਨ ਦੀਆਂ ਗੱਲਾਂ ਇਹ ਚੱਲ ਰਹੀਆਂ ਨੇ ਚੀਨ ਦੇ ਨਾਲ। ਚੀਨ ਨੇ ਵੀ ਤਾਇਵਾਨ ਨੇ ਮਾਸਕ ਭੇਜੇ ਨੇ ਕੈਨੇਡਾ ਨੂੰ। ਉਹ ਬੜੀ ਇੱਕ ਇਹ ਵੱਡੀ ਖਬਰ ਹੈ ਕਿ ਇਹ ਛੋਟੇ ਛੋਟੇ ਦੇਸ਼ ਐਡੇ ਵੱਡੇ ਦੇਸ਼ ਨੂੰ ਮਦਦ ਕਰ ਰਹੇ ਨੇ। ਲਓ ਜੀ ਮਾਸਕ ਲੈ ਲਓ। ਪਹਿਲਾਂ ਚੀਨ ਵਾਲਿਆਂ ਨੇ ਭੇਜੇ ਸੀ, ਉਹ ਖੜੇ ਨੇ ਉੱਥੇ ਹੀ ਜਹਾਜ਼ਾਂ ਦੇ ਵਿੱਚ, ਤੇ ਉਹ ਸਾਰੇ ਫਿੱਟ ਨਹੀਂ। ਹੁਣ ਤਾਇਵਾਨ ਨੇ 5 ਲੱਖ ਮੈਡੀਕਲ ਮਾਸਕ ਜਿਹੜੇ ਨੇ ਉਹ ਭੇਜੇ ਨੇ। ਤੇ ਉਹਦੇ ਬਾਅਦ ਗਵਰਨਮੈਂਟ ਆਫ ਤਾਇਵਾਨ ਨੇ ਇਹ ਭੇਜੇ ਨੇ। ਤੇ ਇਸ ਤੋਂ ਬਾਅਦ ਫਿਰ ਚੀਨ ਨੇ 4 ਲੱਖ ਦੇ ਕਰੀਬ ਮਾਸਕ ਭੇਜੇ ਨੇ ਕੈਨੇਡੀਅਨ ਗਵਰਨਮੈਂਟ ਨੂੰ, ਜਿਹਦੇ ਵਿੱਚ ਹੁਣ ਉਹ ਵਰਤੇ ਜਾਂਦੇ ਜਾਂ ਨਹੀਂ। ਪਹਿਲਾਂ ਵੀ ਜਿਹੜੇ ਵਰਤੇ ਹੋਏ ਨੇ, ਪਹਿਲਾਂ ਵੀ ਜਿਹੜੇ ਕਹਿੰਦੇ ਨੇ ਭੇਜੇ ਨੇ, ਉਹ ਠੀਕ ਨਹੀਂ ਹੈ। ਬਾਕੀ ਚਾਈਨਾ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਕਿ ਇੱਕ ਉਹਨਾਂ ਨੇ ਚਾਈਨਾ ਦੀ ਕਾਫੀ ਚੇਨ ਇੱਕ ਜਿਹੜੀ ਸਟਾਰਬਕਸ ਦੇ ਬਰਾਬਰ ਉਹਨਾਂ ਨੇ ਬਣਾਈ ਸੀ। ਇਹ ਜਿਹੜੀ ਇਹ ਨਿਊਯਾਰਕ ਸਟਾਕ ਐਕਸਚੇਂਜ ਤੇ ਆ ਗਈ, ਲਕਨ ਕਾਫੀ LUCKIN। ਇਹਨੇ ਸਟਾਰਬਕਸ ਦਾ ਜਿਹੜਾ ਚਾਈਨਾ ਦੇ ਵਿੱਚ ਸਟੋਰ ਨੇ ਉਹਨਾਂ ਨੂੰ ਇਹ ਵਾਲ ਸਟਰੀਟ ਤੇ ਆ ਗਈ। $12 ਬਿਲੀਅਨ ਦੀ ਇਹਦੀ ਵੈਲਿਊ ਹੋ ਗਈ। ਇੱਕ ਦਿਨ ਦੇ ਵਿੱਚ $ਅੱਧਾ ਬਿਲੀਅਨ ਇਹਦੇ ਸਟਾਕ ਉੱਪਰ ਚਲੇ ਗਏ। ਤੇ ਹੁਣ ਜਦ ਉਹਦਾ ਪਤਾ ਲੱਗਿਆ ਕਿ 2019 ਦਾ ਜਿਹੜਾ ਸਾਰਾ ਰੈਵਨਿਊ ਸੀ ਉਹ ਫੈਬਰੀਕੇਟਡ ਸੀ। ਹੁਣ ਇਹਦੇ ਲਈ ਵਾਸ਼ਿੰਗਟਨ ਤੇ ਬੀਜਿੰਗ ਦੇ ਵਿੱਚ ਬੜੀਆਂ ਟੈਨਸ਼ਨਸ ਵੱਧ ਰਹੀਆਂ ਨੇ ਕਿ ਲਕਨ ਕਾਫੀ ਦਾ ਸਕੈਂਡਲ ਹੈ ਜੀ, ਤੇ ਚਾਈਨੀਜ਼ ਫਰਾਡ ਹੈ। ਇਹ ਬਹੁਤ ਵੱਡੀ ਵੇਕਅਪ ਕਾਲ ਹੈ ਜਿਹੜੀ ਸੈਨੇਟਰ ਮਾਰਕੋ ਰੂਬੀਓ ਨੇ, ਜਿਹੜਾ ਫਲੋਰੀਡਾ ਦਾ ਸੈਨੇਟਰ ਹੈ, ਉਹਨੇ ਕਿਹਾ ਤਾਂ ਬਹੁਤ ਵੱਡੀ ਵੇਕਅਪ ਕਾਲ ਹੈ ਵੀ ਇਹੋ ਜਿਹੇ ਦੇਸ਼ਾਂ ਦੇ ਵਿੱਚੋਂ ਕਿਵੇਂ ਉਹ ਪੇਪਰ ਲਿਆ ਕੇ ਉਹ ਸਟਾਕ ਐਕਸਚੇਂਜ ਤੇ ਕਿਵੇਂ ਲੈ ਆਏ ਤੇ ਉਹ ਵੇਚ ਕੇ ਪਹਿਲੇ ਦਿਨ ਹੀ ਚਾਈਨੀਜ਼ ਕੰਪਨੀ ਜਿਹੜੀਆਂ US ਕੈਪੀਟਲ ਮਾਰਕੀਟ ਦੇ ਵਿੱਚ ਜਦ ਐਕਸੈਸ ਭਾਲਦੀ ਹੈ ਤਾਂ ਅਮਰੀਕਨ ਲਾਅ ਤੇ ਰੈਗੂਲੇਸ਼ਨ ਜਿਹੜੇ ਨੇ ਤੇ ਫਾਈਨੈਂਸ਼ੀਅਲ ਟਰਾਂਸਪੇਰੈਂਸੀ ਆ ਉਹ ਬਹੁਤ ਜ਼ਰੂਰੀ ਹੈ। ਤੇ ਇਹਦੇ ਲਈ ਇੱਕ ਸੈਨੇਟਰ ਜਿਹੜੇ ਬਿੱਲ ਵੀ ਪੇਸ਼ ਕਰ ਰਹੇ ਨੇ ਆਉਣ ਵਾਲੇ ਦਿਨਾਂ 'ਚ। ਸਟਾਕ 20% ਪਹਿਲੇ ਦਿਨ ਦੀ ਟ੍ਰੇਡਿੰਗ ਦੇ ਵਿੱਚ ਲਕਨ ਦਾ ਵਧਿਆ ਸੀ।
ਜਿਹੜਾ ਆਇਆ ਸੀ ਤੇ $560 ਮਿਲੀਅਨ ਪਹਿਲੇ ਦਿਨ ਹੀ ਜਿਹੜੀ ਉਹਨਾਂ ਨੇ ਬਣਾਇਆ ਸੀ। ਸੋ ਇਹ ਜਿਹੜੀ ਬੀਜਿੰਗ ਦੇ ਵਿੱਚ 2018 ਚ ਸ਼ੁਰੂ ਹੋਈ ਲਕਨ ਕਾਫੀ LUCKIN ਕਾਫੀ ਤੇ ਸਟਾਰਬਕਸ ਦੇ ਬਰਾਬਰ, ਉਹਨਾਂ ਨੇ ਦੱਸਿਆ 17 ਮਿਲੀਅਨ ਸਾਡੇ ਕੋਲ ਕਸਟਮਰ ਨੇ, 1000 ਆਫ ਸਟੋਰਸ ਨੇ, ਕਾਫੀ ਡਿਲੀਵਰੀ ਕਰਦੇ ਆ, ਸਮਾਰਟਫੋਨ ਦਾ ਐਪ ਹੈ, ਪਰ ਉਹ ਸਾਰਾ ਫੈਬਰੀਕੇਟਡ, ਜ਼ਿਆਦਾ ਉਹਦੇ ਚ ਫੈਬਰੀਕੇਟਡ ਸੀ। ਤੇ ਜਦ ਦੂਸਰੀ ਵਾਰ ਉਹਨੇ ਸ਼ੇਅਰ ਇਸ਼ੂ ਕੀਤੇ ਤਾਂ $1 ਬਿਲੀਅਨ ਦੇ ਕਰੀਬ ਉਹਨਾਂ ਨੇ ਮਾਰਕੀਟ ਦੇ ਵਿੱਚ ਪੈਰ ਪਾ ਕੇ ਤੇ $12 ਬਿਲੀਅਨ ਦੀ ਉਹਦੀ ਵੈਲਿਊ ਸੀ। ਤੇ ਫਿਰ ਜਦ ਉਹ ਗੱਲ ਨਿਕਲੀ ਤਾਂ ਇਹਦੇ ਜਿਹੜੇ ਟੋਟਲੀ ਇਨਵੈਸਟਰ ਸੀ ਜਿਹੜੇ ਉਹ ਸਕੈਪਟੀਕਲ ਸੀ ਤੇ ਉਹ 'ਚ ਫਰਾਡ ਸੀ। ਇਸ ਤੇ ਅੱਗੇ ਵਾਸ਼ਿੰਗਟਨ ਪੋਸਟ ਦੇ ਵਿੱਚ ਬਹੁਤ ਵੱਡਾ ਨਿੱਕੀ ਹੈਲੀ ਨੇ ਅੱਜ ਲੇਖ ਲਿਖਿਆ ਚੀਨ ਦੇ ਬਾਰੇ। ਉਹਨੇ ਵਿੰਸਟਨ ਚਰਚਿਲ ਦਾ ਇੱਕ ਉਹਦੇ ਵਿੱਚ ਨੋਟ ਦਿੱਤਾ ਕਿ ਜੇ ਤੁਸੀਂ ਕਿਸੇ ਕਮਿਊਨਿਸਟ ਦੇ ਨਾਲ ਆਰਗੂ ਕਰਦੇ ਹੋ ਤਾਂ ਇਹ ਕੋਈ ਗੁੱਡ ਤੁਹਾਡਾ ਨਹੀਂ ਕੰਮ ਹੋਣਾ, ਤੁਹਾਡਾ ਇਹ ਬਿਲਕੁਲ ਹੀ ਨੋ ਯੂਜ਼ ਹੈ, ਇਹਦੇ 'ਚ ਆਰਗੂ ਕਰਨ ਦੀ ਲੋੜ ਨਹੀਂ ਤੇ ਉਸ ਨੂੰ ਕਨਵਰਟ ਨਹੀਂ ਤੁਸੀਂ ਕਰ ਸਕਦੇ। ਹਾਂ, ਔਰ ਉਹਨੂੰ ਇਹਦੇ ਨਾਲੋਂ ਉਸ ਤੇ ਛੱਡ ਦਿਓ। ਚਰਚਿਲ ਕਹਿੰਦੇ ਵਿੰਸਟਨ ਚਰਚਿਲ ਨੇ ਕਿ ਕਨਵਿੰਸ ਨਾ ਕਰੋ, ਉਹਨਾਂ ਨੂੰ ਚੇਂਜ ਨਾ ਕਰੋ, ਉਹਨਾਂ ਨੂੰ ਕਨਵਿੰਸ ਕਰ ਦਿਓ ਵੀ ਤੁਸੀਂ ਸੁਪੀਰੀਅਰ ਆ, ਬਸ ਤੁਹਾਡੇ ਕਰਕੇ ਗ੍ਰੇਟੈਸਟ ਚਾਂਸ ਹੈ ਇਸ ਏਰੀਏ 'ਚ ਪੀਸ ਦੀ ਤੇ ਇਹ ਸੜਕ ਹੈ ਜਿਹੜੀ ਇਹ ਸ਼ਾਂਤੀ ਵੱਲ ਨੂੰ ਜਾਂਦੀ ਹੈ। ਵਿੰਸਟਨ ਚਰਚਿਲ ਨੇ ਵਰਲਡ ਵਾਰ ਦੂਜੀ ਤੋਂ ਬਾਅਦ ਇਹ ਗੱਲਬਾਤ ਕੀਤੀ ਸੀ। ਨਿੱਕੀ ਹੈਲੀ ਨੇ ਵੀ ਇਹਦੇ ਵਿੱਚ ਵੱਡਾ ਲੇਖ ਲਿਖਿਆ ਕਿ ਹੁਣ ਇਹ ਦੁਨੀਆ ਨੂੰ ਵੇਖਣਾ ਪੈਣਾ ਹੈ ਇਹ ਦੇਸ਼ ਇੱਕ ਦੁਨੀਆ ਦੇ ਵਿੱਚ ਕੀ ਕਰ ਰਿਹਾ, ਕਿਵੇਂ ਕਵਰ ਅਪ ਕਰ ਰਿਹਾ, ਕਿਵੇਂ ਆਪਣੇ ਝੂਠ ਨੂੰ ਲੁਕੋ ਰਿਹਾ। ਵੁਹਾਨ ਦੇ ਵਿੱਚ ਐਗਜ਼ੈਕਟਲੀ ਹੋਇਆ ਕੀ, ਇਹ ਗੱਲ ਸਾਹਮਣੇ ਆਉਣੀ ਚਾਹੀਦੀ। ਆਸਟ੍ਰੇਲੀਆ ਵੀ ਇਸ ਗੱਲ ਤੇ ਜ਼ੋਰ ਕਰ ਰਿਹਾ। ਆਸਟ੍ਰੇਲੀਆ ਦੇ ਦਾ ਬੜੀ ਤੇਜ਼ੀ ਤਲਖੀ ਹੋਈ ਹੈ। ਉੱਥੇ ਦੇ ਰਾਜਦੂਤ ਨੇ ਕਹਿਤਾ ਸੀ ਤੁਹਾਡੀ ਬੀਫ ਤੇ ਤੁਹਾਡੀ ਜਿਹੜੀ ਆ ਵਾਈਨ ਨਹੀਂ ਲੈਂਦੇ। ਇਸ ਤਰ੍ਹਾਂ ਹੀ ਕੈਨੇਡਾ ਦੇ ਨਾਲ ਵੀ ਹੋਇਆ। ਕੈਨੇਡਾ ਦੇ ਬੰਦੇ 2 ਚੱਕ ਕੇ ਅੰਦਰ ਕੀਤੇ ਹੋਏ ਨੇ। ਅਮਰੀਕਾ ਦੇ ਕਹੇ ਤੇ ਜਿਹੜੀ ਵਾਓਵੇ ਦੀ ਐਗਜ਼ੈਕਟਿਵ ਇੱਥੇ ਘਰ 'ਚ ਨਜ਼ਰਬੰਦ ਕੀਤੀ ਹੋਈ ਹੈ ਤੇ ਉਹਨਾਂ ਨੇ 2 ਬੰਦੇ ਫੜੇ ਹੋਏ ਨੇ। 2 ਬੰਦਿਆਂ ਨੂੰ ਉਹ ਛੱਡ ਨਹੀਂ ਰਹੇ ਤੇ ਕਨੋਲਾ ਤੇ ਬੀਫ ਪੋਰਕ ਸਭ ਬੰਦ ਕਰ ਦਿੱਤਾ, ਫਿਰ ਹੁਣ ਖੋਲ ਦਿੱਤਾ। ਅਸਲ ਉਸ ਦੇਸ਼ ਦੇ ਵਿੱਚ ਐਗਜ਼ੈਕਟਲੀ ਕੀ ਹੋ ਰਿਹਾ ਹੈ ਹੁਣ ਕਿਸੇ ਨੂੰ ਐਕਸੈਸ ਤਾਂ ਕਰ ਨਹੀਂ ਦਿੰਦੇ। ਵੁਹਾਨ ਦੇ ਲਈ ਸਾਇੰਟਿਸਟ ਗਏ ਸੀ, ਬੀਜਿੰਗ ਤੋਂ ਨਹੀਂ ਜਾਣ ਦਿੱਤੇ, ਉਹਨਾਂ ਨੂੰ ਬਿਲਕੁਲ ਨਹੀਂ ਜਾਣ ਦਿੱਤੇ। ਇਸ ਤੇ ਤਾਂ ਹੀ ਫਿਰ ਥਿਊਰੀਆਂ ਜਿਹੜੀਆਂ ਨਿਕਲਦੀਆਂ ਨੇ, ਤਾਂ ਹੀ ਇਹ 'ਚੋਂ ਸਾਜ਼ਿਸ਼ਾਂ ਦਿਖਦੀਆਂ ਨੇ। ਕਿਉਂਕਿ ਜੇ ਜਿਵੇਂ ਦੁਨੀਆ ਦੇ ਵਿੱਚ ਹੁਣ ਕਿਊਬਾ ਦੇ ਡਾਕਟਰ ਸਾਰੀ ਦੁਨੀਆ 'ਚ ਗਏ 65 ਦੇਸ਼ਾਂ 'ਚ, ਉਹ ਕਿਸੇ ਨੇ ਨਹੀਂ ਰੋਕੇ। ਉੱਥੇ ਜਦ ਵੁਹਾਨ 'ਚ ਹੋ ਰਿਹਾ ਸੀ ਉਹ ਵੀ ਦੁਨੀਆ ਦੀ ਮਦਦ ਲੈ ਸਕਦੇ ਸੀ, ਪਰ ਨਹੀਂ, ਉਹਨਾਂ ਨੇ ਨਹੀਂ ਕਿਸੇ ਨੂੰ ਵੰਡ ਦਿੱਤਾ। ਉੱਤੇ ਘਰ ਵਾਲੇ 6 ਵੀਕ ਨਹੀਂ ਘਰੋਂ 'ਚੋਂ ਨਿਕਲ ਦਿੱਤੇ। ਬਾਹਰ ਮਿਲਟਰੀ ਖੜੀ ਹੈ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਕੰਟਰੋਲ। ਹਰ ਰੋਜ਼ ਜਿਹੜਾ ਇਹ ਜ਼ੋਰ ਵੱਧ ਰਿਹਾ ਕਿ ਕਰ ਕੀ ਰਹੇ ਨੇ, ਹੋ ਕੀ ਰਿਹਾ ਦੁਨੀਆ ਦੇ ਵਿੱਚ, ਸਾਰੇ ਕੰਮ ਦਾ ਰੀਜ਼ਨ ਕੀ। ਦਿਨ ਨਿਖਰ ਰਹੇ ਨੇ ਜੀ। ਅਪ੍ਰੈਲ ਦਾ ਮਹੀਨਾ ਮੁੱਕ ਚੱਲਿਆ, ਮਈ ਦੇ ਚੜ੍ਹਦੇ ਹੀ ਸਬਜ਼ੀਆਂ ਭਾਜੀਆਂ ਬੀਜਦੇ ਹੋ। ਆਪਣੀ ਗਰੀਨਰੀ ਜਿਹੜੀ ਪਿੱਛੇ ਘਾਹ ਜੇ ਲੱਗਿਆ ਹੋਇਆ ਪੱਟ ਲਿਓ, ਜੇ ਕੰਕਰੀਟ ਸਾਰੇ ਪਾਈ ਹੋਈ ਕੰਕਰੀਟ ਪੱਟ ਲਿਓ, ਮਾੜੀ ਜਿਹੀ ਬਣਾ ਲਓ ਖਾਲੀਆਂ ਆਪਣੀਆਂ, ਚੰਗਾ ਰਹੋਗੇ। ਕਈਆਂ ਨੇ ਤਾਂ 6 ਮਹੀਨੇ ਉਹ ਤਾਜ਼ੀ ਸਬਜ਼ੀ ਖਾਂਦੇ, 6 ਮਹੀਨੇ ਘਰ ਦੀ ਫਰੀਜ਼ ਕਰਕੇ ਰੱਖਦੇ, ਬਹੁਤ ਕੁਝ ਬੀਜਦੇ। ਤੇ ਇਹਦੇ ਲਈ ਕੋਸ਼ਿਸ਼ ਕਰੋ, ਪਹਿਲਾਂ ਹੀ ਔਖਾ ਰਿਓ ਵਗੈਰਾ ਪਿੱਛੇ ਨੂੰ ਵੀਲ ਵੈਰ ਉਹਦੇ ਵਿੱਚ ਲੈ ਕੇ ਜਾਣਾ। ਤੇ ਜੇ ਉਹ ਔਖਾ ਜੇ ਖੁੱਲਾ ਨਹੀਂ ਤਾਂ ਬੈਗ ਕੀਟਨਾਸ਼ਕ ਤੇ ਮਿਲਦੇ ਆ, ਪਰ ਉਹਦੇ 'ਚ ਮਿੱਟੀ ਜ਼ਰੂਰ ਲਾਉਣੀ, ਇਕੱਲਾ ਹੀ ਨਹੀਂ ਹੋ ਰਿਓ ਸਾੜ ਦਿੰਦਾ। ਤੇ ਕੋਸ਼ਿਸ਼ ਕਰੋ ਹੌਲੀ ਹੌਲੀ, ਕਿਉਂਕਿ ਸਰੀਰ ਕਈਆਂ ਦੇ ਯੂਜ਼ ਟੂ ਨਹੀਂ ਹੁੰਦੇ। ਬਹੁਤ ਕਈ ਵਾਰ ਇਸ ਨੂੰ ਕਹਿ ਦਿੰਦੇ ਵੀ ਯਾਰ ਇਹਦੇ ਤੇ ਖਰਚਾ ਬਾਹਲਾ ਆਉਂਦਾ, ਸਸਤਾ ਇਦੋਂ ਸੌਦਾ, ਉਹ ਨਹੀਂ ਗੱਲ ਹੈ। ਸਮੇਂ ਦਾ ਕੁਛ ਨਹੀਂ ਪਤਾ, ਆਪਣੀ ਫੁਲਵਾੜੀ ਆਪ ਤਿਆਰ ਕਰੋ। ਇਰਫਾਨ ਖਾਨ ਦੇ ਬਾਅਦ ਰਿਸ਼ੀ ਕਪੂਰ ਹੋਣੀ ਵੀ ਚੱਲ ਬੱਸੇ ਬੰਬੇ ਦੇ ਵਿੱਚ, ਤੇ ਸਿਨੇਮਾ ਪ੍ਰੇਮੀ ਜਿਹੜੇ ਪਸੰਦ ਕਰਦੇ ਨੇ, ਕੋਈ ਕਿਸੇ ਨੂੰ ਪਸੰਦ ਕਰਦਾ, ਕੋਈ ਕਿਸੇ ਨੂੰ। ਇਰਫਾਨ ਖਾਨ ਉਹਨਾਂ ਦੀ ਗੱਲਬਾਤ ਤੁਹਾਨੂੰ ਸੁਣਾਈ ਸੀ, ਉਹਨਾਂ ਵੱਲੋਂ ਲਿਖੀ ਚਿੱਠੀ ਜਿਹੜੀ
ਜਿਸਦਾ ਤਰਜਮਾ ਹਰਮਨਜੀਤ ਨੇ ਕੀਤਾ ਸੀ। ਉਸ ਦੇ ਵਿੱਚ ਮੌਤ ਤੇ ਜ਼ਿੰਦਗੀ ਦਾ ਫਰਕ ਉਹਨਾਂ ਨੇ ਬੜਾ ਵਧੀਆ ਕਿਹਾ ਸੀ ਕਿ ਮੈਂ ਇੰਨਾ ਤੇਜ਼ ਭੱਜ ਰਿਹਾ ਸੀ, ਮੈਨੂੰ ਟਿਕਟ ਚੈੱਕਰ ਨੇ ਰੋਕਿਆ। ਉਹ ਅਸਲ ਮਨੁੱਖੀ ਮਨ ਹੈ। ਅਸੀਂ ਕਿਸੇ ਦਾ ਜਿਹੜਾ ਮਰਨ ਉਹ ਕਿਸੇ ਵੱਲ ਵੇਖਦੇ ਆ ਵੀ ਨਹੀਂ ਇਹ ਸਾਡੇ ਨਹੀਂ, ਇਹ ਤਾਂ ਕਹਾਣੀ ਨਹੀਂ ਹੈ ਸੱਚ, ਪਰ ਉਹ ਨਾ ਵਾਚਕ ਵੀ ਨਹੀਂ ਹੈ। ਇਹ ਸਾਰੀ ਗੱਲਬਾਤ ਨੂੰ ਪਲੀਜ਼ ਇਸ ਤਰ੍ਹਾਂ ਨਾ ਲਿਓ ਕਿ ਨਾ ਪੱਖੀ ਹੰਗਾਰਾ, ਪਰ ਰਿਐਲਿਟੀ ਤੋਂ ਨਹੀਂ ਭੱਜ ਸਕਦੇ ਤੁਸੀਂ 8-10 ਸਾਲਾਂ ਦੇ ਵਿੱਚ ਮਾਰਕੀਟ ਬਹੁਤ ਕਈ ਵਾਰ ਸਲੋ ਵੀ ਗਈ। ਮੈਂ ਕਦੇ ਤੁਹਾਨੂੰ ਇਸ ਤਰ੍ਹਾਂ ਨਹੀਂ ਕਿਹਾ ਕਿ ਆਪਾਂ ਕੀ ਆਹ ਹੋ ਗਿਆ, ਪਰ ਹੁਣ ਹਾਲਾਤ ਜਿਹੜੇ ਬਣ ਰਹੇ ਨੇ ਉਹਦੇ ਕਰਕੇ ਮੈਨੂੰ ਇਹ ਹੈ ਕਿ ਹਲੇ ਕੋਲ ਝੋਲੇ ਦੇ ਵਿੱਚ ਚੀਜ਼ ਆ ਉਹ ਸਾਂਭੀ ਜਾ ਸਕਦੀ ਹੈ ਝੋਲਾ ਫਟਣ ਤੋਂ ਪਹਿਲਾਂ। ਉਹਦੇ ਲਈ ਹੁਣ ਇਹ ਵੀ ਨਹੀਂ ਕੁਛ ਕਿ ਕੁਛ ਛੇਤੀ ਆਪਾਂ ਕਰ ਸਕਦੇ ਹਾਂ, ਪਰ ਹੋਣਾ ਤਾਂ ਇਹੀ ਹੈ ਵੀ ਜਦ ਮਾਰਕੀਟ ਖੁੱਲਦੀ ਹੈ ਤਾਂ ਉਸਨੂੰ ਸਮ ਅਪ ਕਰੋ, ਕੰਟਰੋਲ ਕਰੋ, ਡਿਜ਼ਾਇਰਸ ਕੰਟਰੋਲ ਕਰੋ, ਆਪਣੀ ਸਪੈਂਡਿੰਗ ਕੰਟਰੋਲ ਕਰੋ ਤੇ ਆਪਣੀ ਜ਼ਿੰਦਗੀ ਵੇਖੋ ਵੀ ਜਦ ਤੁਸੀਂ 50+ ਹੋ ਗਏ, ਸਾਲ ਕਿੰਨੇ ਨੇ ਮੂਹਰੇ, ਜੇ ਉਹਦੇ 'ਚ ਹਵੜ ਦਵੜ ਕਰਦੇ ਫਿਰਦੇ ਆ। ਮੈਂ ਨਿੱਜੀ ਤੌਰ ਤੇ ਦੋਸਤਾਂ ਦੇ ਸਰਕਲ ਦੇ ਵਿੱਚ ਵੀ ਬੰਦਾ ਕਈ ਵਾਰ ਕੰਟਾ ਜਾਂਦਾ ਜਦ ਹਰ ਵਕਤ ਤੁਸੀਂ ਪੈਸੇ ਦੀ ਉਹ ਗੱਲ ਕਰੀ ਜਾਂਦੇ, ਆਹ ਕਰ ਲਾ, ਇੱਥੇ ਕਰ ਲਾ, ਇੱਥੋਂ ਖਿੱਚ ਲਾ, ਉੱਥੇ ਖਿੱਚ ਲਾ। ਨਹੀਂ, ਇਸ ਤਰ੍ਹਾਂ ਨਹੀਂ ਹੈ ਕਹਾਣੀ, ਇਹ ਇਸ ਤਰ੍ਹਾਂ ਨਹੀਂ ਠੀਕ। ਬਿਜ਼ਨਸ ਕਰੋ, ਜ਼ਿੰਦਗੀ ਵੀ ਜੇ ਕੋਈ ਲੈਵਿਸ਼ ਜ਼ਿੰਦਗੀ ਜਿਉ ਸਕਦਾ ਹੈ, ਲਗਜ਼ਰੀ ਲਓ, ਕੋਈ ਮਿਹਣਾ ਨਹੀਂ ਹੈ। ਜਦ ਕਮਾਈ ਕੀਤੀ ਚਾਹੇ ਜਿਵੇਂ ਮਰਜ਼ੀ ਰਹੋ, ਪਰ ਬਹੁਤ ਕੁਝ ਹੋਰ ਜ਼ਿੰਦਗੀ 'ਚ ਦਿਖਾਉਣ ਨੂੰ ਹੈ। ਅੱਜ ਚੱਲਦਾ ਮੈਂ ਹੁਣ ਬਾਬੇ ਵੱਲ ਨੂੰ। ਅੱਜ ਕੌਮ ਦੇ ਮਹਾਨ ਜਰਨੈਲ ਦਾ ਸ਼ਹੀਦੀ ਦਿਨ ਹੈ, ਜਰਨੈਲ ਹਰੀ ਸਿੰਘ ਨਲੂਏ ਦਾ, ਜਿਸ ਨੂੰ ਸਿੱਖਾਂ ਨੇ ਨਹੀਂ ਲਿਖਿਆ, ਜਿਸ ਨੂੰ ਫ੍ਰੈਂਚ ਫਿਲਾਸਫਰਾਂ ਨੇ, ਫ੍ਰੈਂਚ ਹਿਸਟੋਰੀਅਨ ਨੇ, ਇੰਗਲਿਸ਼ ਹਿਸਟੋਰੀਅਨ ਨੇ 1892 'ਚ ਇੱਕ ਇੰਗਲਿਸ਼ ਦੇ ਪੇਪਰ ਨੇ ਪੁੱਛਿਆ ਵੀ ਕੌਣ ਜਰਨੈਲ ਹੈ। ਕੋਈ ਚੰਗੇਜ਼ ਖਾਨ ਨੂੰ ਕਹੇ, ਕੋਈ ਸਿਕੰਦਰ ਨੂੰ ਕਹੇ, ਉਹ ਕਹਿੰਦਾ ਨਾ ਤੁਹਾਨੂੰ ਪਤਾ ਹੀ ਨਹੀਂ। ਡੈਮੋਗ੍ਰਾਫਿਕ ਦੇਖੋ ਕਿ ਖੈਬਰ ਪਖਤੂਨਵਾ ਜਿਹੜਾ ਦਰਾ ਖੈਬਰ ਹੈ, ਉਸ ਨੂੰ ਜੇ ਹੁਣ ਤੁਸੀਂ ਗੂਗਲ ਕਰਕੇ ਦਰਾ ਖੈਬਰ ਨੂੰ ਦੇਖਿਓ ਦਰਾ ਖੈਬਰ ਕੀ ਹੈ। ਉੱਥੇ ਅੱਜ ਇੱਕ ਗੇਟ ਬੜਾ ਬਣਿਆ ਜਿੱਥੋਂ ਉਹ ਦਰਾ ਖੈਬਰ ਸ਼ੁਰੂ ਹੁੰਦਾ ਹੈ। ਪਹਾੜੀ ਹੈ, ਵਿੱਚ ਦੀ ਘਾਟੀ ਹੈ। ਉਹ ਘਾਟੀ ਦੇ ਰਾਹੀਂ ਪਹਿਲਾਂ ਕਿਹੜਾ ਸੜਕਾਂ ਬਣੀਆਂ ਹੋਈਆਂ ਸੀ, ਮਤਲਬ ਘਾਟੀ ਦੇ ਵਿੱਚ ਦੀ ਉਹ ਆਉਂਦੇ, ਜਿੱਥੇ ਦੀ ਪਾਣੀ ਵਗਦਾ ਉੱਥੇ ਦੀ ਲੋਕ ਆਉਂਦੇ, ਉਹ ਦਰੇ ਦੇ ਵਿੱਚ ਦੀ ਆਉਂਦੇ। ਧਾੜਵੀ ਕਹਿੰਦੇ 700 ਸਾਲ ਜਦ ਭਾਰਤ ਤੇ ਹਮਲਾ ਹੁੰਦਾ ਗਿਆ, ਇੱਕੋ ਹੀ ਰੂਟ ਸੀ ਅਬਦਾਲੀ ਤੱਕ, ਤੇ ਨਾਦਰ ਤੋਂ ਅਬਦਾਲੀ ਜਦ ਫਿਰ ਰੋਕਿਆ ਅਖੀਰ ਜਾਂ 1770 ਦੇ ਵਿੱਚ ਮਰਦਾ ਹੈ ਜਾ ਕੇ, ਤਾਂ ਉਸ ਤੋਂ ਬਾਅਦ ਬਈ ਉਹ ਦਰੇ ਦੇ ਵਿੱਚ ਦੀ ਕੋਈ ਨਹੀਂ ਆਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਰੋਪੜ ਜਿਹੜੀ ਨਹਿਰ ਸਤਲੁਜ ਦੇ ਕੰਢੇ ਹੋਈ, ਜਿੱਥੇ ਡੈਲੀਗੇਸ਼ਨ ਦੇ ਵਿੱਚ ਮਹਾਨ ਜਰਨੈਲ ਗਿਆ, ਜਿੱਥੇ ਫੋਟੋ ਛਪੀ ਹੋਈ ਹੈ ਪਿੱਛੇ ਖੜਾ, ਤਾਂ ਉਸ ਲਾਂਘੇ ਨੂੰ ਦੇਣ ਲਈ ਕਿ ਇੰਡਸ ਵੈਲੀ ਤੋਂ ਉੱਪਰਲੇ ਬੰਨੇ ਮੈਂ ਫਰੰਟੀਅਰ ਨੂੰ ਅਸੀਂ ਵਿੱਚ ਦੀ ਲੰਘ ਜਾ ਕਰੀਏ ਗੋਰਿਆਂ ਨੂੰ, ਇਸ ਗੱਲ ਤੇ ਬਹੁਤ ਕੋਫਤ ਹੋਈ ਕੌਮ ਦੇ ਜਰਨੈਲ ਨੂੰ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਇਹਨਾਂ ਨੂੰ ਰਾਹ ਨਹੀਂ ਦੇਣਾ ਫਰੰਗੀਆਂ ਨੂੰ, ਇਹਨਾਂ ਦਾ ਕੀ ਮਤਲਬ ਸਾਡੇ ਰਾਜ ਦੇ ਵਿੱਚ ਦੀ ਲੰਘਣ ਦਾ, ਸਤਲੁਜ ਟੱਪਣ ਦਾ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦੇ ਵਿੱਚੋਂ ਲੰਘਾ ਦਿੱਤਾ ਤੇ ਬੈਰੀ ਘਰੇ ਬਾੜਿਆ ਨਹੀਂ ਤੇ ਤੁਸੀਂ ਗਏ ਨਹੀਂ, ਬਸ ਮੁੜ ਕੇ ਜਦ ਤਜਰਬੇ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੀ ਫੈਮਿਲੀ ਰੂਮ ਤਾਂ ਬਹੁਤ ਦੂਰ ਆ, ਤੁਹਾਡੇ ਲਿਵਿੰਗ ਰੂਮ 'ਚ ਕੌਣ ਬੰਦਾ ਆਵੇ ਤੁਸੀਂ ਡਿਸਾਈਡ ਕਰੋ। ਬਹੁਤ ਛੇਤੀ ਕਰ ਦਿੰਦੇ ਆਪਾਂ, ਬਹੁਤ ਜਲਦੀ ਕਰ ਦਿੰਦੇ, ਤੇ ਉਹ ਬਹੁਤ ਘਾਤਕ ਹੋ ਜਾਂਦਾ ਤੁਹਾਡੇ ਲਈ। ਇਹ ਚੀਜ਼ ਦਾ ਬਹੁਤ ਖਿਆਲ ਰੱਖੋ। ਜ਼ਿੰਦਗੀ ਦੇ ਦੁੱਖ ਸੁੱਖ ਸਾਂਝੇ ਕਿੱਥੇ ਕਰਨੇ ਆ, ਇਹ ਵੀ ਇੱਕ ਬਹੁਤ ਵੱਡਾ ਵਿਸ਼ਾ, ਤੇ ਉਹ ਲਿਖ ਕੇ ਕਰਨੇ ਆ ਜਾਂ ਫੋਨ ਤੇ ਕਰਨੇ ਆ। ਫੋਨ ਵੀ ਕਾਹਦੇ ਤੇ ਕਰਨੇ ਆ, WhatsApp ਤੇ ਕਰਨੇ ਜਾਂ ਫੋਨ ਤੇ ਕਰਨੇ। ਰਿਕਾਰਡਿੰਗ ਕਿੱਥੇ ਆਨ ਹੁੰਦੀ ਆ, ਕੀ ਹੁੰਦੀ ਆ, ਤੁਹਾਨੂੰ ਪਤਾ ਹੀ ਲੱਗਦਾ। ਬਹੁਤ ਅਲਰਟ ਰਹੋ, ਹੁਣ ਲੋੜ ਨਹੀਂ ਹੈ ਕਿਉਂਕਿ ਲੋਕ ਵਿਹਲੇ ਹੋ ਗਏ, ਇਹੀ ਕੰਮ ਹੈ। ਫੇਰ ਆਈਏ ਕੌਮ ਦੇ ਜਰਨੈਲ ਵੱਲ। 1791 ਦਾ ਜਨਮ ਹੈ ਅਪਰੋਕਸੀਮੇਟ, ਉੱਪਲ ਗੋਤ ਹੈ, ਤੇ
ਪੀੜ੍ਹੀ ਦੇ ਵਿੱਚ ਪੜਦਾਦਾ ਸਰਦਾਰ ਨਰਾਇਣ ਸਿੰਘ ਨੇ ਆਪ ਅੰਮ੍ਰਿਤ ਗੁਰੂ ਪਾਤਸ਼ਾਹ 10ਵੇਂ ਪਾਤਸ਼ਾਹ ਤੋਂ ਛਕਿਆ। ਉਸ ਤੋਂ ਬਾਅਦ ਦਾਦਾ ਹਰਦਿੱਤ ਸਿੰਘ, ਚਰਤ ਸਿੰਘ ਸ਼ੁਕਰ ਚੱਕੀਏ ਦੇ ਦਾਦਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਹੇ ਨੇ। ਉਹਦੇ ਬਾਅਦ ਪਿਤਾ ਜੀ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਮਹਾਂ ਸਿੰਘ ਦੇ ਨਾਲ ਰਹੇ ਨੇ। ਤੇ ਕੌਮ ਦਾ ਜਰਨੈਲ ਜਦ ਚੜ੍ਹਦੀ ਬਰੇਸ ਦੇ ਵਿੱਚ ਸੀ, ਪਿਤਾ ਦੀ ਮੌਤ ਹੋ ਗਈ, ਮਾਂ ਨੇ ਨਾਨਕੇ ਲਿਜਾ ਕੇ ਪਾਲਿਆ। ਵਿਸਾਖੀ ਤੇ ਹੋਲੀ ਦੇ ਦਿਨਾਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਵਿੱਚ ਵੱਡੇ ਮੇਲੇ ਕਰਾਉਂਦੇ ਤੇ ਉੱਥੇ ਫਿਰ ਯੁੱਧ ਨੀਤੀ ਖਾਲਸਾਈ ਜਾਹੋ ਜਲਾਲ ਹੁੰਦੇ, ਉਹਦੇ ਵਿੱਚੋਂ ਆਪਣੇ ਕੌਮ ਦੇ ਵਾਰੀਅਰ ਆਪਣੀ ਫੌਜ ਦੇ ਚੁਣਦੇ। ਤੇ 14 ਵਰ੍ਹਿਆਂ ਦੀ ਕਹਿੰਦੇ ਉਮਰ ਸੀ। 9 ਵਰ੍ਹਿਆਂ ਦੀ ਉਮਰ 'ਚ ਮਾਂ ਨੇ ਜਿਹੜਾ ਸਿੱਖਣ ਲਾਏ ਖਾਲਸੀ ਜਾਹੋ ਜਲਾਲ ਤੇ ਜਿਹੜੀ ਗੱਤਕੇ ਦੀ ਸ਼ਸਤਰਾਂ ਦੀ ਵਿੱਦਿਆ। ਤਾਂ ਉਸਤਾਦ ਨੇ ਕਿਹਾ ਵੀ ਇੱਕੋ ਹੀ ਪੁੱਤ ਹੈ ਤੇ ਇਹ ਜਦ ਵਰਦੀਆਂ ਨੇ ਸਿੱਧੀਆਂ ਪਤਾ ਨਹੀਂ ਇਹ ਕਿਵੇਂ ਲੱਗਣੀਆਂ, ਰਹਿਣ ਦਿਓ, ਕਹਿੰਦੇ ਸਿਖਾਉਣਾ। 1804 ਦੇ ਵਿੱਚ ਕਹਿੰਦੇ ਹਿਸਟਰੀ ਜਿਹੜੀ ਦੱਸਦੀ ਹੈ 1804 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦ ਸਿਲੈਕਸ਼ਨ ਕਰਨੀ ਸੀ ਤਾਂ ਉੱਥੇ ਮਤਲਬ ਜਦ ਮਿਲਟਰੀ ਕੈਰੀਅਰ ਉਸ ਦਿਨ ਸ਼ੁਰੂ ਹੋਇਆ ਤੇ 1804 ਦੇ ਵਿੱਚ ਜਦ ਉਹਨਾਂ ਨੇ ਆਪਣੀ ਸ਼ਸਤਰ ਵਿੱਦਿਆ ਦਿਖਾਈ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਰਨੈਲ ਸਿੰਘ ਨਲੂਏ ਨੂੰ ਆਪਣਾ ਅੰਗ ਰੱਖਿਅਕ ਬਣਾਇਆ। ਜਿੱਥੋਂ ਨਲੂਆ ਨਾਂ ਲੱਗਦਾ ਹੈ, ਕੋਈ ਤਾਂ ਬਾਗਬਾਰ ਵੀ ਕਹਿੰਦੇ ਆ, ਪੰਜੇ ਨੂੰ ਵੀ ਕਹਿੰਦੇ ਆ, ਪਰ ਰਾਜਾ ਨਲ ਇੱਕ ਹੋਇਆ ਜਿਹੜਾ ਸ਼ੇਰਾਂ ਦਾ ਬਾਘਾਂ ਦਾ ਸ਼ਿਕਾਰ ਖੁਦ ਕਰਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੇਲੇ ਦੇ ਵਿੱਚ ਨਿਕਲਦੇ ਆ। ਇਹ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਉਹਨਾਂ ਦੀ ਕਿਤਾਬ ਹੈ ਜਰਨੈਲ ਹਰੀ ਸਿੰਘ ਨਲੂਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਆਪ। ਤੇ ਉਹ ਜਿਹੜੀ ਫੋਟੋ ਹੈ ਉਹ ਰਾਮ ਬਿਹਾਰੀ ਇੱਕ ਪੇਂਟਰ ਨਾਲ ਰੱਖਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦ ਜਵਾੜਾ ਪਾੜਿਆ ਨਾ ਪਹਿਲੀ ਵਾਰ ਸ਼ੇਰ ਦਾ, ਤੇ ਉਹ ਫੋਟੋ ਵੀ ਜਿਹੜੀ ਬਣਾਈ ਉਹਦੇ ਉਸੇ ਸਮੇਂ ਪੋਰਟਰੇਟ ਬਣਵਾਈ ਹੈ। ਕਹਿੰਦੇ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਨੇ ਲਿਖਿਆ, ਕਹਿੰਦੇ ਨਿਕਲੇ ਨੇ ਬੇਲੇ ਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਪਾਸੇ ਆ ਤੇ ਹਰੀ ਸਿੰਘ ਨਲੂਆ ਇੱਕ ਪਾਸੇ ਆ। 1804 ਦੀ ਗੱਲ ਹੈ ਤੇ ਉਮਰ ਵੇਖ ਲਓ ਕੀ ਹੈ, 13-14 ਵਰ੍ਹਿਆਂ ਦੀ ਉਮਰ ਹੈ। ਤੇ ਸ਼ੇਰ ਨੇ ਪਰਲੇ ਬੰਨਿਓ ਇੱਕ ਬੰਨਿਓ ਹਮਲਾ ਕੀਤਾ। ਸ੍ਰੀ ਸਾਹਿਬ ਕੱਢਣ ਦੀ ਦਾ ਸਮਾਂ ਨਹੀਂ ਮਿਲਿਆ। ਜਵਾੜਿਆਂ ਨੂੰ ਕਹਿੰਦੇ ਹੱਥ ਪਾਇਆ, ਜਿਹੜੀ ਉਹਦੀ ਪੋਰਟਰੇਟ ਹੈ, ਜਵਾੜਿਆਂ ਨੂੰ ਹੱਥ ਪਾ ਕੇ ਗਰਦਨ ਘੁਮਾ ਕੇ ਜਦ ਇੱਕ ਵਾਰ ਸਮਾਂ ਮਿਲਿਆ ਗਾਤਰਿਓਂ ਕਿਰਪਾਨ ਕੱਢ ਕੇ ਉਹਦਾ ਗਲ ਵੱਢ ਦਿੱਤਾ। ਜਿਸ ਦਿਨ ਤੋਂ ਬਾਅਦ ਉਪਲਾਂ ਦਾ ਇਹ ਨੌਜਵਾਨ ਚੜ੍ਹਦੀ ਬਰੇਸ ਦਾ ਸ਼ਹਿਜ਼ਾਦਾ ਨਲੂਆ ਕਹਾਉਣ ਲੱਗੇ। ਪਹਿਲੀ ਜੰਗ ਜਿਹੜੀ ਕਸੂਰ ਦੀ ਉਹ 16ਵੇਂ ਵਰ੍ਹੇ ਦੇ ਵਿੱਚ ਮੁੱਛ ਫੁੱਟਦੀ ਹੋਣੀ ਆ। ਹਲੇ 16ਵੇਂ ਵਰ੍ਹੇ ਵਿੱਚ ਪਹਿਲੀ ਲੜਾਈ ਜਿਹੜੀ ਲੜੀ ਹੈ ਜਿਹੜੀ ਕਸੂਰ ਦੀ ਹੈ। ਜਦ ਕਸੂਰ ਤੇ ਹਮਲਾ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤੇ ਮਹਾਰਾਜਾ ਰਣਜੀਤ ਸਿੰਘ ਖੁਦ ਇਹ ਹਮਲਾ ਤੇ ਨਾਲ ਜੋਧ ਸਿੰਘ ਰਾਮਗੜੀਆ ਨਾਲ ਹੈ। ਤੇ ਪਰ ਜਦ ਉਹਦੇ ਵਿੱਚ ਦਿਖਾਇਆ ਬਈ ਇਉਂ ਤੇਗਾਂ ਵਹਿੰਦੀਆਂ 8 ਲੱਖ ਪਲੱਸ ਰੁਪਈਆਂ ਦੀ ਜਗੀਰ ਜਿਹੜੀ ਹੈ ਪਹਿਲੀ ਲੜਾਈ ਤੇ ਬਾਅਦ ਹੀ 8,59,000 ਕਹਿੰਦੇ ਨੇ ਹਿਸਟੋਰੀਅਨ ਕਿ ਉਹ ਇੰਨੇ ਰੁਪਈਆਂ ਦੀ ਜਗੀਰ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਸ਼ੇਰੇ ਪੰਜਾਬ ਨੇ ਹਰੀ ਸਿੰਘ ਨਲੂਆ ਨੂੰ ਦਿੱਤੀ। ਅੱਧੇ ਤੋਂ ਵੱਧ ਉਹ ਜਗੀਰ ਗੁਰਦੁਆਰਾ ਸਾਹਿਬ ਦੇ ਉੱਪਰ ਉਹ ਉਹਨਾਂ ਦੀ ਸੇਵਾ ਤੇ ਆਉਂਦੇ। ਪੰਜਾ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਹੜਾ ਉਹ ਆਪ ਹਰੀ ਸਿੰਘ ਨਲੂਏ ਨੇ ਸੇਵਾ ਕੀਤੀ ਹੈ। ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਇਮੋਰਟਲ ਤਖਤ ਦੁਨੀਆ ਦੇ ਉੱਚੇ ਤਖਤ ਨੂੰ ਜਿਹਨੇ ਸਦਾ ਮੇਰੀ ਤੇ ਪੀਰੀ ਨੇ ਝੂਲਦੇ ਰਹਿਣੇ ਨੇ, ਲਹਿਰਾਉਂਦੇ ਰਹਿਣੇ ਨੇ ਪਰਚਮ, ਉਹਦੇ ਡੋਮ ਉੱਪਰ ਗੁੰਬਦਾਂ ਦੀ ਸੇਵਾ ਜਿਹੜੀ ਸੋਨੇ ਦੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਤਰਨਤਾਰਨ ਸਾਹਿਬ ਦੀ ਸੇਵਾ ਕੀਤੀ। ਡਿਊਟੀ ਜਿਹੜੀ ਕਮਰ ਨਿਹਾਲ ਸਿੰਘ ਦੇ ਨਾਂ ਦੀ ਸੀ, ਜਿਹੜੀ ਡਿਊਟੀ ਕਾਰ ਸੇਵਾ ਵਾਲੇ ਸਾਧਾਂ ਨੇ ਢਾਈ, ਉਹਦੀ ਸੇਵਾ ਵੀ ਜਰਨੈਲ ਹਰੀ ਸਿੰਘ ਨਲੂਏ ਤੇ ਕਵਰ ਨਿਹਾਲ, ਕਿਉਂ ਕਵਰ ਨਿਹਾਲ ਜਾਣ ਕੇ ਲਾਇਆ ਉਹ ਤਾਂ ਆਪਣਾ ਮਹਾਰਾਜਾ ਰਣਜੀਤ ਸਿੰਘ ਕਿ ਜਿਹੜੀਆਂ ਚੜ੍ਹਾਈਆਂ ਚੜ੍ਹਨੀਆਂ ਨੇ ਉਹ
ਸਰਦਾਰ ਨਲੂਏ ਦੇ ਨਾਲ ਟ੍ਰੇਨਡ ਹੋਇਆ। ਉਸ ਤੋਂ ਬਾਅਦ ਸਿਆਲਕੋਟ ਦੀ ਜੰਗ 1808 ਦੀ, ਤੇ ਜਿਹਦੇ ਵਿੱਚ ਜੀਵਨ ਸਿੰਘ ਸੀ ਉੱਥੇ ਬਈ ਉਸ ਨੂੰ ਥੱਲੇ ਕਰੋ। ਫਿਰ ਅਟਕ ਦੀ ਲੜਾਈ 1803 ਦੀ। ਅਟਕ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਹ ਬਹੁਤ ਜਿਹੜੀ ਬੜੀ ਕਰੜੀ ਜੰਗ ਜਿਹੜੀ ਹੋਈ ਹੈ, ਤੇ ਜਵਾਨ ਮੋਹਕਮ ਚੰਦ ਦੇ ਨਾਲ ਤੇ ਵਜ਼ੀਰ ਫਤਿਹ ਖਾਨ ਸੀ, ਉਹਦਾ ਦੋਸਤ ਮੁਹੰਮਦ ਖਾਨ ਦਾ ਉਹ ਭਾਈ ਸੀ। ਇਹੀ ਦੋਸਤ ਮੁਹੰਮਦ ਖਾਨ ਹੈ ਤੇ ਜਿਹਨੇ ਅਖੀਰ ਦੇ ਵਿੱਚ ਸ਼ਹੀਦ ਜਿਹਦੀਆਂ ਫੌਜਾਂ ਨੇ ਕੀਤਾ, ਉਸ ਨੂੰ ਅੱਗੇ ਜਾ ਕੇ ਦੱਸਾਂਗਾ। ਕਾਬਲ ਦਾ ਵਜ਼ੀਰ ਸੀ। ਹਰੀ ਸਿੰਘ ਨਲਵਾ, ਹੁਕਮ ਸਿੰਘ ਅਟਾਰੀ ਵਾਲਾ, ਸ਼ਿਆਮ ਸਿੰਘ ਖਾਲਸਾ, ਫਤਿਹ ਸਿੰਘ ਆਹਲੂਵਾਲੀਆ, ਬਹਿਮਣ ਸਿੰਘ ਮੱਲਿਆਂ ਵਾਲਾ ਇਹ ਨਾਲ ਸੀ। ਤੇ ਹੁਣ ਅਟਕ ਦਾ ਮਤਲਬ ਅਟਕ ਤੱਕ ਪਹੁੰਚਣਾ ਕਾਬਲ ਨੂੰ ਕੰਬਣੀ ਛੇੜਨੀ ਸੀ। ਅਟਕ ਤੋਂ ਅੱਗੇ ਜਦ ਵਧਣਾ ਪਸ਼ਾਵਰ ਵੱਲ ਨੂੰ ਤਾਂ ਉਹਨਾਂ ਨੂੰ ਇਹ ਸੀ ਕਿ ਇਹ ਗੜਬੜ ਹੈ। ਇੱਥੇ ਫਿਰ ਅਟਕ ਦਾ ਕਿਲ੍ਹਾ ਜਿਹੜਾ ਅਸਾਰਿਆ। ਉਹਨਾਂ ਦਿਨਾਂ ਦੇ ਵਿੱਚ ਜਦ ਅਬਦਾਲੀ ਮਰਦਾ ਹੈ, ਅਬਦਾਲੀ ਤੋਂ ਬਾਅਦ ਪੁੱਤਾਂ ਦੀ ਲੜਾਈ ਹੁੰਦੀ ਹੈ। ਫਤਿਹ ਖਾਨ ਇੱਕ ਪੋਤਾ ਸ਼ਾਹ ਸੁਜਾ ਜਿਹੜਾ ਫਤਿਹ ਖਾਨ ਅਬਦਾਲੀ ਦੀ ਜਗ੍ਹਾ ਬਣ ਜਾਂਦਾ ਹੈ, ਤੇ ਉਹਦੇ ਬਾਅਦ ਸ਼ਾਹ ਸੁਜਾ ਉੱਥੋਂ ਭੱਜ ਲੈਂਦਾ, ਭੱਜ ਕੇ ਕਸ਼ਮੀਰ ਚਲੇ ਜਾਂਦਾ। ਕਸ਼ਮੀਰ ਦਾ ਰਾਜਾ ਉਹਨੂੰ ਸ਼ੇਰਗੜ੍ਹੀ ਦੇ ਵਿੱਚ ਕੈਦ ਕਰ ਲੈਂਦਾ। ਤਾਂ ਸ਼ਾਹ ਸੁਜਾ ਦੀ ਘਰਵਾਲੀ ਬੇਗਮ ਆ ਕੇ ਕਹਿੰਦੀ ਵੀ ਹੁਣ ਕੋਈ ਜੇ ਬਚਾ ਸਕਦਾ ਤਾਂ ਸਰਕਾਰੇ ਖਾਲਸਾ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਬਚਾ ਸਕਦਾ। ਉਹ ਕਹਿੰਦੀ ਕੋਹੇ ਨੂਰ ਹੀਰਾ ਮੇਰੇ ਕੋਲ, ਮੇਰੇ ਘਰ ਵਾਲੇ ਨੂੰ ਛਡਾ ਲਓ। ਕੋਹੇ ਨੂਰ ਹੀਰਾ ਜਿਹੜਾ ਗੋਲਕੁੰਡੇ ਦੇ ਵਿੱਚੋਂ ਕਿਤੇ ਲੱਭਿਆ, ਪਹਿਲਾਂ ਸ਼ਾਹਜਹਾਂ ਕੋਲ ਆਇਆ, ਉੱਥੋਂ ਔਰੰਗਜ਼ੇਬ ਕੋਲ ਆਇਆ, ਫਿਰ ਅਬਦਾਲੀ ਦੇ ਹੱਥ ਆ ਗਿਆ। ਉਹ ਕਹਿੰਦੀ ਮੈਂ ਦੇ ਦੂੰ, ਇਹ ਤੁਹਾਡੇ ਕੋਲ ਹੈ, ਮੈਂ ਕੋਹੇ ਨੂਰ ਹੀਰਾ ਦੇ ਦੂੰ, ਮੇਰਾ ਘਰ ਵਾਲਾ ਛਡਾ ਦਿਓ। ਅਟਕ ਦੀ ਲੜਾਈ ਤੋਂ ਬਾਅਦ ਕਸ਼ਮੀਰ ਦੀ ਜਿਹੜੀ ਚੜ੍ਹਾਈ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਰਨੈਲ ਹਰੀ ਸਿੰਘ ਨਲੂਆ ਨੇ ਤੇ ਹੋਰ ਜਰਨੈਲਾਂ ਨੇ, ਉਹਨਾਂ ਦੇ ਨਾਲ ਇਹਨਾਂ ਦੇ ਚੜ੍ਹਾਈ ਕੀਤੀ ਹੈ। ਉੱਥੇ ਦੋ ਕਿਸਮ ਦੇ ਪਠਾਨ ਜਿਨ੍ਹਾਂ ਨੂੰ ਬੱਬੇ ਤੇ ਖੱਖੇ ਕਿਹਾ ਜਾਂਦਾ ਹੈ, ਇਹ ਜ਼ਿਆਦਾਤਰ ਉਹ ਨੇ ਜਿਹੜੇ ਹਿੰਦੂ ਧਰਮ ਦੇ ਵਿੱਚੋਂ ਮੁਸਲਮਾਨਾਂ ਤੋਂ ਡਰਦੇ ਪਠਾਨ ਬਣੇ ਸੀ। ਇਹਨਾਂ ਦੀ ਉਹ ਹਿਸਟਰੀ ਜਿਹੜੀ ਉਹ ਫਰੂਖ ਅਬਦੁੱਲਾ ਨੇ, ਜਿੱਥੋਂ ਪਤਾ ਲੱਗਦਾ ਇੰਦਰਾ ਗਾਂਧੀ ਦੇ ਖਾਨਦਾਨ ਦਾ ਵੀ ਇੱਕੋ ਹੀ ਪਰਿਵਾਰ ਸੀ, ਕੌਲ ਖਾਨਦਾਨ। ਇਹ ਚਿਨਾਰੇ ਆਤਿਸ਼ ਜਿਹੜੀ ਉਹਨਾਂ ਨੇ ਉਰਦੂ ਦੇ ਵਿੱਚ ਆਪਣੀ ਬਾਇਓਗ੍ਰਾਫੀ ਲਿਖੀ ਹੈ, ਉਹਦੇ 'ਚ ਲਿਖਿਆ ਵੀ ਸਾਡੇ ਪੂਰਵਜ ਇੱਕੋ ਹੀ ਸੀ, ਅਸੀਂ ਮੁਸਲਮਾਨ ਬਣ ਗਏ, ਸਾਡਾ ਪਰਿਵਾਰ। ਚਿਹਰਾ ਮੋਹਰੇ ਦੇਖਿਓ ਫਰੂਖ ਉਮਰ ਅਬਦੁੱਲਾ ਦੇ, ਤੇ ਉਹਦੇ ਬਾਅਦ ਸੰਜੇ ਤੇ ਜਵਾਹਰ ਲਾਲ ਨਹਿਰੂ ਦੇ, ਇੰਦਰਾ ਦਾ ਚਿਹਰਾ ਮੋਹਰਾ ਵੇਖਿਓ ਖੜਾ ਕੇ, ਇੱਕੋ ਹੀ ਪੋਰਟਰੇਟ ਆ, ਇੱਕੋ ਹੀ ਭਾਈ ਨੇ, ਇੱਕੋ ਹੀ ਖਾਨਦਾਨ। ਰਾਜ ਕੌਲ ਹੈ ਜਿਹੜਾ, ਉਹ ਕਹਿੰਦੇ ਫਰਕਸ਼ੀਅਰ ਦੇ ਦਰਬਾਰ ਦੇ ਵਿੱਚ ਗਿਆ ਕਿ ਅਸੀਂ, ਸਾਡੇ ਵੱਡੇ ਨੇ ਗੰਗੂ ਨੇ 10ਵੇਂ ਪਾਤਸ਼ਾਹ ਦੇ ਪੁੱਤ ਜਿਹੜੇ ਸ਼ਹੀਦ ਕੀਤੇ, ਕਹਿੰਦੇ ਉਸ ਸਮੇਂ ਉਸ ਨੂੰ ਨਹਿਰੂ, ਅਦਰਵਾਈਜ਼ ਕੋਈ ਨਹਿਰੂ ਬ੍ਰਾਹਮਣਾਂ ਦੇ ਵਿੱਚ ਕੋਈ ਗੋਤ ਨਹੀਂ ਹੈ। ਉਸ ਸਮੇਂ 700 ਏਕੜ ਦੀ ਜ਼ਮੀਨ ਨਹਿਰ ਦੇ ਕੰਢੇ ਜਿਹੜੀ ਇਲਾਹਾਬਾਦ 'ਚ ਦਿੱਤੀ ਗਈ, ਜਿੱਥੋਂ ਇਹਨਾਂ ਦੇ ਨਹਿਰੂ ਹੱਲ ਪਈ। ਸੋ ਜਿਹੜੀ ਕਸ਼ਮੀਰ ਦੀ ਜੰਗ ਜਦ ਉੱਥੇ ਸ਼ਾਹ ਸੁਜਾ ਨੂੰ ਕਰਾ ਕੇ ਬਹੁਤ ਸ਼ਹੀਦੀਆਂ ਉੱਥੇ ਹੋਈਆਂ, 350 ਦੇ ਕਰੀਬ ਕਹਿੰਦੇ ਸਿੱਖ ਸ਼ਹੀਦ ਹੋਏ ਨੇ ਉਸ ਲੜਾਈ ਦੇ ਵਿੱਚ। 2 ਵਾਰ ਪਹਿਲਾਂ ਕੌਂਕਰ ਕੀਤਾ, ਇੱਕ ਵਾਰ ਬਰਫ਼ ਬਹੁਤ ਪੈ ਗਈ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਜਦ ਆਖਰੀ ਹੱਲਾ ਬੋਲਿਆ, 2 ਪਾਸਿਓਂ ਗਏ, ਕਹਿੰਦੇ ਇੱਕ ਪਾਸਿਓਂ ਕਾਰਗਿਲ ਵਾਲੇ ਪਾਸਿਓਂ, ਦੂਸਰਾ ਪਾਸਾ ਜਿਹੜਾ ਆਮ ਜਿਹੜਾ ਰਸਤਾ, ਦੋਨੇ ਪਾਸਿਓਂ ਚੜ੍ਹਾਈ ਕੀਤੀ ਹੈ। ਸ਼ਾਹ ਸੁਜਾ ਨੂੰ ਫਿਰ ਜਦ ਰਿਹਾ ਕੀਤਾ, ਜਦ ਲਾਹੌਰ ਦਰਬਾਰ ਦੇ ਵਿੱਚੋਂ ਆਇਆ ਤਾਂ ਉਸਨੇ ਮਨਾਹੀ ਕੀਤੀ, ਦੋਨੇ ਘਰ ਵਾਲੀ ਉਹਦੀ ਬੇਗਮ ਤੇ ਉਹ ਦੋਨੇ ਸੀ, ਤੇ ਉਹ ਮੰਨਿਆ ਨਹੀਂ ਕਿ ਮੈਂ ਤੁਹਾਨੂੰ ਇਹ ਦੇਣਾ ਕੋਹੇ ਨੂਰ। ਗੱਲਾਂ ਤੋਂ ਮੁੱਕਰਨ ਲੱਗਿਆ। ਸਰਕਾਰੇ ਖਾਲਸਾ ਦਾ ਰਾਜਾ
ਉਹਨਾਂ ਨੂੰ ਤਸੀਹੇ ਦੇ ਕੇ ਵੀ ਕੋਹਿਨੂਰ ਲੈ ਸਕਦਾ ਹੀ। ਕਹਿੰਦੇ 2 ਲੱਖ ਮੋਹਰਾਂ ਦੇ ਕੇ ਕੋਹਿਨੂਰ ਹੀਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਿਆ। ਤਾਂ ਹੀ ਤਾਂ ਰਾਜ ਦੀ ਗੱਲਾਂ ਹੁੰਦੀਆਂ, ਤਾਂ ਹੀ ਤਾਂ ਦੁਨੀਆ ਦੇ ਪੇਪਰਾਂ 'ਚ ਛਪਦਾ। ਜਿਨ੍ਹਾਂ ਨੂੰ ਸਰਕਾਰੇ ਖਾਲਸਾ ਨੂੰ ਪੰਜਾਬੀ ਰਾਜ ਕਹਿਣ ਦੀ ਇੱਕ ਕੋਝੀ ਜਿਹੜੀ ਹਰਕਤ ਹੈ ਉਹ ਕੀਤੀ ਜਾਂਦੀ ਹੈ, ਕਿਉਂਕਿ ਉਹ ਗੱਲ ਸੂਤ ਨਹੀਂ ਬਹਿੰਦੀ, ਢਾਟ ਤੇ ਨਹੀਂ ਬਹਿੰਦੀ। ਜਿਹਦੇ ਦਾਦੇ ਚਰਤ ਸਿੰਘ ਨੇ ਅਬਦਾਲੀ ਦੇ ਨਾਲ ਸਿੱਧੀਆਂ ਤੇਗਾਂ ਬਾਹੀਆਂ, ਹੁਣ ਘੱਲੂ ਘਾਰਿਆਂ ਦੇ ਵਿੱਚ 18-18 ਫੱਟ ਸਰੀਰ ਤੇ ਲੈ ਹੋਣਗੇ। ਉਹ ਬਲੱਡ ਲਾਈਨ ਨੂੰ ਇਹ ਕਿਹਾ ਜਾਂਦਾ ਹੈ ਕਿ ਉਹਦੀ ਮਾਂ ਜਿਹੜੀ ਜੀਂਦ ਵਾਲੇ ਰਾਜੇ ਦੀ ਕੁੜੀ, ਤੇ ਉਹਦੀ ਮਾਂ ਜਿਹੜੀ ਹੈ ਉਹ ਵਧੀਆ ਚਾਲ ਚੱਲਣ ਦਿੰਦੀ ਸੀ। ਦੇਖੋ, ਤੇ ਲਿਖਦਾ ਕੌਣ ਹੈ, ਪੜ੍ਹਦਾ ਕੌਣ ਹੈ, ਗੱਲ ਇਹ ਹੈ। ਹਰੀ ਸਿੰਘ ਨਲੂਏ ਦੇ ਨਾਲ ਨਿਹਾਲ ਸਿੰਘ ਅਟਾਰੀ ਵਾਲਾ, ਇਹਨਾਂ ਨੇ ਜਦ ਕਸ਼ਮੀਰ ਤੋਂ ਬਾਅਦ ਜਿਹੜੀ ਵੱਡੀ ਮਲਤਾਨ ਦੀ ਲੜਾਈ ਹੈ, ਮਲਤਾਨ ਦੀ ਲੜਾਈ ਇੱਕ ਐਡਾ ਨਾਂ ਹੈ। ਉਸ ਮਲਤਾਨ ਦੀ ਲੜਾਈ ਲਈ ਮੁਜ਼ੱਫਰ ਖਾਨ ਦੇ ਖਿਲਾਫ ਉਹ ਲੜੀ। ਕਿਲੇ ਦੀ ਵਸੀਲ ਜਿਹੜੀ ਬਾਹਰਲੀ ਕੰਧ ਬਹੁਤ ਭਾਰੀ ਸੀ ਤੇ ਤੋਪਾਂ ਜਿਹੜੀਆਂ ਸੀ ਉਹ ਚੱਲ ਨਹੀਂ ਸੀ ਰਹੀਆਂ, ਜਿਹੜੀਆਂ ਮਜੀਠੀਏ ਲਹਿਣਾ ਸਿੰਘ ਨੇ ਬਣਾਈਆਂ ਹੋਈਆਂ ਸੀ। ਤੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਮਹਾਰਾਜਾ ਰਣਜੀਤ ਸਿੰਘ, ਕਹਿੰਦੇ ਹਰੀ ਸਿੰਘ ਭੰਗੀ ਮਿਲਿਆ ਤੇ ਗੱਲ ਕੀ? ਉਹ ਕਹਿੰਦੇ ਵੀ ਗੱਲ ਇਹ ਹੋ ਗਈ ਵੀ ਘੇਰਾ ਪਾਈ ਬੈਠੇ ਆ, ਕੰਧ ਨਹੀਂ ਟੁੱਟ ਰਹੀ। ਉਹ ਕਹਿੰਦਾ ਲੈ ਫਿਰ ਸਾਡੇ ਵਾਲੀ ਲੈ ਕੇ ਜਾ। ਜਮਜਮਾ ਜਿਹਦਾ ਨਾਂ ਸੀ ਅਬਦਾਲੀ ਨੇ ਏਰੀਏ ਦੀਆਂ ਪਿੱਤਲ ਤੇ ਤਾਂਬਾ ਢਾਲ ਕੇ ਬਣਾਈ ਤੇ 21 ਕਿਲੋ ਬਰੂਦ ਇੱਕ ਵਾਰ ਪੈਂਦਾ ਸੀ। ਭੰਗੀਆਂ ਦੀ ਤੋਪ ਜਿਹੜੀ ਖੜੀ ਆ ਲਾਹੌਰ, ਜਮਜਮਾ ਜਿਹਦਾ ਨਾਂ ਸੀ ਅਬਦਾਲੀ ਨੇ ਰੱਖਿਆ। ਤੋਪ ਹਰੀ ਸਿੰਘ ਭੰਗੀ ਨੇ ਦੇਤੀ, ਮਲਤਾਨ ਗਈ, 7 ਗੋਲੇ ਕਹਿੰਦੇ ਚੱਲੇ। ਇਹ ਉਹ ਲਿਖਦਾ ਨਾਰੀ ਆਪਣੇ ਕਾਜ਼ੀ ਨੂਰਦੀਨ, ਜਿਹੜਾ ਭੇਸ ਬਿਠਾ ਕੇ ਜਿਸਨੇ ਜੰਗਨਾਮਾ ਮਲਤਾਨ ਲਿਖਿਆ। ਇਹ ਸਿੱਖਾਂ ਨੇ ਨਹੀਂ ਲਿਖਿਆ, ਮੁਸਲਮਾਨਾਂ ਨੇ ਲਿਖਿਆ। ਕਹਿੰਦਾ 7 ਗੋਲੇ ਚੱਲੇ। 7 ਗੋਲਿਆਂ ਤੋਂ ਬਾਅਦ ਭੰਗੀਆਂ ਵਾਲੀ ਤੋਪ ਦਾ ਇੱਕ ਪਹੀਆ ਟੁੱਟ ਗਿਆ। ਹਾਹਾਕਾਰ ਮਚ ਗਈ, ਪਹੀਆ ਟੁੱਟ ਗਿਆ। ਆਤਿਸ਼ਬਾਜ਼ ਜਿਹੜਾ ਪਲੀਤਾ ਲਾਉਂਦਾ ਉਹਨੂੰ ਪੁੱਛਿਆ ਗਿਆ, ਜਰਨੈਲ ਹਰੀ ਸਿੰਘ ਨਲੂਆ ਵੀ ਉਹਦੇ 'ਚ ਹੈ, ਸਾਰੇ ਜਰਨੈਲ ਨੇ। ਉਹ ਕਹਿੰਦਾ ਵੀ ਹੋਰ ਕੁਛ ਨਹੀਂ ਕਰ ਸਕਦੇ, ਇਸ ਪਹੀਏ ਦੀ ਜਗ੍ਹਾ ਮੋਢਾ ਦੇਣਾ ਪੈਣਾ। ਮੋਢਾ ਮਤਲਬ ਵੀ ਜਿਹਨੇ ਵੀ ਮੋਢਾ ਦੇਣਾ ਉਹਦਾ ਸਰੀਰ ਜਿਹੜਾ ਉੱਡ ਜਾਣਾ ਤੂੰਬਾ ਕਰਕੇ। 21 ਕਿਲੋ ਬਰੂਦ ਹੈ, ਮਾਈਕਰੋਗ੍ਰਾਮ ਹੁੰਦਾ 32 ਬੋਰ ਦੇ ਪਿਸਟਲ ਦੇ ਵਿੱਚ। ਹੱਥ ਨੂੰ ਝਟਕਾ ਵੇਖ ਲਓ ਕਿਵੇਂ ਮਾਰਦਾ। AR-15, 16 ਜਿਹੜੀਆਂ ਕਲਾਸ਼ਨੀਕੋਵ ਚਲਾਉਂਦੇ ਨੇ, ਮੋਢੇ ਨੂੰ ਗੇੜਾ ਕਿਵੇਂ ਦਿੰਦੇ ਆ। 21 ਕਿਲੋ ਬਰੂਦ ਕਹਿੰਦੇ ਪੈਂਦਾ। ਸਿੱਖਾਂ ਦੇ ਵਿੱਚ ਲੜਾਈ ਹੋਣ ਲੱਗੀ ਵੀ ਮੋਢਾ ਮੈਂ ਦੇਣਾ। ਇੱਥੇ ਗੱਲ ਚੱਲੀ। ਤੋਪਖਾਨੇ ਦੇ ਜਿਹੜੇ ਸਿਪਾਹੀ ਸੀ ਕਹਿੰਦੇ 21 ਗੋਲੇ, ਜਿਹੜੇ ਕਾਜ਼ੀ ਨੂਰਦੀਨ ਲਿਖਦਾ, ਕਹਿੰਦੇ ਮੈਂ ਹੈਰਾਨ ਹੋ ਗਿਆ। 21 ਗੋਲੇ ਚੱਲੇ ਤੇ 21 ਸਿੱਖਾਂ ਦੇ ਸਰੀਰ ਤੁੰਬਾ ਉੜ ਗਏ। ਮਲਤਾਨ ਦੇ ਕਿਲੇ ਦੀ ਕੰਧ ਭੰਨਤੀ, ਅੰਦਰ ਜਾ ਵੜੇ। ਮੁਜ਼ੱਫਰ ਖਾਨ ਮਰ ਗਿਆ। ਮੁੰਡੇ ਪੇਸ਼ ਕੀਤੇ ਤੇ ਦੋਨੇ ਹੀ ਰਾਜਾ ਤੇ ਕੋਲ ਵਜ਼ੀਰ ਦੋਨੇ ਖੜੇ ਨੇ। ਦੋਨਾਂ ਦੀਆਂ ਸ਼ਮਸ਼ੀਰਾਂ ਖੂਨ ਦੇ ਨਾਲ ਲਿਬੜੀਆਂ। ਜਦ ਪੁੱਤ ਮੁਜ਼ੱਫਰ ਖਾਨ ਦੇ ਖੜੇ ਕੀਤੇ ਆ ਕੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਤੇਰੇ ਪਿਓ ਨਾਲ ਸੀ ਲੜਾਈ, ਉਹ ਗੱਲ ਮੁੱਕ ਗਈ। ਹੁਣ ਐਂ ਦੱਸ, ਜ਼ਿੰਦਗੀ ਜਿਉਣ ਦੇ ਲਈ ਜਗੀਰ ਕਿੰਨੀ ਚਾਹੀਦੀ? ਤੇਰੇ ਨਾਲ ਸਾਡਾ ਪੁੱਤਰਾ ਕੋਈ ਰੌਲਾ ਨਹੀਂ, ਤੇਰਾ ਪਿਤਾ ਮਰ ਗਿਆ, ਅਸੀਂ ਜਿੱਤ ਗਏ, ਦੱਸ ਕੀ ਚਾਹੀਦਾ? ਕੋਲ ਕਹਿੰਦੇ ਜਰਨੈਲ ਹਰੀ ਸਿੰਘ ਨਲੂਆ ਜਿਹੜਾ ਖੜਾ। ਮਲਤਾਨ ਤੋਂ ਬਾਅਦ ਅਟਕ ਗਏ ਨੇ। ਅਟਕ ਦੇ ਵਿੱਚ ਜਦ ਪਹੁੰਚੇ ਨੇ ਤਾਂ ਫੇਰ ਜਿਹੜਾ ਕਾਬਲ ਦੇ ਵਿੱਚ ਬੈਠਾ ਦੋਸਤ ਮੁਹੰਮਦ ਖਾਨ, ਉਸ ਨੂੰ ਫਿਕਰ ਹੋਇਆ ਵੀ ਸਿੱਖ ਤਾਂ ਆ ਗਏ। ਪੇਸ਼ਾਵਰ 1818 ਦੇ ਵਿੱਚ ਜਿਹੜਾ ਉਹ ਫਤਿਹ ਹੁੰਦਾ। 37 ਤੱਕ 1822 ਤੋਂ ਲੈ ਕੇ 1837 ਤੱਕ ਸ਼ਹੀਦੀ ਤੱਕ ਜਰਨੈਲ ਹਰੀ ਸਿੰਘ ਨਲੂਆ ਉੱਥੇ ਰਿਹਾ। ਤੇ ਅਖੀਰਲੀ ਜਿਹੜੀ ਪੇਸ਼ਾਵਰ ਦੀ ਲੜਾਈ ਹੈ 1837 ਦੀ, ਬਾਲਾਕੋਟ ਦੀ ਲੜਾਈ ਹੈ, ਸੇਦੂ ਦੀ ਲੜਾਈ ਹੈ, ਸ੍ਰੀਕੋਟ ਦੀ, ਨਸ਼ਹਿਰਾ ਦੀ ਹੈ, ਮੰਗਲ ਦੀ ਹੈ, ਸ਼ੋਪੀਆਂ ਦੀ ਹੈ, ਮਲਤਾਨ ਦੀ ਹੈ 1818 ਦੀ। ਕਹਿੰਦੇ ਜਦ ਫਿਰ ਘੇਰਿਆ ਜਾ ਕੇ ਪੇਸ਼ਾਵਰ, ਦੋਸਤ ਮੁਹੰਮਦ ਖਾਨ ਨੇ ਕਹਿੰਦੇ ਚਿੱਠੀ ਲਿਖੀ, ਸਾਡੇ ਪੂਰਵਜਾਂ ਦੀ ਹੈ ਇਹ, ਜਿਹੜੇ ਯੂਸਫ ਜਾਈ ਤੇ ਖੇਲੇ ਜਿਹੜੇ ਨੇ, ਉਹ ਖੇਲ ਤੇ ਯੂਸਫ ਜਾਈ 2 ਕਿਸਮ ਦੇ ਪਠਾਨ ਨੇ। ਮਾਰ ਕੇ ਡਾਂਗਾ ਪਠਾਨਾਂ ਦੇ ਲੱਕ ਕਰਤੇ, ਸਿੱਧੇ ਨਿੰਗਣ ਨਹੀਂ ਸੀ ਦਿੰਦੇ ਉੱਥੇ ਕਿਸੇ। ਜਦ ਕਿਲਾ ਰੋਕਿਆ
ਪਿਸ਼ਾਵਰ ਤੋਂ ਅੱਗੇ 9.5 ਮੀਲ ਜਾ ਕੇ ਫਿਰ ਬਿਲਕੁਲ ਦਰੇ ਦੇ ਮੂੰਹ ਤੇ ਕਹਿੰਦਾ ਆਇਓ ਹੁਣ ਤੁਸੀਂ ਇੱਧਰ ਨੂੰ, ਤੁਹਾਨੂੰ ਦੱਸਾਂਗੇ। ਉੱਥੇ ਜਮਰੌਦ ਦਾ ਕਿਲਾ ਜਿਹੜਾ ਉਹ ਸਾਰਿਆ। ਜਮਰੌਦ ਦੇ ਕਿਲੇ ਦੀਆਂ ਗੱਲਾਂ ਜਿਹੜੀਆਂ ਪਿਸ਼ਾਵਰ ਦੇ ਕਿਲੇ ਦੀਆਂ ਗੱਲਾਂ ਬੜੀਆਂ ਜੁੜਦੀਆਂ ਨੇ। ਉੱਥੇ ਹੀ ਕਹਿੰਦੇ ਇੱਕ ਵਾਰ ਪਿਸ਼ਾਵਰ ਨਸਰੀ ਜਮਰੌਦ ਦੇ ਕਿਲੇ ਦੇ ਬਾਹਰ ਕਹਿੰਦੇ ਸਵੇਰੇ ਸਰਦਾਰ ਫਲਾਹ ਦੀ ਦਾਤਨ ਕਰੇ ਤਾਂ ਕੋਲ ਦੀ ਲੰਘਿਆ ਜਾਂਦਾ ਪਠਾਨ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਪਠਾਣਾ ਤੋਂ? ਕਿਲੇ ਤੋਂ ਬਾਹਰ ਨਾ ਕੋਈ ਸ਼ਸਤਰ ਨਾ ਵਸਤਰ, ਤੂੰ ਕੀ ਕਰਦਾ ਇਹ? ਕਹਿੰਦਾ ਅਸੀਂ ਭੈ ਸਿਰਫ ਅਸੀਂ ਖੁਦੀ ਖੁਦਾਈ ਵਾਲੇ ਬੰਦੇ ਆ, ਭੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸੀਂ ਨਹੀਂ ਭੈ ਮੰਨਦੇ। ਕਹਿੰਦਾ ਇੰਨਾ ਤਕੜਾ? ਕਹਿੰਦਾ ਹਾਂ। ਕਹਿੰਦਾ ਲੜਾਈ ਕਰਨੀ? ਕਹਿੰਦਾ ਆ ਜਾ। ਚੱਲ ਫਿਰ ਤੂੰ ਖਾਲੀ ਹੱਥ ਆ, ਮੈਂ ਵੀ ਖਾਲੀ ਹੱਥ ਆ, ਪਿੰਡ 'ਚ ਆ ਜਾ, ਤੈਨੂੰ ਸ੍ਰੀ ਸਾਹਿਬ ਦਿੰਦਾ ਮੈਂ। ਕਹਿੰਦੇ ਪਿੰਡ ਦੇ ਚਰਸਤੇ ਦੇ ਵਿੱਚ ਜਰਨੈਲ ਹਰੀ ਸਿੰਘ ਨਲੂਆ ਉਸ ਤਰ੍ਹਾਂ ਹੀ ਚਲੇ ਗਏ। ਪਠਾਨ ਦੇ ਨਾਲ ਇੱਕ ਕਿਰਪਾਨ ਪਠਾਨ ਨੇ ਦਿੱਤੀ, ਇੱਕ ਉਹਨੇ ਆਪ ਰੱਖ ਲਈ ਤੇ ਇੱਕ ਢਾਲ ਦਿੱਤੀ। ਲੜਾਈ ਹੋਈ ਤੇ ਜ਼ਖਮੀ ਹੋ ਗਿਆ। ਪਹਿਲੀ ਵਾਰ ਉਸਨੇ ਕਿਹਾ ਵੀ ਪਹਿਲਾ ਵਾਰ ਕਰ, ਕਹਿੰਦੇ ਜਰਨੈਲ ਹਰੀ ਸਿੰਘ ਨਲੂਏ ਨੇ ਕਿਹਾ ਨਹੀਂ ਅਸੀਂ ਪਹਿਲਾ ਵਾਰ ਨਹੀਂ ਕਰਦੇ, ਤੂੰ ਕਰ। ਤੀਸਰੇ ਵਾਰ ਜਦ ਸਿੱਟਿਆ ਥੱਲੇ ਤੇ ਮੁੜ ਕੇ ਜਦ ਬਾਂਹ ਵੱਢੀ ਗਈ, ਬਾਂਹ ਵੱਢੀ ਚੋਂ ਪਠਾਨ ਦੇ ਖੂਨ ਦਾ ਦਸਾਰ ਲਾ ਕੇ ਬਾਂਹ ਬੰਨਤੀ, ਦੱਸ ਦਿੱਤਾ ਵੀ ਮੈਂ ਜਰਨੈਲ ਹਰੀ ਸਿੰਘ ਨਲੂਆ, ਤੁਸੀਂ ਕੱਖ ਨਹੀਂ ਕਰ ਸਕਦੇ। ਇੱਥੇ ਹੀ ਬਾਨੋ ਦਾ ਹੋਇਆ ਕੇਸ। ਹਰਸ਼ਰਨ ਕੌਰ ਦਾ ਵੀ ਇੱਥੇ ਹੋਇਆ। ਹਰਸ਼ਰਨ ਕੌਰ ਜਿਸ ਨੂੰ ਜਿਹਦਾ ਵਿਆਹ ਸੀ ਤੇ ਲੋਕਲ ਇੱਕ ਪਠਾਣਾ ਦਾ ਮੁਖੀ ਉਸ ਨੂੰ ਚੁੱਕ ਕੇ ਲੈ ਗਿਆ, ਪੰਡਤਾਂ ਦੀ ਕੁੜੀ ਸੀ, ਤੇ ਆ ਕੇ ਉਸਨੇ ਹਰੀ ਸਿੰਘ ਨਲੂਏ ਨੂੰ ਕਿਹਾ, ਬਰਾਤ ਦੇ ਵਿੱਚੋਂ ਲੈ ਗਿਆ ਚੱਕ ਕੇ। ਉਹ ਕਹਿੰਦਾ ਵੀ ਸਾਡੀ ਧੀ ਨੂੰ ਲੈ ਕੇ ਚੱਕ ਕੇ। ਤੇ ਉਹ ਕਹਿੰਦਾ ਵੀ ਕਿੰਨੇ ਜਣੇ ਤੁਸੀਂ? ਕਹਿੰਦਾ ਜੀ 45। ਕਹਿੰਦੇ ਪਠਾਨ ਕਿੰਨੇ ਸੀ? ਕਹਿੰਦਾ 5। ਉਹ ਕਹਿੰਦਾ ਠੀਕ ਹੈ ਫਿਰ ਇਸ ਤਰ੍ਹਾਂ ਹੀ ਹੋਣਾ ਸੀ ਤੁਹਾਡੇ ਦਾ। ਕਹਿੰਦੇ ਹਰਸ਼ਰਨ ਕੌਰ ਨੂੰ ਛਡਾ ਕੇ ਲਿਆ ਕੇ ਜਦ ਬਾਜ਼ਾਰ ਆਪਣੇ ਦਰਬਾਰ ਦੇ ਵਿੱਚ ਜਮਰੌਦ ਦੇ ਕਿਲੇ ਦੀ ਉਹ ਗੱਲ ਹੈ ਤਾਂ ਉੱਥੇ ਪੰਡਿਤ ਪਿਤਾ ਨੇ ਕਹਿ ਦਿੱਤਾ ਵੀ ਹੁਣ ਇਹ ਪਠਾਣਾ ਦੇ ਘਰੇ ਰਹੇ, ਅਸੀਂ ਤਾਂ ਨਹੀਂ ਘਰ ਲੈ ਕੇ ਆਉਣੇ। ਜਦ ਉਸ ਦਾ ਨਾਮ ਬਦਲ ਕੇ ਹਰਸ਼ਰਨ ਕੌਰ ਰੱਖਿਆ ਗਿਆ। ਉਹੀ ਹਰਸ਼ਰਨ ਕੌਰ ਫਿਰ ਜਦ ਹੱਲਾ ਬੋਲਿਆ ਗਿਆ ਜਮਰੌਦ ਦੇ ਉੱਪਰ, ਦੋਸਤ ਮੁਹੰਮਦ ਖਾਨ ਤੇ 70,000 ਦੀ ਫੌਜ ਨੇ ਹੱਲਾ ਬੋਲਿਆ। ਉਹਨਾਂ ਦਿਨਾਂ 'ਚ ਬਿਮਾਰ ਸੀ ਜਮਰੌਦ ਦੇ ਕਿਲੇ ਦੇ ਵਿੱਚ ਜਰਨੈਲ ਹਰੀ ਸਿੰਘ ਨਲੂਆ। ਕਵਰ ਨੌ ਨਿਹਾਲ ਦਾ ਵਿਆਹ ਸੀ, ਸਾਰੀਆਂ ਫੌਜਾਂ ਲਾਹੌਰ ਸੀ ਤੇ ਫਰੰਗੀ ਨੇ ਕਾਬਲ ਦਿੱਤੀ ਖਬਰ। ਕਾਬਲ ਤੋਂ ਦੋਸਤ ਮੁਹੰਮਦ ਖਾਨ ਸਾਰੇ ਕਬਾਇਲੀ ਪਠਾਣਾ ਨੂੰ ਲੈ ਕੇ ਜਮਰੌਦ ਦੇ ਕਿਲੇ ਦੇ ਉੱਪਰ ਆਲੇ ਦੁਆਲੇ ਪਹਾੜਾਂ ਦੇ ਉੱਪਰ ਬੀੜ ਕੇ ਤੋਪਾਂ ਉਹਨੇ ਫਾਇਰਿੰਗ ਕੀਤੀ ਤੇ ਹਰਸ਼ਰਨ ਕੌਰ ਨੇ ਆ ਕੇ ਕਿਲਾ ਜਮਰੌਦ ਦੇ ਵਿੱਚ ਗੱਲ ਦੱਸੀ। 28 ਅਪ੍ਰੈਲ ਨੂੰ ਘੇਰਾ ਪੈਂਦਾ। 28 ਅਪ੍ਰੈਲ 29 ਦੀ ਸਵੇਰ ਨੂੰ ਹਰਸ਼ਰਨ ਕੌਰ ਭੱਜਦੀ ਹੈ। 29 ਅਪ੍ਰੈਲ ਨੂੰ ਜਰਨੈਲ ਹਰੀ ਸਿੰਘ ਨਲੂਆ ਆਪਣੇ ਜਰਨੈਲਾਂ ਨੂੰ ਲੈ ਕੇ ਆਉਂਦਾ ਤੇ ਉਸ ਸਮੇਂ ਫੌਜ ਜਿਹੜੀ ਘੇਰੀ ਖੜੀ ਸੀ ਵਿੱਚ ਦੀ ਲੰਘ ਕੇ ਕਹਿੰਦੇ ਫੌਜ ਉੱਥੋਂ ਭੱਜ ਨਿਕਲੀ। ਜਦ ਪਠਾਨ ਭੱਜੇ ਤਾਂ ਉਹਨਾਂ ਦੇ ਪਿੱਛੇ 2 ਜਰਨੈਲ ਜਿਹੜੇ ਨੇ ਨਿਧਾਨ ਸਿੰਘ ਪੰਜ ਹੱਥਾ ਤੇ ਅਮਰ ਸਿੰਘ, ਉਹਨਾਂ ਦੇ ਪਿੱਛੇ ਗਏ। ਉਹ ਪਤਾ ਨਹੀਂ ਰਣਨੀਤੀ ਕੀ ਸੀ, ਕਿਉਂ ਭੱਜੀ ਜਾਂਦੇ ਪਠਾਣਾ ਦੇ ਪਿੱਛੇ ਗਏ। ਜਦ ਉਹ ਪਿੱਛੇ ਗਏ, ਜਿਸ ਤਰ੍ਹਾਂ ਇਤਿਹਾਸਕ ਦਸਤਾਵੇਜ਼ ਦੱਸਦੇ ਨੇ ਕਿ ਜਰਨੈਲ ਹਰੀ ਸਿੰਘ ਨਲੂਆ ਉਹਨਾਂ ਦੇ ਪਿੱਛੇ ਉਹਨਾਂ ਨੂੰ ਲੈਣ ਗਿਆ ਤਾਂ ਗੋਲੀਆਂ ਪਿੱਛੋਂ ਕਿਸੇ ਨੇ ਮਾਰੀਆਂ ਤੇ ਉਹ ਗੱਲ ਫਿਰ ਵਿਜੇ ਸਿੰਘ ਨੇ ਇਨਕਸ਼ਾਫ ਵੀ ਕੀਤਾ। ਵਿਜੇ ਸਿੰਘ ਡੋਗਰਾ ਸੀ ਜਿਸ ਨੇ ਸੱਜਾ ਜਿਹੜਾ ਕਮਰ ਨੌ ਨਿਹਾਲ ਦੇ ਸਿਰ ਤੇ ਸੁੱਟਿਆ ਸੀ ਡੋਗਰਿਆਂ ਚੋਂ। ਉਸਨੇ ਦੱਸਿਆ ਕਿ ਫੌਜ ਦੇ ਵਿੱਚ ਅਸੀਂ ਪੈਸੇ ਦੇ ਕੇ ਜਰਨੈਲ ਹਰੀ ਸਿੰਘ ਨਲੂਆ ਨੂੰ ਗੋਲੀਆਂ ਮਰਵਾਈਆਂ, ਖਾਲਸਾ ਫੌਜ ਦੇ ਵਿੱਚੋਂ ਹੀ, ਕਿਉਂਕਿ ਡੋਗਰੇ ਇਹਨਾਂ ਜਰਨੈਲਾਂ ਤੋਂ ਕੰਨ ਭੰਨਦੇ ਸੀ, ਖਾਸ ਤੌਰ ਤੇ ਜਰਨੈਲ ਹਰੀ ਸਿੰਘ ਨਲੂਏ ਤੋਂ। ਕਹਿੰਦੇ ਜਦ ਸਰੀਰ ਜਮਰੌਦ 'ਚ ਲੈ ਆਂਦਾ, ਉਧਰ ਸਮਾਰੋਹ ਸੀ, ਲਾਹੌਰ ਨੂੰ ਖਬਰ ਦੇਤੀ ਤੇ ਕਹਿ ਦਿੱਤਾ ਮੇਰੀ ਸ਼ਹੀਦੀ ਹੋ ਜਾਣੀ, ਬਾਹਰ ਨਹੀਂ ਦੱਸਣਾ ਵੀ ਮੈਂ ਪੂਰਾ ਹੋ ਗਿਆ। ਕਹਿੰਦੇ ਸਰੀਰ ਸਾਫ਼ ਕਰਕੇ ਵਿੱਚ ਦਵਾਈਆਂ ਭਰ ਦਿੱਤੀਆਂ ਕੌਮ ਦੇ ਇਸ ਜਰਨੈਲ ਦੇ। 7 ਮਈ ਤੱਕ ਜਦ ਤੱਕ ਖਾਲਸਾ ਫੌਜਾਂ ਜਿਹੜੀਆਂ ਲਾਹੌਰ ਤੋਂ ਵਾਪਸ ਜਮਰੌਦ ਨਹੀਂ ਆਈਆਂ, ਜਦ ਤੱਕ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ। ਕਹਿੰਦੇ ਗੇੜਾ ਵੀ ਦਵਾਉਂਦੇ ਰਹੇ ਵਸੀਲ ਦੇ ਕੋਲ, ਘੁਮਾਉਂਦੇ ਵੀ ਰਹੇ ਚੱਕ ਕੇ, ਢਿੱਲਾ ਕਸ਼ਹਿਰਾ ਕਹਿੰਦੇ ਸੁੱਕਣਾ ਗਿੱਲਾ ਕਰਕੇ ਬਾਹਰ ਪਾਉਂਦੇ ਰਹੇ। ਇਸ ਤਰ੍ਹਾਂ ਕੌਮ ਦੇ ਇਸ ਮਹਾਨ ਜਰਨੈਲ ਦੀ ਸ਼ਹੀਦੀ ਹੋਈ ਅੱਜ ਦੇ ਦਿਨ 1837 ਦੇ ਵਿੱਚ। 91 ਦਾ ਜਨਮ ਹੈ ਤੇ ਸਿਰਫ ਤੇ ਸਿਰਫ 45 ਸਾਲ ਦੀ ਉਮਰ ਹੈ। ਗੁਜਰਾਂਵਾਲੇ 'ਚ ਜਨਮ ਹੋਇਆ। ਗੁਜਰਾਂਵਾਲੇ ਹਵੇਲੀ ਹੈ ਹਲੇ ਵੀ ਜਰਨੈਲ ਹਰੀ ਸਿੰਘ ਨਲੂਆ ਦੀ।
ਕੌਮ ਨੂੰ ਯਾਦ ਰੱਖਣਾ ਚਾਹੀਦਾ ਇਸ ਮਹਾਨ ਜਰਨੈਲਾਂ ਨੂੰ। ਇਹਨਾਂ ਨੂੰ 18ਵੀਂ ਸਦੀ ਤੇ 19ਵੀਂ ਸਦੀ ਦੇ ਇਹਨਾਂ ਯੋਧਿਆਂ ਦੀ ਖਾਣ ਅੱਗੇ ਤੁਰੀ ਆ, ਹੋਰ ਨਹੀਂ ਕਿਤੋਂ ਇਹ ਪਿਤਾ ਪੁਰਖੀ ਗੱਲਾਂ ਤੁਰਦੀਆਂ ਨੇ। ਇਹਨਾਂ ਜਰਨੈਲਾਂ ਦੇ ਨਕਸ਼ ਕਦਮ ਤੇ ਚੱਲਦੇ ਆ 20ਵੀਂ ਸਦੀ ਦੇ ਵਿੱਚ ਵੀ ਕੌਮ ਦੇ ਮਹਾਨ ਜਰਨੈਲਾਂ ਨੇ ਦੱਸ ਦਿੱਤਾ ਕਿ ਇੱਕ ਜਰਨੈਲ ਹੁੰਦੇ ਕੌਣ। 84 ਤੋਂ ਲੈ ਕੇ 94 ਤੱਕ 92 ਤੱਕ 8 ਵਰੇ ਇੱਕ ਦੇਸ਼ ਦੀ ਪੂਰੀ ਸਰਕਾਰ ਨਾਲ, ਜਿਹਦੇ ਚ ਸਾਰੀਆਂ ਸੈਨਾਵਾਂ ਨੇ, ਪੱਧਰਾ ਇਲਾਕਾ ਤੇ ਗਿਣਤੀ 400 500 ਤੋਂ ਕਦੇ 300 ਤੋਂ ਵਧੀ ਨਹੀਂ, ਧੂੜਾਂ ਉੜਦੀਆਂ ਹੀ ਦਿਖਦੀਆਂ ਸੀ। ਫਿਰ ਉਹ ਵੀ ਸਮਾਂ ਸੀ। ਇਹ ਖਾਲਸਾ ਹੀ ਸਾਡੀ ਵਿਰਾਸਤ ਹੈ। ਅੱਜ ਕੌਮ ਦਾ ਮਹਾਨ ਜਰਨੈਲ ਜਿਹੜਾ ਉਹਨੂੰ ਅਸੀਂ ਯਾਦ ਕਰ ਰਹੇ ਹਾਂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੀਆਂ ਫੋਨ ਕਾਲ। ਲਾਈਨ ਨੰਬਰ 2 ਤੁਸੀਂ 에ਅਰ ਤੇ ਹੋ। ਸਤਿ ਸ੍ਰੀ ਅਕਾਲ ਅਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਅਜੀਤ ਸਿੰਘ ਜੀ, ਜਰਨੈਲ ਸਮੇਂ ਸਿਰ ਵਿਚਾਰੇ ਆਪਣੀ ਯਹੂਤੀਆਂ ਦੇ ਕੇ, ਲਹੂ ਦੀਆਂ ਆਪਣੇ ਜਿਸਮ ਦੇ ਟੁਕੜੇ ਦੇ ਕੇ ਕੌਮ ਨੂੰ ਝੰਡਾ ਰਾਜ ਦਵਾ ਦਿੰਦੇ ਆ, ਪਰ ਕੌਮ ਦੇ ਸਿਆਣੇ ਮਨੁੱਖ ਮੁੜ ਕੇ ਸਾਂਭਦੇ ਨਹੀਂ ਉਹਨੂੰ। ਉਹ ਮੁੜ ਕੇ ਕੌਮ ਫਿਰ ਉੱਥੇ ਡਿੱਗ ਪੈਂਦੀ ਉਸਦੇ ਖੂਹ 'ਚ। ਤੋ ਇਹਨਾਂ ਚੀਜ਼ਾਂ ਨੂੰ ਕੌਮ ਨੂੰ ਸੋਚਣਾ ਚਾਹੀਦਾ ਸਿਰ ਜੋੜ ਕੇ ਵੀ ਕਿਉਂ ਅਸੀਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਜਿਹੜੇ ਲੋਕ ਸ਼ੈਤਾਨ ਆ ਉਹ ਰਾਜ ਗੱਦੀ ਤੇ ਬਹਿ ਜਾਂਦੇ ਆ ਤੇ ਕੌਮ ਫੇਰ ਉੱਜੜ ਜਾਂਦੀ ਆ। ਤੋ ਇਹਦੇ ਲਈ ਇਹ ਜ਼ਰੂਰ ਸੋਚਣ ਬੈਠ ਕੇ। ਤੇ ਬਾਕੀ ਇਹਨਾਂ ਯੋਧਿਆਂ ਦੇ ਨਾਂ ਤੇ ਇੱਕ ਜ਼ਰੂਰ ਤੁਹਾਨੂੰ ਬੇਨਤੀ ਆ, ਜਫਰਨਾਮਾ ਮਹਿਲ ਸਿੰਘ ਜੀ ਦਾ ਜ਼ਰੂਰ ਲਾ ਦਿਓ ਅੱਜ ਜਾਂਦੇ ਹੋਏ, ਤੇ ਚੇਤਾ ਰੱਖਿਓ 3 ਮਿੰਟ ਦਾ ਹੀ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਚਰਨ ਸਿੰਘ ਜੀ, ਲਾਈਨ ਨੰਬਰ 3। ਹੈਲੋ ਜੀ, ਸਰਦਾਰ ਰਣਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਔਲਖ ਸਾਹਿਬ। ਦੇਖੋ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਰਨੈਲ ਹਰੀ ਸਿੰਘ ਨਲੂਏ ਦੀ ਕਹਾਣੀ ਦੱਸੀ ਆ, ਤੇ ਬਹੁਤ ਸਾਰੇ ਲੋਕਾਂ ਨੇ ਜੇ ਸੁਣੀ ਨਹੀਂ ਹੋਈ ਤੇ ਬਹੁਤ ਜ਼ਿਆਦਾ ਇਹਦਾ ਫਾਇਦਾ ਹੋਣਾ ਕੌਮ ਨੂੰ। ਹੁਣ ਇਹਦੇ ਵਿੱਚ ਸਵਾਲ ਪੈਦਾ ਹੁੰਦਾ ਵਾ ਇਹ ਵੀ ਤੁਸੀਂ ਜਿਹੜੀ ਇਹ ਦੱਸੀ ਹੈ ਨਾ ਵੀ ਗੱਲ ਵੀ ਹਰੀ ਸਿੰਘ ਨਲੂਆ 1 ਨੰਬਰ ਜਰਨੈਲ ਇੱਕ ਡਿਕਲੇਅਰ ਹੋ ਗਿਆ ਵਰਲਡ ਦੇ ਵਿੱਚ। ਜਿੰਨੇ ਵੀ ਅੱਜ ਜਰਨੈਲ ਹੋਏ ਆ ਉਹਨਾਂ ਵਿੱਚ ਨੰਬਰ 1 ਆ। ਮੇਰੇ ਵਰਗੇ ਬੰਦੇ ਪਹਿਲਾਂ ਚੰਗੇਜ਼ ਖਾਨ ਨੂੰ ਕੋਈ ਕਹਿ ਦਿੰਦਾ ਸੀ, ਕੋਈ ਨਪੋਲੀਅਨ ਨੂੰ ਕਹਿ ਦਿੰਦਾ ਸੀ, ਕੋਈ ਇਸ ਤਰ੍ਹਾਂ ਹੋਰ ਬੰਦਿਆਂ ਨੂੰ ਕਹਿ ਦਿੰਦਾ ਸੀ। ਪਰ ਉਲਟ ਗੱਲ ਇਹ ਵਿੱਚੋਂ ਆ ਵੀ ਜਰਨੈਲ ਹਰੀ ਸਿੰਘ ਨਲੂਏ ਨੂੰ ਇਹਨਾਂ ਕੰਪਨੀਆਂ ਨੂੰ ਕਿਸ ਤਰ੍ਹਾਂ ਪਤਾ ਲੱਗਾ, ਜਿਹੜੀ ਇਹ ਕੰਪਨੀ ਹੈ ਨਾ, ਇਹ ਨਿਊਜ਼ ਇਹ ਕੰਪਨੀ ਆ ਉੱਥੋਂ ਦੀ ਆਸਟ੍ਰੇਲੀਆ ਦੀ, ਉਹਨੂੰ ਪਤਾ ਕਿਸ ਤਰ੍ਹਾਂ ਲੱਗਾ ਵੀ ਜਰਨੈਲ ਹਰੀ ਸਿੰਘ ਨਲੂਆ ਜਿਹੜਾ ਵਾ ਏਡਾ ਵੱਡਾ ਜਰਨੈਲ ਹੋਇਆ, ਇਹਦੇ ਕਿਸ ਤਰ੍ਹਾਂ ਲੱਗਾ? ਉਹਦਾ ਕਾਰਨ ਮੈਂ ਦੱਸਦਾ। ਉਹਦਾ ਕਾਰਨ ਇਹ ਆ ਵੀ ਉਹਨੇ ਅਮਰੀਕਾ 20 ਸਾਲ ਹੋ ਗਏ ਉੱਥੇ ਲੜਦਿਆਂ ਨੂੰ, ਅੱਜ ਤਾਂ ਇਹ ਤਰਲੇ ਕੱਢਦੇ ਉੱਥੋਂ ਨਿਕਲ ਨਹੀਂ ਦਿੰਦੇ। ਹਾਰ ਗਿਆ ਅਮਰੀਕਾ, ਇਸ ਵੇਲੇ ਹਾਰਿਆ ਚੁੱਕਾ ਵਾ, ਉਹਨਾਂ ਨੂੰ ਨਿਕਲ ਨਹੀਂ ਦਿੰਦੇ। ਉਹਨਾਂ ਨੂੰ ਨੈਗੋਸ਼ੀਏਟ ਕਰਦੇ ਹੱਥ ਜੋੜ ਕੇ ਅਮਰੀਕਾ ਵੀ ਰੱਬ ਦਾ ਵਾਸਤਾ ਜੇ ਮੈਨੂੰ ਇੱਥੋਂ ਨਿਕਲ ਦਿਓ। ਇਹੋ ਜਿਹੀ ਹਾਲਤ ਹੋ ਗਈ ਆ। ਤੇ ਜਦੋਂ ਉਹਨੇ ਉਹ ਕੰਪਨੀ ਦੇ ਇਹਨਾਂ ਲੋਕਾਂ ਦਾ ਦਿਮਾਗ ਬਹੁਤ ਹੈ, ਉਹਨਾਂ ਨੇ ਸਟੱਡੀ ਕੀਤੀ ਵੀ ਗੱਲ ਕੀ ਵਿੱਚੋਂ ਹਰੀ ਸਿੰਘ ਨਲੂਆ ਇਹਨਾਂ ਇਲਾਕਿਆਂ ਦੇ ਉੱਤੇ ਰਾਜ ਕਰ ਗਿਆ ਵਾ, ਇਹਨਾਂ ਲੋਕਾਂ ਦੇ, ਇਹਦਾ ਕਾਰਨ ਕੀ ਆ? ਔਰ ਪਾਪੂਲਰ ਸੀਗਾ ਉੱਥੇ, ਜ਼ੁਲਮ ਨਹੀਂ ਕੀਤਾ ਉਹਨੇ ਉੱਥੇ। ਉਹ ਪਠਾਨ ਦੇ ਵਿੱਚ ਆਮ ਲੋਕਾਂ ਦੇ ਵਿੱਚ ਪਾਪੂਲਰ ਸੀ, ਅੱਜ ਵੀ ਪਾਪੂਲਰ ਆ। ਤੇ ਉਹ ਮਤਲਬ ਉਹਦਾ ਕਾਰਨ ਇਹੋ ਆ ਵਿੱਚੋਂ ਵੀ ਅਸੀਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਦੱਸਦੇ ਨਹੀਂ, ਆਪ ਹੀ ਉਸ ਜਿਹੜੀ ਆਸਟ੍ਰੇਲੀਆ ਦੀ ਕੰਪਨੀ ਉਹਨੇ ਲੱਭਿਆ ਇਹ ਫੈਕਟ, ਤੇ ਅਸੀਂ ਨਹੀਂ ਦੱਸਦੇ। ਸਾਡੇ ਵਿੱਚ ਇਹ ਬਹੁਤ ਵੱਡੀ ਕਮਜ਼ੋਰੀ ਆ। ਤੁਸੀਂ ਕਹਿ ਵੀ ਦਿੱਤਾ ਆਪਣੇ ਇੰਟਰੋਡਕਸ਼ਨ ਦੀ ਭਾਸ਼ਣ ਦੇ ਵਿੱਚ ਵੀ ਬਹੁਤ ਬੜਾ ਸਾਡੀ ਅਨਪੜ੍ਹਤਾ ਜਿਹੜੀ ਉਹ ਮਾਰ ਰਹੀ ਆ, ਅਸੀਂ ਗੁਣ ਆਪਣੇ ਵਿੱਚ ਹੀ ਲੁਕੋਈ ਰੱਖਦੇ, ਗਾਂ ਦੱਸਦੇ ਨਹੀਂ। ਹੁਣ ਇਹ ਤਾਂ ਗੱਲ ਹਰੀ ਸਿੰਘ ਨਲੂਏ ਦੀ 2 ਸਾਲ ਹੋ ਗਏ ਕੰਪਨੀ ਨੇ ਡਿਕਲੇਅਰ ਕੀਤਾ ਵੀ 1 ਨੰਬਰ ਜਰਨੈਲ ਆ। ਚੰਗੇਜ਼ ਖਾਨ ਅੱਗੇ ਉਹਦੇ ਪਿੱਛੇ ਸੁੱਟ ਦਿੱਤੇ। ਹੁਣ ਰਹਿ ਗਿਆ ਜੇ 2 ਹਫ਼ਤੇ ਦੀ ਗੱਲ ਰਣਜੀਤ ਸਿੰਘ ਨੂੰ ਦੇ ਬਾਰੇ ਇਹਨਾਂ ਦੇ ਉੱਥੇ BBC ਵਰਲਡ ਹਿਸਟਰੀ ਮੈਗਜ਼ੀਨ ਆ, BBC ਦੇ ਤੇ ਹੁਣ ਯਕੀਨ ਕਰੋ ਨਾ 5000 ਬੰਦੇ ਉੱਥੇ ਬੁੱਧੀਜੀਵੀ ਇੰਟੈਲੈਕਚੁਅਲ ਲੋਕਾਂ ਦੇ ਲਰਨਡ ਪੀਪਲ ਨੇ ਉਹਦੇ ਵਿੱਚ ਹਿੱਸਾ ਲਿਆ। 5000 ਨੇ। ਉਹ ਉਹਨਾਂ ਨੇ ਮੀਟਿੰਗ ਇਸ ਕਰ ਰੱਖੀ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਚੰਗਾ ਇਨਸਾਨ ਜਿਹੜਾ ਉਹ ਕੌਣ ਹੋਇਆ ਵਾ। 5000 ਦੇ ਵਿੱਚੋਂ ਉੱਥੇ ਇੱਕ ਰਾਣਾ ਮਿੱਤਰ ਆ, ਬ੍ਰਿਟਿਸ਼ ਹਿਸਟੋਰੀਅਨ ਆ, ਉਹਦਾ ਹੈਗਾ ਉਹ ਇੰਡੀਅਨ ਆ, ਹਿੰਦੁਸਤਾਨੀ ਆ, ਹੋ ਸਕਦਾ ਉਹ ਹਿੰਦੂ ਹੀ ਹੋਵੇ ਪਿੱਛੋਂ ਉਹਦੀ ਬੈਕਗਰਾਊਂਡ। ਉਹਨੇ ਇਸ ਚੀਜ਼ ਨੂੰ ਲੀਡ ਕੀਤਾ ਵਾ। ਉਹਨੇ ਇਹ ਮਤਾ ਰੱਖਿਆ ਸਾਰਿਆਂ ਨੂੰ ਵੀ ਕਿਹੜਾ ਇਹਦੇ ਵਿੱਚੋਂ ਲੱਭੋ। ਉੱਥੇ ਯੂਨਾਨੀ ਮਸਲੀ ਇਹ 5000 ਬੰਦਿਆਂ ਦੇ ਜਿਹੜੇ ਏਡੇ ਲਹਾਈ ਲਰਨਡ ਪੀਪਲ ਸੀ,
ਉਹਨਾਂ ਨੇ ਰਣਜੀਤ ਸਿੰਘ ਨੂੰ 38% ਵੋਟਾਂ ਦੇ ਨਾਲ ਨੰਬਰ 1 ਦੱਸਿਆ। ਅਫਰੀਕੀ ਸੁਤੰਤਰਤਾ ਸੰਗਰਾਮੀ ਆ, ਉਹਦਾ ਨਾਂ ਨਹੀਂ ਮੈਨੂੰ ਹੁਣ ਚੇਤਾ, ਉਹਦਾ 25% ਦੱਸਿਆ। ਵਿੰਸਟਨ ਚਰਚਿਲ ਨੂੰ 7% ਵੋਟਾਂ ਮਿਲੀਆਂ, ਇਬਰਾਹਿਮ ਲਿੰਕਨ ਨੂੰ 4%। ਮੇਰੇ ਵਰਗੇ ਬੰਦੇ ਅੱਜ ਤਾਈਂ ਇਬਰਾਹਿਮ ਲਿੰਕਨ ਜਾਂ ਚਰਚਿਲ ਨੂੰ ਹੀ ਟਾਪ ਦੇ ਬੰਦੇ ਗਿਣਦਾ ਸੀਗਾ, ਪਰ ਉਹਨੇ ਕਿਹਾ ਨਹੀਂ, 30% 5000 ਇੰਟੈਲੈਕਚੁਅਲ ਬੰਦਿਆਂ ਨੇ ਕਿਹਾ ਇੱਕ ਨੰਬਰ ਜਿਹੜਾ ਲੀਡਰ ਪੈਦਾ ਹੋਇਆ ਇਸ ਦੁਨੀਆ ਦੇ ਵਿੱਚ ਅੱਜ ਤਾਈਂ ਜਦੋਂ ਦੀ ਇਹ ਦੁਨੀਆ ਬਣੀ ਮਹਾਰਾਜਾ ਰਣਜੀਤ ਸਿੰਘ ਆ। ਹੁਣ ਮੇਰੀ ਫਿਨਿਸ਼ ਕਰ ਲੈਣ 1 ਮਿੰਟ ਦੇ ਵਿੱਚ ਹੋਰ ਗੱਲ ਕਰਦਾ। ਸਾਡੇ ਇਹੋ ਜਿਹਾ ਕੰਪੀਟੀਸ਼ਨ ਹੋਰ ਵੀ ਹੋਣੇ ਚਾਹੀਦੇ ਆ। ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜੇ ਚੰਗੀ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਜੀਵਨੀ ਨੂੰ ਤੇ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਨੂੰ, ਇਹ ਸਾਡੇ ਦੋਵੇਂ ਪੈਗੰਬਰ ਲਫ਼ਜ਼ ਨਹੀਂ ਆਉਂਦਾ, ਪਰ ਚਲੋ ਹਾਲ ਦੀ ਕਰੀ ਵਰਤ ਲੈਂਦੇ ਆ, ਉਹ ਇਹ ਸਾਡੇ 2 ਪੈਗੰਬਰ ਆ ਤੇ ਦੂਜੇ ਧਰਮਾਂ ਦੇ 20 ਪੈਗੰਬਰ ਹੈਗੇ ਆ। ਕੋਈ ਕਿਸੇ ਨੂੰ ਰੱਬ ਦਾ ਪੁੱਤ ਕਹਿੰਦਾ, ਕੋਈ ਕਿਸੇ ਨੂੰ ਕਹਿੰਦਾ ਵਾ ਵੀ ਰੱਬ ਦਾ ਮੈਸੇਂਜਰ ਆ। ਇਹਨਾਂ ਦਾ ਲਾਈਫ ਨੂੰ ਕੰਪੇਅਰ ਕਰਕੇ ਦੋਵਾਂ ਨੇ ਵੇਖਿਓ, ਮੈਂ ਦਾਅਵੇ ਨਾਲ ਕਹਿੰਦਾ ਵਾਂ ਵੀ ਜੇ ਇਸੇ ਤਰ੍ਹਾਂ ਦਾ ਕੋਈ 5000 ਇੰਟੈਲੈਕਚੁਅਲ ਇਕੱਠਾ ਕਰਕੇ ਤੇ ਵੇਖੇ ਇਹਨਾਂ 5-6 ਬੰਦਿਆਂ ਦੇ ਵਿੱਚੋਂ ਜਿਹੜੇ ਆਪਣੇ ਧਰਮਾਂ ਦੇ ਪੈਰੋਕਾਰ ਆ, ਜਿਹਦੇ ਵਿੱਚ ਜੀਸਸ ਕ੍ਰਾਈਸਟ ਵੀ ਆ, ਇਹਨਾਂ 'ਚ ਵੇਖਿਆ ਜਾਵੇ ਵੀ ਕਿਹੜਾ ਨੰਬਰ ਪਹਿਲੇ ਤੇ ਆਉਂਦਾ। ਮੈਂ ਦਾਅਵੇ ਨਾਲ ਕਹਿ ਸਕਦਾ ਗੁਰੂ ਨਾਨਕ ਸਾਹਿਬ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਨੰਬਰ ਪਹਿਲਾ ਤੇ ਦੂਜਾ ਹੋਊਗਾ। ਥੈਂਕ ਯੂ। ਧੰਨਵਾਦ। ਸਰ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਤੁਸੀਂ ਸ਼ਹੀਦ ਆਪਣੇ ਹਰੀ ਸਿੰਘ ਨਲੂਏ ਹੋਣਾ ਦੀ ਜਿਹੜੀ ਆ ਬਾਤ ਪਾਈ ਹੈਗੀ ਆ, ਬਿਲਕੁਲ ਜਿੱਦਾਂ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਉਹਨਾਂ ਦੇ ਜੀਵਨ ਤੋਂ ਸਿੱਖਣਾ ਵੀ ਚਾਹੀਦਾ ਆ, ਤੇ ਇਹ ਵੀ ਦੇਖਣਾ ਚਾਹੀਦਾ ਵੀ ਜੇ ਉਹਨਾਂ ਦੇ ਜਿਹੜੇ ਫੈਸਲੇ ਸੀ ਜਾਂ ਉਹਨਾਂ ਦਾ ਜਿਹੜਾ ਅੰਤ ਆ ਉਹ ਕਿੱਦਾਂ ਹੁੰਦਾ ਆ, ਕੀ ਕਾਰਨ ਬਣਦਾ ਆ। ਜਿੱਦਾਂ ਤੁਸੀਂ ਗੱਲ ਕੀਤੀ ਆ, ਜਿਹੜਾ ਗੋਰਿਆਂ ਨੇ ਇਸ ਗੱਲ ਨੂੰ ਸਮਝਿਆ ਸੀ ਵੀ ਜਿਹੜੇ ਅਸੀਂ ਇਹਨਾਂ ਵਿੱਚ ਜੇ ਗੱਦਾਰ ਪੈਦਾ ਕਰ ਲਵਾਂਗੇ ਤਾਂ ਇਹਨਾਂ ਨੂੰ ਅਸੀਂ ਕੌਂਕਰ ਕਰ ਸਕਦੇ ਹਾਂ, ਤੇ ਉਹੋ ਹੀ ਨਤੀਜਾ ਜਿਹੜਾ ਬਣਿਆ, ਜਿਹੜਾ ਹਰੀ ਸਿੰਘ ਨਲੂਏ ਉਹਨਾਂ ਦੀ ਜਿਹੜੀ ਉਸ ਵੇਲੇ ਸ਼ਹਾਦਤ ਆ। ਚਲੋ ਜਿੱਦਾਂ ਸ਼ਹੀਦ ਤਾਂ ਉਹ ਨਹੀਂ ਹੋਣਾ ਸੀ ਜੰਗਾਂ ਯੁੱਧਾਂ 'ਚ, ਪਰ ਉੱਥੇ ਜਿਹੜਾ ਵਿਆਹ ਹੋ ਰਿਹਾ ਸੀ ਇੱਧਰ ਮਹਾਰਾਜੇ ਦੇ ਘਰ ਦੇ ਵਿੱਚ, ਤਾਂ ਉੱਧਰੋਂ ਸੁਨੇਹਾ ਆ ਰਿਹਾ ਸੀ, ਤੇ ਜਿਹੜੇ ਵਿੱਚ ਗੱਦਾਰ ਸੀਗੇ ਉਹ ਚਿੱਠੀ ਅੱਗੇ ਤਾਈਂ ਨਹੀਂ ਪਹੁੰਚਣ ਦਿੰਦੇ ਸੀ। ਇਹ ਨਹੀਂ ਹੈਗਾ ਸਾਨੂੰ ਰਾਜ ਨਹੀਂ ਕਰਨਾ ਆਉਂਦਾ, ਪਰ ਜਿਹੜੇ ਸਾਡੇ ਵਿੱਚ ਜਿਹੜੇ ਗੱਦਾਰ ਆ ਸਾਡੇ ਰੂਪ ਵਿੱਚ ਹੀ ਸਾਡੇ ਵਿੱਚ ਬਾੜ ਦਿੱਤੇ ਗਏ ਆ, ਸਪੈਸ਼ਲੀ ਜਦੋਂ ਦੂਜਾ ਗੋਰੇ ਬਾੜ ਕੇ ਗਏ, ਉਸ ਤੋਂ ਬਾਅਦ ਉਸ ਗੱਲ ਵੱਲ ਕਿਸੇ ਨੇ ਤਵੱਜੋ ਹੀ ਨਹੀਂ ਦਿੱਤੀ। ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਰਾਜ ਨਹੀਂ ਕਰਨਾ ਆਉਂਦਾ। ਰਾਜ ਦੀ ਹਰੀ ਸਿੰਘ ਨਲੂਏ ਹੁਣਾਂ ਤੋਂ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। ਜਦੋਂ ਕਸ਼ਮੀਰ ਦੇ ਵਿੱਚ ਜਦੋਂ ਦੂਸਰੀ ਵਾਰੀ ਗਏ ਆ, ਇਹ ਨਹੀਂ ਜਦੋਂ ਜਿੱਤਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਉੱਥੇ ਰਾਜ ਕਰਨ ਲਈ ਦਿੱਤਾ। ਇਹ ਨਹੀਂ ਉੱਥੇ ਜਿਹੜਾ ਆ ਸਿੱਕਾ ਆ ਗੁਰੂ ਸਾਹਿਬ ਦੇ ਨਾਂ ਤੇ ਛਾਪਿਆ, ਤੇ ਉਸ ਵੇਲੇ ਆ ਜਿਹੜਾ ਅੱਜ ਕਹਿੰਦੇ ਆ ਨਾ ਵੀ ਦੂਜਾ ਕੈਨੇਡਾ ਦੀ ਸਰਕਾਰ ਸਾਨੂੰ ਪੈਸੇ ਵੰਡ ਰਹੀ ਆ, ਉੱਥੇ ਭੁੱਖ ਮਰੀ ਪਈ ਸੀ। ਉੱਥੇ ਹਰੀ ਸਿੰਘ ਨਲੂਏ ਹੁਣੀ ਵੰਡਿਆ ਅਨਾਜ, ਆਪਣੇ ਗੋਦਾਮ ਖੋਲ ਦਿੱਤੇ, ਆਪਣੇ ਖਜ਼ਾਨੇ ਖੋਲ ਦਿੱਤੇ, ਲੋਕਾਂ ਨੂੰ ਇੰਨਾ ਦਿੱਤਾ। ਜਦੋਂ ਅਗਲਾ ਸਾਲ ਆਇਆ ਤੇ ਉੱਥੇ ਇੰਨੀ ਖੁਸ਼ਹਾਲੀ ਹੋ ਗਈ, ਲੋਕ ਬਿਨਾਂ ਸਾਡੇ ਧਰਮ 'ਚ ਕਿਸੇ ਨੂੰ ਧਰਮ ਤਬਦੀਲ ਕਰਨ ਲਈ ਫੋਰਸ ਨਹੀਂ ਕੀਤਾ ਜਾਂਦਾ, ਪਰ ਇਹਨਾਂ ਦੇ ਰਾਜ ਵਿੱਚ ਉਸ ਵੇਲੇ ਬਿਨਾਂ ਫੋਰਸ ਕੀਤਿਆ ਸਭ ਤੋਂ ਜ਼ਿਆਦਾ ਉੱਥੇ ਜਿਹੜੀ ਆ ਸਿੱਖੀ ਜਿਹੜੀ ਆ ਕਸ਼ਮੀਰ ਦੇ ਵਿੱਚ ਹੋਈ ਆ, ਜਿਹੜੇ ਅੱਜ ਉੱਥੇ ਸਿੱਖ ਵੱਸਦੇ ਆ। ਸੋ ਇਹ ਕਹਿਣਾ ਵੀ ਅਸੀਂ ਪ੍ਰਚਾਰ ਨਹੀਂ ਕਰਦੇ, ਸਾਡਾ ਪ੍ਰਚਾਰ ਹੋ ਰਿਹਾ। ਸਾਡਾ ਜਿਹੜਾ ਰਾਜ ਆ ਉਹ ਜ਼ਰੂਰੀ ਆ, ਤੇ ਜਿਹੜਾ ਵਿੱਚ ਇਹਦੇ ਤੋਂ ਆਪਾਂ ਨੂੰ ਸਿੱਖਣ ਦੀ ਲੋੜ ਆ। ਜਿਹੜਾ ਗੱਦਾਰਾਂ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਇਹ ਕਹਿ ਦਿੰਦੇ ਵੀ ਸਾਨੂੰ ਰਾਜ ਨਹੀਂ ਕਰਨਾ ਆਉਂਦਾ, ਗਲਤ ਗੱਲ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਿਲਕੁਲ ਜੀ, ਉਹ ਕਸ਼ਮੀਰ ਦੇ ਦੀਵਾਨ ਰਹੇ 1820 ਤੋਂ 21 ਤੱਕ। ਦੀਵਾਨ ਹਜ਼ਾਰਾ ਦੇ ਰਹੇ। ਹਜ਼ਰਾ ਵੀ ਕਹਿੰਦੇ ਨੇ, ਹਜ਼ਰਾ ਪਖਤੂਨਵਾ ਦਾ ਇੱਕ ਏਰੀਆ ਖੈਬਰ ਪਖਤੂਨਵਾ ਦਾ, ਜਿਹਦੇ ਆਲੇ ਦੁਆਲੇ ਐਬਟਾਬਾਦ, ਬੈਟਾਗ੍ਰਾਮ, ਹਰੀਪੁਰ, ਮਨਸੇਰਾ, ਅੱਪਰ ਕੋਹਿਸਤਾਨ, ਲੋਅਰ ਕੋਹਿਸਤਾਨ, ਟੌਰਗੜ, ਇਹ ਏਰੀਏ ਦੇ ਵਿੱਚ ਬਹੁਤ ਵੱਡਾ ਏਰੀਆ ਹਜ਼ਰਾ ਜਿਹੜਾ ਜੀ, ਉਹਦੇ ਉਹ ਦੀਵਾਨ ਰਹੇ। ਤੇ ਪਿਸ਼ਾਵਰ ਦੇ ਦੀਵਾਨ ਰਹੇ 34 ਤੋਂ ਲੈ ਕੇ 37 ਤੱਕ। ਕਮਾਂਡਰ ਇਨ ਚੀਫ ਰਹੇ ਅਫਗਾਨ ਫਰੰਟੀਅਰ ਦੇ 25 ਤੋਂ 37 ਤੱਕ। ਕੌਮ ਦੇ ਇਸ ਜਰਨੈਲ ਨੂੰ ਹੁਣ ਇਹਦਾ ਲੱਭਣਾ ਇਹ ਚਾਹੀਦਾ ਕਿ ਕੀ ਉਹਨਾਂ ਦੀ ਅਸਲ ਕੋਈ ਪਿਕਚਰ ਜਿਹੜੀ ਹੈ, ਜਿਵੇਂ ਇੱਕ ਪਿਕਚਰ ਦੇ ਵਿੱਚ ਉਹਨਾਂ ਨੂੰ ਦਿਖਾਇਆ, ਉਹ ਉਹਨਾਂ ਦੀ ਪਿਕਚਰ ਨਹੀਂ ਹੈ। ਨਵਾਬ ਕੋਈ ਸ਼ੇਰ ਖਾਨ ਦੀ ਹੈ, ਜਿਹਦੇ ਪਿੱਛੋਂ ਖੜੇ ਦਿਖਾਏ ਨੇ, ਨਲੂਆ ਪਿੱਛੇ ਖੜਾ, ਉਹ ਗੱਲ ਸੱਚ ਨਹੀਂ ਹੈ। ਸ਼ਾਹ ਮਹਿੰਦਰ ਸਿੰਘ ਜੀ, ਲਾਈਨ ਨੰਬਰ 5। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਹਰਜੀਤ ਸਿੰਘ ਜੀ
ਤੁਸੀਂ ਧੰਨਤਾ ਦੇ ਯੋਗ ਹੋ, ਵਧਾਈ ਦੇ ਪਾਤਰ ਹੋ ਕਿ ਇਹੋ ਜਿਹਾ ਜਿਹੜਾ ਸਾਡਾ ਇਤਿਹਾਸ, ਜਿਹੜਾ ਸੱਚ ਹੈ ਇਤਿਹਾਸ ਦਾ, ਉਹ ਸਾਹਮਣੇ ਲਿਆ ਰਹੇ ਹੋ, ਕੱਢ ਕੇ ਲਿਆ ਰਹੇ ਹੋ। ਇਹੀ ਅੱਜ ਸਾਡੇ ਵਰਗ ਦੀ ਇੱਕ ਡਿਊਟੀ ਬਣ ਜਾਂਦੀ, ਸਾਡਾ ਫਰਜ਼ ਹੈ ਕਿ ਅਸੀਂ ਕੌਮ ਦਾ ਅਸਲ ਇਤਿਹਾਸ, ਉਸ ਇਤਿਹਾਸ ਦਾ ਸੱਚ ਸਾਹਮਣੇ ਲਿਆ ਸਕੀਏ। ਮੈਂ ਹਰੀ ਸਿੰਘ ਨਲਵਾ ਬਾਰੇ ਜਿੰਨਾ ਕੁਝ ਪੜ੍ਹਿਆ, ਜੋ ਕੁਝ ਸੁਣਿਆ, ਉਹਦੇ ਵਿੱਚੋਂ 2-3 ਗੱਲਾਂ ਬੜੀਆਂ ਸਾਂਝੀਆਂ ਕਰਨੀਆਂ ਚਾਹਾਂਗਾ। ਇੱਕ ਤਾਂ ਰੋਪੜ ਦੀ ਸੰਧੀ ਦੇ ਸਮੇਂ ਤੇ ਜਦੋਂ ਹਰੀ ਸਿੰਘ ਨਲਵਾ ਸੀ ਇਕੱਲਾ ਜਿਹਨੇ ਇਹ ਕਿਹਾ ਸੀ ਕਿ ਇਹ ਰਸਤੇ ਤੇ ਸਾਰਾ ਕੁਝ ਹੈ, ਅੰਗਰੇਜ਼ ਮੰਗਦੇ ਆ, ਨਾ ਦਿਓ, ਦੁਸ਼ਮਣ ਘਰੇ ਵੜੂਗਾ, ਉਹ ਇਹਨਾਂ ਨੇ ਕਿਹਾ। ਦੂਸਰੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਜਦੋਂ ਸ਼ਿਮਲੇ ਇੱਕ ਮੀਟਿੰਗ ਹੋਈ ਅੰਗਰੇਜ਼ਾਂ ਨਾਲ, ਉੱਥੇ ਉਹਨਾਂ ਨੇ ਹਰੀ ਸਿੰਘ ਨਲਵਾ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਬਿਲਕੁਲ ਉਹਨਾਂ ਦੀ ਭੂਤਨੀ ਭੁਲਾਤੀ, ਐ ਚੱਕਰ ਚ ਪਾਤਾ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ, ਤੁਹਾਡਾ ਅਗਲੇ 200 ਸਾਲ ਦੀ ਪਲਾਨ ਆ ਹੈ। ਜਿਹੜੇ ਅੱਜ ਲੋਕ ਕਹਿੰਦੇ ਆ ਨਾ ਕਿ ਸਿੱਖਾਂ ਨੂੰ ਰਾਜ ਨਹੀਂ ਕਰਨਾ ਆਉਂਦਾ, ਸਿੱਖਾਂ ਕੋਲ ਰਾਜਨੀਤੀ ਨਹੀਂ, ਸਾਡੇ ਕੋਲ ਰਾਜਨੀਤੀ ਹੈ, ਸਾਨੂੰ ਰਾਜ ਕਰਨਾ ਆਉਂਦਾ ਹੈ। ਪਰ ਅਸੀਂ ਜਿਹੜੀਆਂ ਗਲਤੀਆਂ ਸਾਥੋਂ ਹੋਈਆਂ, ਜਿਹੜੀਆਂ ਭੁੱਲਾਂ ਸਾਥੋਂ ਹੋਈਆਂ, ਉਹ ਬਿਲਕੁਲ ਹਰੀ ਸਿੰਘ ਨਲਵੇ ਦਾ ਅੰਤ ਵੀ ਉਹਨਾਂ ਕਰਕੇ ਹੋਇਆ। ਕਨਿੰਗਮ ਖੁਦ ਲਿਖਦਾ ਹੈ, ਜੇ ਕਹਿੰਦਾ ਜਦੋਂ ਧਿਆਨ ਸਿੰਘ ਡੋਗਰੇ ਨੇ ਇਲਜ਼ਾਮ ਲਾਇਆ ਸੀ ਤੇ ਉਹ ਪੜਤਾਲ ਦੇ ਵਿੱਚ ਹਰੀ ਸਿੰਘ ਨਲਵੇ ਦਾ ਬਿਲਕੁਲ ਸਪਸ਼ਟ ਨਿਕਲਿਆ ਕਿ ਝੂਠ ਹੈ, ਤੇ ਹਰੀ ਸਿੰਘ ਨਲਵੇ ਦੇ ਇਸ ਕੇਸ ਤੋਂ ਬਾਅਦ ਰਣਜੀਤ ਸਿੰਘ ਨੇ ਗੜਵਾ ਮਾਰਿਆ ਸਿਰ ਉਹਦੇ ਮੱਥੇ 'ਚ, ਤੇ ਉਹ ਕਨਿੰਗਮ ਲਿਖਦਾ ਹੈ ਕਿ ਹੈਡ ਦੇਅਰ ਬੀਨ ਦੀ ਸੋਰਡ ਦੀ ਐਂਟਾਇਰ ਹਿਸਟਰੀ ਵੁੱਡ ਹੈਵ ਸਮਥਿੰਗ ਐਲਸ, ਯਾਨੀ ਉਹ ਇਤਿਹਾਸ ਬਦਲ ਜਾਣਾ ਸੀ। ਪਰ ਇਹ ਜਿਹੜੇ ਛਾਤਰ ਲੋਕ ਹੈ, ਇਹ ਅੱਜ ਵੀ ਉਸੇ ਰਾਜਨੀਤੀ ਤਹਿਤ ਭਰਾ ਨੂੰ ਭਰਾ ਨਾਲ ਮਾਰ ਰਹੇ, ਚਾਹੇ ਨਿਗਾਹ ਵਾਲਾ ਕੇਸ ਹੋਵੇ, ਚਾਹੇ ਉਦੋਂ ਪਹਿਲਾਂ ਦਾ ਹੋਵੇ, ਕੁਛ ਵੀ ਹੋਵੇ, ਇੱਥੇ ਵੀ ਉਹ ਆਏ ਬੈਠੇ ਆ। ਤੇ ਮੈਂ ਤਾਂ ਤੁਹਾਨੂੰ ਵਧਾਈ ਦਿੰਦਾ, ਮੈਂ ਇਹ ਸਮਝਦਾ ਕਿ ਕੌਮ ਦਾ ਇਤਿਹਾਸ ਜਿਉਂਦਾ ਰੱਖਣਾ, ਕੌਮ ਦੇ ਇਤਿਹਾਸ ਨੂੰ ਸਹੀ ਰੂਪ ਵਿੱਚ, ਸਾਡੇ ਠੀਕ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣਾ, ਉਹਨੂੰ ਜਿਉਂਦਾ ਰੱਖਣਾ ਤੇ ਸਹੀ ਰੂਪ ਵਿੱਚ ਜਿਉਂਦਾ ਰੱਖਣਾ ਅੱਜ ਤੁਹਾਡਾ ਫਰਜ਼ ਹੈ। ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਤੇ ਜਿਹੜੀਆਂ ਤੁਸੀਂ ਕਈ ਵਾਰਾਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਟੂਕਾਂ ਬੋਲਦੇ ਹੋ, ਮੈਂ ਪਤਾ ਨਹੀਂ ਤੁਸੀਂ ਉਹ ਲਿਖਤੀ ਰੂਪ ਵਿੱਚ ਤੁਹਾਡੇ ਕੋਲ ਹੈ ਕਿ ਨਹੀਂ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹ ਜਿਹੜੇ ਇੰਨੇ ਵੱਡ ਮੁੱਲੇ ਤੁਸੀਂ ਖਿਆਲ ਦਿੰਦੇ ਹੋ, ਉਹ ਨਿੱਕੇ ਮੋਟੇ ਖਿਆਲ ਨਹੀਂ, ਉਹ ਮੇਰਾ ਖਿਆਲ ਹੈ ਵੀ ਅੰਬਰ ਤੇ ਪਤਾਲ ਦੀਆਂ ਦੋਵਾਂ ਜਗ੍ਹਾ ਨੂੰ ਮੇਲ ਦੇ ਖਿਆਲ ਆ। ਉਹਨਾਂ ਨੂੰ ਜ਼ਰੂਰ ਕਿਤੇ ਕਲਮਬੰਦ ਕਰਕੇ ਸੰਗਤਾਂ ਦੇ ਰੂਬਰੂ ਕਰ ਦਿਓ। ਪਰਮਾਤਮਾ ਕਰੇ, ਮੈਂ ਤਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਵੀ ਤੁਹਾਡੇ ਵਰਗੇ ਕਈ ਹਜ਼ਾਰ ਇਸ ਕਿਸਮ ਦੇ ਬੁੱਧੀਜੀਵੀ, ਇਸ ਕਿਸਮ ਦੇ ਯੋਧੇ, ਕਲਮ ਦੇ ਯੋਧੇ ਪੈਦਾ ਹੋ ਜਾਣ, ਆਵਾਜ਼ ਦੇ ਯੋਧੇ ਪੈਦਾ ਕਰੋ ਕਿ ਸਾਡੀ ਕੌਮ ਹੈ ਜਿਹੜੀ ਉਹ ਜਿਉਂਦੀ ਹੋ ਜਾਏ, ਸਾਡੀ ਕੌਮ ਨੂੰ ਮਾਰਨ ਵਾਸਤੇ ਧਾੜਾਂ ਚਾਰ ਚਫੇਰ ਤੋਂ ਚੜ੍ਹੀਆਂ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਦੇ ਕਾਬਲ ਨਹੀਂ, ਮੈਨੂੰ ਸੋਹਣਾ ਲੱਗਦਾ ਹੈ ਸੁਣਾਉਣਾ, ਔਰ ਇਹ ਟ੍ਰਾਂਜੀਸ਼ਨ ਹੈ। 8-10 ਸਾਲ ਪਹਿਲਾਂ ਇਹ ਗੱਲ ਨਹੀਂ ਸੀ, ਪਰ ਜੋ ਤੁਸੀਂ ਸੋਚਦੇ ਹੋ, ਪੜ੍ਹਦੇ ਹੋ, ਵਧੀਆ ਲੱਗਦਾ। ਉਹ ਸਾਰੀਆਂ ਜੀ ਮੇਰੀਆਂ ਨਹੀਂ ਹੈ ਸਰਦਾਰ ਜੀ, ਉਹ ਹਰਮਨਜੀਤ ਦੀਆਂ ਲਿਖੀਆਂ। ਖਿਆਲਾ ਕਲਾਂ ਪਿੰਡ ਆ ਮਾਨਸੇ ਦੇ ਕੋਲ, ਉੱਥੇ ਦਾ ਮੁੰਡਾ ਚੜ੍ਹਦੀ ਵਰੇਸ ਦਾ, ਹਾਲੇ ਮੈਨੂੰ 30 ਤੋਂ ਥੱਲੇ ਹੀ ਹੈ, ਮਾਸਟਰ ਲੱਗਿਆ ਹੋਇਆ, ਹਰਮਨਜੀਤ ਸਿੰਘ। ਉਹਦੀ ਕਿਤਾਬ ਹੈ ਇੱਕ ਰਾਣੀ ਤੱਤ, ਰਾਣੀ ਤੱਤ ਦੇ ਵਿੱਚੋਂ ਜਾਂ ਉਹਦੇ ਫੇਸਬੁੱਕ ਤੇ ਲਿਖੇ, ਮੈਂ ਹੁਣ ਉਹਨੂੰ ਹੀ ਪੜ੍ਹਨਾ ਚਾਹੁੰਦਾ, ਮੈਨੂੰ ਮੇਰੇ ਫਿੱਟ ਨਹੀਂ ਬਹਿੰਦਾ ਕੋਈ ਹੋਰ। ਉਹ ਹਰ ਪਾਸਿਓਂ ਲਿਖਦਾ, ਉਹਨੂੰ ਵਧੀਆ ਲੱਗਦਾ। ਧੰਨਵਾਦ ਜੀ ਸਾਰਿਆਂ ਦਾ। ਕੋਸ਼ਿਸ਼ ਮੈਂ ਬਸ ਇਹ ਐਡਾ ਵੱਡਾ ਇਤਿਹਾਸ ਤੇ ਸ਼ਾਨਾਮੱਤਾ ਇਤਿਹਾਸ ਆਪਾਂ ਸਿੱਖ ਰਾਜ ਕਿਵੇਂ ਗਿਆ ਉਹਨੂੰ ਸ਼ੁਰੂ ਕਰਨਾ ਜੀ ਪਹਿਲੇ ਦਿਨ ਤੋਂ ਹੀ, ਫੇਰ ਕਿਉਂਕਿ ਉਹ ਟੁੱਟ ਗਈ ਲੜੀ, ਤੇ ਅਪ੍ਰੈਲ ਦੇ ਮਹੀਨੇ, ਮਈ ਦੇ ਪਹਿਲੇ ਹਫ਼ਤੇ ਸੋਮਵਾਰ ਤੋਂ ਉਸ ਨੂੰ ਸ਼ੁਰੂ ਕਰਾਂਗੇ।